ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰਸ ਖੇਹ। ਮੂਤ ਪਲੀਤੀ ਕੱਪੜ ਹੋਏ, ਤੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹਿ, ਕਰ ਕਰ ਕਰਣਾ ਲਿਖ ਲੈ ਜਾਹੁ। ਆਪੇ ਬੀਜ ਆਪੇ ਹੀ ਖਾਹੁ, ਨਾਨਕ ਹੁਕਮੀ ਆਵਹੁ ਜਾਹੁ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰਸ ਖੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਮਹਾਰਾਜ ਜੀ ਨੇ ਫਿਰ ਤੋਂ ਸੁਭਾਗ ਭਰਿਆ ਸਮਾਂ ਬਖਸ਼ਿਸ਼ ਕੀਤਾ ਹੈ। ਸੱਚੇ ਪਾਤਸ਼ਾਹੀ ਦਾ ਕੋਟਾਨ ਕੋਟ ਧੰਨਵਾਦ, ਕਿਉਂਕਿ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਕੋਈ ਵੀ ਗੁਰੂ ਕੀ ਬਾਣੀ ਦੇ ਦਰਸ਼ਨ ਨਹੀਂ ਕਰ ਸਕਦਾ। ਕੱਲ ਅਸਾਂ ਨੇ 19ਵੀਂ ਪੌੜੀ ਤੱਕ ਸ਼ਰਵਣ ਕੀਤਾ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਭਾਈ ਸਾਡੀ ਹਸਤੀ ਉਸ ਪਰਮੇਸ਼ਵਰ ਦੇ ਸਾਹਮਣੇ ਤੁੱਛ ਹੈ, ਤੇ ਇਹ ਅਨੁਭਵ ਰੂਹਾਨੀ ਜੀਵਨ ਤੋਂ ਪ੍ਰਾਪਤ ਹੁੰਦਾ ਹੈ। ਇਹ ਅਨੁਭਵ ਬੌਧਿਕ ਜੀਵਨ ਤੋਂ ਪ੍ਰਾਪਤ ਨਹੀਂ ਹੁੰਦਾ। ਹੁਣੇ ਅਸਾਂ ਨੇ ਸ਼ਰਵਣ ਕੀਤਾ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 20ਵੀਂ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਮਨੁੱਖ ਨੂੰ ਇਤਨੀ ਸਮਝ ਹੈ ਕਿ ਜੇਕਰ ਹੱਥ ਪੈਰ ਮਲੀਨ ਹੋ ਜਾਣ ਤੇ ਇਹ ਹੱਥ ਪੈਰ ਇਸ ਸਰੀਰ ਨੂੰ ਧੋਣ ਵਾਸਤੇ ਪਾਣੀ ਦੀ ਲੋੜ ਹੈ। ਭਰੀਐ ਹੱਥ ਪੈਰ ਤਨ ਦੇਹ, ਕਹਿੰਦੇ ਨੇ ਸਰੀਰ ਪੂਰੇ ਦਾ ਪੂਰਾ ਮਲੀਨ ਹੋ ਗਿਆ, ਮਿੱਟੀ ਦੇ ਨਾਲ ਮਲੀਨ ਹੋ ਗਿਆ, ਜਾਂ ਫਿਰ ਕਿਸੇ ਵੀ ਵਸਤੂ ਦੇ ਨਾਲ ਮਲੀਨ ਹੋ ਗਿਆ। ਹੁਣ ਮਨੁੱਖ ਨੂੰ ਇੰਨੀ ਸਮਝ ਹੈ, ਪਾਣੀ ਧੋਤਾ ਉਤਰਸ ਖੇਹ। ਇਸ ਨੂੰ ਅਸੀਂ ਉੱਤਰ ਸੋ ਖੇਹ ਨਹੀਂ ਕਹਾਂਗੇ। ਜੇ ਅਸੀਂ ਉੱਤਰ ਸੋ ਖੇਹ ਕਹਿੰਦੇ ਆ ਤੇ ਫਿਰ ਇਹਦਾ ਅਰਥ ਬਣ ਜਾਂਦਾ ਹੈ ਪਾਣੀ ਦੇ ਨਾਲ ਉਹ ਵਾਲੀ ਖੇਹ, ਉਹ ਵਾਲੀ ਮਿੱਟੀ, ਉਹ ਵਾਲੀ ਮੈਲ ਉਤਰ ਜਾਂਦੀ ਹੈ। ਪਰ ਜਦੋਂ ਅਸੀਂ ਇਹ ਬਚਨ ਪੜ੍ਹਦੇ ਹਾਂ, ਪਾਣੀ ਧੋਤਾ ਉਤਰਸ ਖੇਹ, ਜਲ ਦੇ ਨਾਲ ਉਹ ਸਾਰੀ ਮਲੀਨਤਾ ਉਤਰ ਜਾਂਦੀ ਹੈ, ਸਾਰੀ ਮਲੀਨਤਾ ਖਤਮ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਤਨ ਮੈਲਾ ਹੋ ਗਿਆ ਤੇ ਇਹ ਤਨ ਸਾਫ ਸੁਥਰਾ ਹੋਏਗਾ, ਸੁੱਚਾ ਹੋਏਗਾ ਪਾਣੀ ਦੇ ਰਾਹੀਂ। ਤੇ ਜਿਸ ਵੇਲੇ ਮਨ ਮਲੀਨ ਹੋ ਗਿਆ ਤੇ ਮਨ ਸੁੱਚਾ ਹੋਏਗਾ ਗੁਰੂ ਕੀ ਬਾਣੀ ਦੇ ਰਾਹੀਂ। ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਮੂਤ ਪਲੀਤੀ ਕੱਪੜ ਹੋਏ, ਤੇ ਸਾਬੂਨ ਲਈਐ ਉਹ ਧੋਏ। ਤਨ ਮੈਲਾ ਹੋ ਗਿਆ, ਪਾਣੀ ਦੇ ਨਾਲ ਧੋਤਾ ਜਾ ਸਕਦਾ ਹੈ। ਜੇਕਰ ਸਾਡੇ ਕੱਪੜੇ ਮੈਲੇ ਹੋ ਜਾਣ, ਇੱਥੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਮਲ ਮੂਤਰ ਦੇ ਨਾਲ ਕੋਈ ਬਸਤਰ ਮੈਲਾ ਹੋ ਜਾਏ ਤੇ ਉਹ ਬਸਤਰ ਸਾਬਣ ਲਾ ਕੇ ਜਲ ਦੀ ਸੰਗਤ ਦੇ ਨਾਲ ਧੋਤਾ ਜਾ ਸਕਦਾ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਤੇ ਜੇਕਰ ਕਿਸੇ ਮਨੁੱਖ ਦੇ ਮਨ ਦੇ ਵਿੱਚ ਪਾਪਾਂ ਦੀ ਮੈਲ ਇਕੱਤਰ ਹੋ ਗਈ ਹੈ, ਕਿਸੇ ਮਨੁੱਖ ਦੀ ਬੁੱਧੀ ਮਲੀਨ ਹੋ ਗਈ ਹੈ, ਹੁਣ ਮਲੀਨ ਬੁੱਧੀ ਨੂੰ ਸਰਫ ਦੇ ਨਾਲ, ਪਾਣੀ ਦੇ ਨਾਲ, ਸਾਬਣ ਦੇ ਨਾਲ ਧੋਤਾ ਨਹੀਂ ਜਾ ਸਕਦਾ। ਇਹ ਤਾਂ ਹੁਣ ਗੁਰੂ ਕੀ ਬਾਣੀ ਦੇ ਨਾਲ ਹੀ ਧੋਤਾ ਜਾਏਗਾ, ਪਰਮੇਸ਼ਵਰ ਦੀ ਸਿਫਤ ਸਲਾਹ ਦੇ ਨਾਲ ਹੀ ਧੋਤਾ ਜਾਏਗਾ। ਤੇ ਧੋਤਾ ਕਿਵੇਂ ਜਾਂਦਾ ਹੈ? ਜੇਕਰ ਦੇਖੀਏ ਕਿ ਧੋਤਾ ਕਿਵੇਂ ਜਾਂਦਾ ਹੈ, ਤੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਸਾਡੇ ਅੰਦਰ ਪਰਮੇਸ਼ਵਰ ਨੇ ਆਪਣੀ ਸ਼ਕਤੀ ਬਖਸ਼ਿਸ਼ ਕੀਤੀ ਹੈ। ਜਿਵੇਂ ਜਿਵੇਂ ਅਸੀਂ ਨਾਮ ਜਪਦੇ ਹਾਂ, ਅਸੀਂ ਆਪਣੀ ਅੰਤਰ ਆਤਮਾ ਦੇ ਨਾਲ ਕਨੈਕਟ ਹੋ ਜਾਂਦੇ ਹਾਂ, ਅਸੀਂ ਆਪਣੀ ਅੰਤਰ ਆਤਮਾ ਨਾਲ ਜੁੜ ਜਾਂਦੇ ਹਾਂ। ਤੇ ਜਿਸ ਵੇਲੇ ਅੰਤਰ ਆਤਮਾ ਨਾਲ ਜੁੜਦੇ ਹਾਂ, ਉਸੇ ਵੇਲੇ ਅੰਤਰ ਆਤਮਾ ਦੀਆਂ ਉਹ ਅਸੀਮ ਸ਼ਕਤੀਆਂ, ਅਸੀਮ ਤਾਕਤਾਂ
ਪ੍ਰਗਟ ਹੁੰਦੀਆਂ ਹਨ, ਜੋ ਤਾਕਤਾਂ ਪਰਮੇਸ਼ਵਰ ਦਾ ਸਵਰੂਪ ਹਨ। ਤੇ ਫਿਰ ਉਹ ਗੁਰੂ ਕੇ ਸ਼ਬਦ ਦੀ ਤਾਕਤ ਉਸ ਤਾਕਤ ਨੂੰ ਪ੍ਰਗਟ ਕਰਕੇ ਸਾਡੀ ਮਲੀਨ ਬੁੱਧੀ ਨੂੰ ਧੋ ਦਿੰਦੀ ਹੈ। ਪੁੰਨੀ ਪਾਪੀ ਆਖਣ ਨਾਹਿ, ਕਰ ਕਰ ਕਰਣਾ ਲਿਖ ਲੈ ਜਾਹੁ। ਅਸੀਂ ਆਪਣੀ ਜ਼ੁਬਾਨ ਤੋਂ ਕਿਸੇ ਨੂੰ ਕਹਿ ਦਈਏ ਕਿ ਇਹ ਬੰਦਾ ਪੁੰਨੀ ਹੈ, ਇਹ ਪੁੰਨਦਾਨ ਬਹੁਤ ਕਰਦਾ ਹੈ, ਇਹ ਬੰਦਾ ਪਾਪੀ ਹੈ, ਇਹ ਬੰਦਾ ਮਾੜਾ ਹੈ, ਇਸ ਬੰਦੇ ਨੇ ਕਦੀ ਗਲਤ ਮਲਤ ਖਾਧਾ, ਕਦੀ ਇਹ ਗਲਤ ਬੋਲਦਾ ਹੈ। ਅਸੀਂ ਆਪਣਾ ਕ੍ਰਾਈਟੇਰੀਆ ਸਿਰਜਿਆ ਹੋਇਆ ਹੈ, ਅਸੀਂ ਆਪਣੀ ਕਸਵੱਟੀ ਸਿਰਜੀ ਹੈ। ਮਹਾਰਾਜ ਜੀ ਕਹਿੰਦੇ ਨੇ ਕਹਿਣ ਮਾਤਰ ਨਹੀਂ ਹੈ ਕਿ ਕੋਈ ਪੁੰਨੀ ਹੈ ਤੇ ਕੋਈ ਪਾਪੀ ਹੈ। ਇਹ ਤਾਂ ਪਰਮੇਸ਼ਵਰ ਦੇ ਘਰ ਦੇ ਵਿੱਚ ਪਤਾ ਲੱਗੇਗਾ ਕਿ ਅਸਲੀ ਪੁੰਨੀ ਕੌਣ ਹੈ ਤੇ ਅਸਲੀ ਪਾਪੀ ਕੌਣ ਹੈ। ਅਸਲੀ ਪੁੰਨੀ ਜਿਸ ਨੇ ਆਪਣੇ ਜੀਵਨ ਦੇ ਇਸ ਲਾਹੇ ਨੂੰ ਖੱਟ ਕੇ ਪਰਮੇਸ਼ਵਰ ਦਾ ਨਾਮ ਜਪਿਆ, ਉਸ ਨੂੰ ਆਖਿਆ ਜਾਂਦਾ ਹੈ ਪੁੰਨੀ, ਜਿਸ ਨੇ ਕੁਝ ਨਾ ਕੁਝ ਲਾਹਾ ਖੱਟੇ। ਤੇ ਪਾਪੀ ਆਖਿਆ ਜਾਂਦਾ ਜੋ ਪਰਮੇਸ਼ਵਰ ਦਾ ਨਾਮ ਵਿਸਾਰ ਕੇ ਆਪਣਾ ਜੀਵਨ ਬਤੀਤ ਕਰੇ। ਪਰਮੇਸ਼ਵਰ ਦਾ ਨਾਮ ਜਿਸ ਨੂੰ ਭੁੱਲ ਜਾਏ ਉਸ ਨੂੰ ਪਾਪੀ ਕਹਿੰਦੇ ਨੇ। ਤੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਕਰ ਕਰ ਕਰਨਾ ਲਿਖ ਲੈ ਜਾਹੋ। ਇੱਥੇ ਅਸੀਂ ਕਰਨਾ ਨਹੀਂ ਬੋਲਣਾ, ਕਰਨਾ ਕੱਕਾ ਰਾ ਅਣਾਣੇ ਨੂੰ ਕਰਨਾ। ਕਰ ਕਰ ਕਰਨਾ ਲਿਖ ਲੈ ਜਾਹੋ। ਮਨੁੱਖ ਜਿਹੋ ਜਿਹੇ ਕਰਮ ਕਰੇਗਾ ਉਹੋ ਜਿਹੇ ਇਹਦੇ ਅੰਦਰ ਸੰਸਕਾਰ ਇਕੱਤਰ ਹੋਣਗੇ। ਤੇ ਜਿਹੋ ਜਿਹੇ ਸੰਸਕਾਰ ਇਕੱਤਰ ਹੋਣਗੇ, ਜਿਸ ਵੇਲੇ ਇਹ ਆਪਣੇ ਪੰਜ ਭੂਤਕ ਚੋਲੇ ਨੂੰ ਤਿਆਗੇਗਾ ਤੇ ਮਾਲਕ ਦੇ ਘਰ ਤੱਕ ਉਹੀ ਸੰਸਕਾਰ ਜਾਣਗੇ। ਆਪੇ ਬੀਜ ਆਪੇ ਹੀ ਖਾਹੁ, ਨਾਨਕ ਹੁਕਮੀ ਆਵਹੁ ਜਾਹੁ। ਇਸ ਕਰਕੇ ਜੇ ਸਾਨੂੰ ਪਤਾ ਹੈ ਕਿ ਅਸੀਂ ਆਪ ਹੀ ਬੀਜਣਾ ਹੈ ਤੇ ਜੋ ਬੀਜਿਆ ਉਹ ਸਾਨੂੰ ਖਾਣਾ ਹੀ ਪੈਣਾ ਹੈ। ਜੇ ਅਸੀਂ ਕਰਮ ਕੀਤਾ ਤੇ ਪਰਮੇਸ਼ਵਰ ਦਾ ਇੱਕ ਨਿਯਮ ਹੈ, ਉਹ ਸਾਨੂੰ ਫਲ ਪ੍ਰਾਪਤ ਹੋਣਾ ਹੀ ਹੋਣਾ ਹੈ। ਇਸ ਕਰਕੇ ਕਰਮ ਕਰਨ ਵੇਲੇ ਅਸੀਂ ਸਤਰਕ ਰਹੀਏ, ਕਰਮ ਕਰਨ ਵੇਲੇ ਅਸੀਂ ਅਵੇਅਰ ਰਹੀਏ, ਕਰਮ ਕਰਨ ਵੇਲੇ ਅਸੀਂ ਅਟੈਂਟਿਵ ਰਹੀਏ, ਸੁਚੇਤ ਰਹੀਏ, ਕਿਉਂਕਿ ਪਰਤ ਕੇ ਸਾਨੂੰ ਹੀ ਖਾਣਾ ਪੈਣਾ ਹੈ। ਇੰਝ ਸਮਝ ਲਈਏ ਕਿ ਜਿਵੇਂ ਕੋਈ ਆਪਣੇ ਘਰ ਦੇ ਵਿੱਚ ਸਵਾਣੀ ਸਬਜ਼ੀ ਬਣਾਉਂਦੀ ਹੈ, ਕੋਈ ਵੀ ਦਾਲ ਫੁਲਕਾ ਬਣਾਉਂਦੀ ਹੈ, ਤੇ ਕੋਈ ਵੀ ਐਸੀ ਸਵਾਣੀ ਅਸੀਂ ਦੇਖਾਂਗੇ ਨਹੀਂ ਜੋ ਕਿ ਜ਼ਹਿਰ ਪਾ ਪਾ ਕੇ ਪ੍ਰਸ਼ਾਦਾ ਤਿਆਰ ਕਰੇ, ਜੋ ਵਿਸ਼ਟਾ ਪਾ ਪਾ ਕੇ ਸਬਜ਼ੀ ਤਿਆਰ ਕਰੇ, ਜਾਂ ਫਿਰ ਜ਼ਹਿਰੀਲੇ ਜੀਵਾਂ ਨੂੰ ਸਬਜ਼ੀ ਬਣਾ ਬਣਾ ਕੇ ਤੇ ਆਪਣੇ ਪਰਿਵਾਰ ਨੂੰ ਖਵਾਵੇ। ਇਸ ਨੂੰ ਪਤਾ ਵੀ ਹੈ ਕਿ ਜੇ ਇਹ ਜ਼ਹਿਰੀਲੇ ਜੀਵ ਖਾਧੇ ਤੇ ਮੇਰੇ ਪਰਿਵਾਰ ਦੀ ਮੌਤ ਹੋ ਜਾਏਗੀ। ਇਸ ਕਰਕੇ ਸਵਾਣੀਆਂ ਇਤਨੀਆਂ ਸਿਆਣੀਆਂ ਹੁੰਦੀਆਂ ਨੇ, ਉਹ ਸਭ ਤੋਂ ਪਹਿਲਾਂ ਸਬਜ਼ੀ ਲਿਆਉਂਦੀਆਂ ਨੇ, ਫਿਰ ਧੋਂਦੀਆਂ ਨੇ, ਤੇ ਜੇਕਰ ਪਤਾ ਲੱਗੇ ਕਿ ਵਿੱਚ ਕੈਮੀਕਲ ਹੋ ਸਕਦਾ, ਫਿਰ ਹਲਦੀ ਦਾ ਅੱਧਾ ਇੱਕ ਚਮਚ ਪਾ ਕੇ ਅੱਧਾ ਘੰਟਾ ਨੂੰ ਭਿਉਂਦੇ ਨੇ, ਫਿਰ ਸਿਰਕਾ ਵੀ ਪਾਉਂਦੀਆਂ ਨੇ। ਚੰਗੀ ਤਰ੍ਹਾਂ ਜੋ ਮੈਡੀਸਿਨ ਜੋ ਸਪਰੇਅ ਕੀਤੀ ਹੁੰਦੀ ਹੈ ਉਹ ਸਾਰੀ ਖਤਮ ਹੋ ਜਾਂਦੀ। ਫਿਰ ਸਵਾਣੀਆਂ ਉਸ ਸਬਜ਼ੀ ਨੂੰ ਛਿੱਲਦੀਆਂ ਨੇ, ਫਿਰ ਧੋਂਦੀਆਂ ਨੇ। ਤੇ ਐਸੀ ਗੱਲ ਨਹੀਂ ਕਿ ਜੇਕਰ ਕੜਾਈ ਜਾਂ ਫਿਰ ਕੋਈ ਵੀ ਬਰਤਨ ਯੂਜ਼ ਕਰਨਾ ਹੈ ਤੇ ਉਹ ਕੋਈ ਗੰਦਾ ਹੋਵੇ ਤੇ ਉਹੀ ਯੂਜ਼ ਕਰ ਲੈਂਦੀਆਂ ਨੇ। ਚੰਗੀ ਤਰ੍ਹਾਂ ਧੋਂਦੀਆਂ ਨੇ, ਫਿਰ ਚੰਗੀ ਤਰ੍ਹਾਂ ਉਹਨੂੰ ਪਾਣੀ ਉਹਦਾ ਸੁਕਾਉਂਦੀਆਂ ਨੇ। ਸਿੱਧਾ ਤੇਲ ਜਾਂ ਘਿਓ ਨਹੀਂ ਸੁੱਟਦੀਆਂ, ਪਤਾ ਹੈ ਕਿ ਛਿੱਟਾਂ ਪੈ ਸਕਦੀਆਂ ਨੇ। ਸੋ ਸਬਜ਼ੀ ਬਣਾਉਣ ਵੇਲੇ ਇੱਕ ਸਵਾਣੀ ਕਿਤਨੀ ਇਕਾਗਰਤਾ ਰੱਖਦੀ ਹੈ। ਫਿਰ ਕਿਸੇ ਪ੍ਰਕਾਰ ਦੀ ਛਿਪਕਲੀ, ਕੋਈ ਕੀੜਾ ਮਕੌੜਾ ਉਸ ਸਬਜ਼ੀ ਵਿੱਚ ਨਾ ਪਵੇ ਤੇ ਫਿਰ ਉਸ ਬਰਤਨ ਨੂੰ ਢੱਕ ਲਿਆ ਜਾਂਦਾ ਹੈ, ਉਸ ਬਰਤਨ ਨੂੰ ਉੱਪਰੋਂ ਕਵਰ ਕਰ ਲਿਆ ਜਾਂਦਾ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਵੇਖ ਕਿਤਨੀ ਸੂਝ, ਕਿਤਨੀ ਸਮਝ, ਕਿਤਨੀ ਇਕਾਗਰਤਾ, ਕਿਤਨੀ ਸੁਚੇਤਤਾ ਹੈ ਸਿਰਫ ਸਬਜ਼ੀ ਬਣਾਉਣ ਦੇ ਵੇਲੇ ਵਿੱਚ ਹੀ। ਕਿਤਨੀ ਮਿਹਨਤ ਕਰਦੀਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਰੀ ਜ਼ਿੰਮੇਵਾਰੀ ਸਾਡੇ ਸਿਰ ਤੇ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਵਾਣੀ ਨੂੰ ਇਤਨੀ ਤਾਂ ਸਮਝ ਲੱਗ ਗਈ ਕਿ ਮੈਂ ਖੁਰਾਕ ਕੈਸੀ ਦੇਣੀ ਹੈ। ਜੈਸੀ ਸਬਜ਼ੀ ਤਿਆਰ ਕਰਾਂਗੀ ਉਹੋ ਜਿਹੀ ਹੀ ਬਾਹਰ ਨਿਕਲਣੀ ਹੈ। ਇੰਜ ਤੇ ਹੋਣਾ ਨਹੀਂ ਕਿ ਕੜਾਈ ਦੇ ਵਿੱਚ ਆਲੂ ਦੀ ਸਬਜ਼ੀ ਬਣਾਈ ਤੇ ਬਾਅਦ ਵਿੱਚ ਕੜਛੀ ਦੇ ਨਾਲ ਪਨੀਰ ਨਿਕਲਦਾ ਹੋਵੇ। ਇੰਜ ਤਾਂ ਨਹੀਂ ਨਾ ਹੋਏਗਾ। ਗੋਭੀ ਦੀ ਸਬਜ਼ੀ ਬਣਾਈ ਤੇ ਉਹਦੇ ਵਿੱਚੋਂ ਮਸ਼ਰੂਮ ਖੁੰਬਾਂ ਦੀ ਸਬਜ਼ੀ ਪ੍ਰਗਟ ਹੋਏਗੀ। ਜਿਹੋ ਜਿਹੀ ਚੀਜ਼ ਅਸੀਂ ਵਿੱਚ ਪਾਵਾਂਗੇ ਉਹੋ ਜਿਹੀ ਚੀਜ਼ ਪ੍ਰਗਟ ਹੋਏਗੀ। ਜੋ ਜੀਏ ਹੋਏ ਸੋ ਉਗਵੈ, ਮੋਕਾ ਕਹਿਆ ਵਾਓ, ਬੀਜੈ ਬਿਖ
ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਓ। ਮਨੁੱਖ ਆਪਣੇ ਹਿਰਦੇ ਦੀ ਧਰਤੀ ਵਿੱਚ ਬੀਜ ਦਾ ਜ਼ਹਿਰ ਹੈ, ਤੇ ਬਾਅਦ ਚੋਂ ਚੀਕਾਂ ਮਾਰਦਾ, ਕਹਿੰਦਾ ਹੇ ਰੱਬਾ ਕੀ ਮੇਰੇ ਕੋਲੋਂ ਦੋਸ਼ ਹੋ ਗਿਆ, ਮੇਰੇ ਤੇ ਕਿਰਪਾ ਕਰ, ਇਹ ਦੁੱਖ ਖਤਮ ਕਰ। ਮਹਾਰਾਜ ਜੀ ਕਹਿੰਦੇ ਨੇ ਭਾਈ ਤੂੰ ਆਪ ਹੀ ਬੀਜਿਆ ਸੀ, ਜੇ ਤੂੰ ਆਪ ਬੀਜਿਆ ਸੀ ਤਾਂ ਹੀ ਤੇ ਤੈਨੂੰ ਮਿਲਿਆ, ਤੇ ਜੇ ਤੇਰਾ ਦੁੱਖ ਸਰੀਰ ਤੇ ਮਨ ਤੇ ਸੁਰਤ ਤੇ ਆਤਮਾ ਤੇ ਆਣ ਘਟਿਆ, ਤੇ ਇਹ ਦੱਸਦਾ ਪਿਆ ਹੈ ਤੇਰੇ ਕਰਮਾਂ ਦੇ ਵਿੱਚ ਕੋਈ ਬਹੁਤ ਹੀ ਸੁਚੇਤਤਾ, ਨਿਰਮਲਤਾ ਤੇ ਗੁਰੂ ਕੀ ਬਖਸ਼ਿਸ਼ ਨਹੀਂ ਹੈ। ਇਸ ਕਰਕੇ ਆਪੇ ਬੀਜ, ਦੇਖ ਜੋ ਤੂੰ ਬੀਜੇਗਾ ਆਪੇ ਹੀ ਖਾਹ, ਉਹੀ ਤੈਨੂੰ ਖਾਣਾ ਪਏਗਾ, ਤੂੰ ਉਹੀ ਖਾਏਗਾ। ਇਸ ਕਰਕੇ ਨਾਨਕ ਇੱਥੇ ਥੋੜਾ ਜਿਹਾ ਰੁਕਣਾ ਹੈ। ਨਾਨਕ ਹੁਕਮੀ ਆਵਹੁ ਜਾਹੁ। ਇਸ ਕਰਕੇ ਜਿਹੋ ਜਿਹਾ ਬੀਜਣਾ ਉਹੋ ਜਿਹਾ ਤੈਨੂੰ ਵੱਢਣਾ ਪੈਣਾ। ਇਸ ਕਰਕੇ ਪਰਮੇਸ਼ਵਰ ਦੀ ਇਸ ਜੀਵਨ ਸ਼ੈਲੀ ਨੂੰ ਨਿਭਾਉਂਦਿਆਂ ਹੋਇਆਂ ਸੁਚੇਤ ਰਹਿ। ਫਿਜ਼ੀਕਲੀ ਤੌਰ ਤੇ ਕੋਈ ਵੀ ਕਰਮ ਕਰਨ ਨੂੰ ਅਸੀਂ ਅਪਰਾਧ ਗਿਣਦੇ ਹਾਂ, ਪਰ ਜੇਕਰ ਪਾਪ ਕਰਨਾ ਹੋਵੇ ਉਹਦੇ ਵਾਸਤੇ ਸਾਨੂੰ ਸਰੀਰਕ ਤੌਰ ਤੇ ਕੋਈ ਐਕਟੀਵਿਟੀ ਕਰਨ ਦੀ ਲੋੜ ਨਹੀਂ। ਬਸ ਖਿਆਲ ਤੁਸੀਂ ਪੈਦਾ ਕਰੋ, ਨਾਲ ਹੀ ਪਾਪ ਹੋ ਗਿਆ। ਅਪਰਾਧ ਸਰੀਰ ਦੁਆਰਾ ਹੁੰਦਾ ਹੈ ਤੇ ਪਾਪ ਮਨ ਦੁਆਰਾ ਹੁੰਦਾ ਹੈ। ਤਕਰੀਬਨ ਜੇ ਅਸੀਂ ਅਪਰਾਧੀਆਂ ਦੀ ਗਿਣਤੀ ਕਰੀਏ ਤੇ ਤੁਹਾਨੂੰ ਅਪਰਾਧੀ ਬਹੁਤੇ ਨਹੀਂ ਮਿਲਣਗੇ, ਤੇ ਜੇ ਪਾਪੀਆਂ ਦੀ ਗਿਣਤੀ ਕਰੀਏ ਤੇ ਜਿਹੜਾ ਫੈਸਲਾ ਸੁਣਾਉਂਦਾ ਹੈ ਕਿ ਇਹ ਬੰਦਾ ਅਪਰਾਧੀ ਹੈ, ਜੱਜ ਵੀ ਹਿਰਦੇ ਦੇ ਤੌਰ ਤੇ ਪਾਪੀ ਮਿਲੇਗਾ। ਜਿਹੜਾ ਪਾਪੀ ਨਹੀਂ ਉਹ ਬ੍ਰਹਮ ਗਿਆਨੀ ਹੁੰਦਾ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਪਰਾਧੀਆਂ ਤੱਕ ਇਸ ਸੰਸਾਰ ਦੀ ਪਹੁੰਚ ਹੈ, ਪਰ ਪਾਪੀਆਂ ਤੱਕ ਸਿਰਫ ਗੁਰੂ ਦੀ, ਪਰਮੇਸ਼ਰ ਦੀ, ਬ੍ਰਹਮ ਗਿਆਨੀ ਦੀ ਪਹੁੰਚ ਹੈ। ਤੇਰੇ ਅੰਦਰ ਮਾੜਾ ਖਿਆਲ ਵੀ ਨਹੀਂ ਆਉਣਾ ਚਾਹੀਦਾ ਕਿਸੇ ਦੀ ਇੱਜ਼ਤ ਆਬਰੂ ਬਾਬਤ, ਜਾਂ ਫਿਰ ਕਿਸੇ ਪ੍ਰਕਾਰ ਦੇ ਐਸੇ ਖਿਆਲ ਜਿਹੜੇ ਤੇਰੇ ਜੀਵਨ ਨੂੰ ਮਲੀਨ ਕਰ ਦੇਣ। ਤੂੰ ਸੁਚੇਤ ਰਹਿ ਮਨਾ, ਸੁਚੇਤ ਰਹਿ। ਨਾਨਕ ਹੁਕਮੀ ਆਵਹੁ ਜਾਹੁ। ਇਸ ਤਰ੍ਹਾਂ ਜੈਸਾ ਤੂੰ ਬੀਜੇਗਾ ਵੈਸਾ ਵੱਢੇਗਾ, ਤੇ ਪਰਮੇਸ਼ਵਰ ਦੇ ਇਸ ਨਿਯਮਾਵਲੀ ਦੇ ਵਿੱਚ ਜਿਹੋ ਜਿਹੇ ਬੀਜ ਤੂੰ ਬੀਜੇਗਾ ਉਸੇ ਅਨੁਸਾਰ ਤੈਨੂੰ ਜਨਮ ਮਰਨ ਦਾ ਗੇੜ ਮਿਲਦਾ ਹੀ ਰਹੇਗਾ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਹੁਣ ਇੱਥੇ ਧਿਆਨ ਦੇਣਾ ਪਏਗਾ। ਵਿਸ਼ਰਾਮ, ਤੀਰਥ ਇੱਥੇ ਰੁਕਣਾ, ਫਿਰ ਤਪ ਇੱਥੇ ਵੀ ਰੁਕਣਾ ਪਏਗਾ, ਫਿਰ ਦਇਆ ਇੱਥੇ ਵੀ ਰੁਕਣਾ ਪਏਗਾ, ਫਿਰ ਦਤ ਦਾਨ, ਫਿਰ ਇੱਥੇ ਰੁਕਣਾ ਹੈ। ਮਹਾਰਾਜ ਜੀ ਕਹਿੰਦੇ ਨੇ ਕਿ ਸਭ ਤੋਂ ਪਵਿੱਤਰ ਕਰਮ ਕਿਹੜੇ ਮੰਨੇ ਜਾਂਦੇ ਨੇ? ਤੀਰਥਾਂ ਦੇ ਉੱਤੇ ਯਾਤਰਾ ਕਰਨੀ, ਫਿਰ ਉਸ ਯਾਤਰਾ ਦੌਰਾਨ ਰੱਬ ਰੱਬ ਕਰਨਾ, ਫਿਰ ਦੂਜੇ ਨੰਬਰ ਤੇ ਤਪ, ਤਪਾਂ ਦੀ ਸਾਧਨਾ ਕਰਨੀ ਕਿ ਚੌਂਕੜਾ ਮਾਰ ਕੇ ਬੈਠ ਜਾਣਾ, ਇੰਨੇ ਘੰਟੇ ਪਾਠ ਕਰਨਾ ਹੀ ਕਰਨਾ ਹੈ। ਤਪ ਸਾਧਨਾ, ਤੀਰਥ, ਤਪ, ਫਿਰ ਅੱਗੇ ਸ਼ਬਦ ਵਰਤਿਆ ਦਇਆ, ਫਿਰ ਜੀਵਾਂ ਤੇ ਦਇਆ ਕਰਨੀ। ਕਦੀ ਮਛਲੀਆਂ ਨੂੰ ਦਾਣਾ ਪਾਉਣਾ, ਕਦੀ ਪੰਛੀਆਂ ਨੂੰ ਦਾਣਾ ਪਾਉਣਾ, ਕਿਸੇ ਨੂੰ ਲੋੜ ਆ, ਕੋਈ ਪਰਸਨ ਨੀਡੀ ਪਰਸਨ ਆ, ਉਹਦੀ ਹੈਲਪ ਕਰਨੀ। ਕਹਿੰਦੇ ਦੂਜਿਆਂ ਦੀ ਦਇਆ ਕਰਨੀ। ਇਹ ਸਾਰੇ ਪਵਿੱਤਰ ਕਰਮ ਨੇ। ਦਤ ਦਾਨ, ਤੇ ਦੂਜਿਆਂ ਨੂੰ ਦਾਨ ਦੇਣਾ, ਗਰੀਬਾਂ ਬੰਦਿਆਂ ਨੂੰ ਜਾਂ ਫਿਰ ਲੋੜਵੰਦਾਂ ਨੂੰ। ਕਹਿੰਦੇ ਨੇ ਹੁਣ ਇਹ ਕਰਮ ਕਿਸੇ ਬੰਦੇ ਨੇ ਕੀਤੇ, ਤੀਰਥ, ਤਪ, ਦਇਆ, ਦਤ, ਦਾਨ, ਇਹਨੂੰ ਦਇਆ ਕਵਾਂਗੇ। ਦਇਆ, ਇਹਨੂੰ ਦਇਆ ਨਹੀਂ ਕਵਾਂਗੇ। ਜੇ ਦਇਆ ਕਹਾਂਗੇ ਫਿਰ ਦੱਦੇ ਨੂੰ ਸਿਹਾਰੀ ਪਏਗੀ। ਦਇਆ ਪੂਰੀ ਗੁਰਬਾਣੀ ਦੇ ਵਿੱਚ ਦਾਸ ਨੂੰ ਜਿਤਨੀ ਕੁ ਮਹਾਰਾਜ ਜੀ ਨੇ ਸੋਝੀ ਬਖਸ਼ੀ ਹੈ, ਸਾਰੀ ਦੀ ਸਾਰੀ ਅੰਮ੍ਰਿਤਮਈ ਬਾਣੀ ਵਿੱਚ ਕਿਤੇ ਵੀ ਸ਼ਬਦ ਦਇਆ ਨਹੀਂ ਹੈ, ਕਿਤੇ ਵੀ ਸ਼ਬਦ ਦਇਆ ਨਹੀਂ ਹੈ। ਸਾਰੀ ਬਾਣੀ ਵਿੱਚ ਦਇਆ ਹੈ। ਦੱਦਾ ਈੜੀ ਨੂੰ ਸਿਹਾਰੀ, ਐੜੇ ਨੂੰ ਕਰਨਾ, ਇਹਨੂੰ ਕਹਾਂਗੇ ਦਇਆ। ਦਇਆ ਇੱਕ ਦਇਆ, ਇੱਕ ਦਇਆ, ਇਸ ਨੂੰ ਕਹਾਂਗੇ ਤੀਰਥ, ਤਪ, ਦਇਆ, ਦਤ, ਦਾਨ। ਤੂੰ ਤੀਰਥਾਂ ਦੀ ਯਾਤਰਾ ਕੀਤੀ, ਤੂੰ ਤਪ ਵੀ ਸਾਧੇ, ਤਪੱਸਿਆ ਕੀਤੀ, ਤੂੰ ਦਇਆ ਵੀ ਕੀਤੀ ਜੀਵਾਂ ਦੇ ਉੱਤੇ, ਫਿਰ ਕਹਿੰਦੇ ਨੇ ਕਿ ਦਾਨ ਵੀ ਦਿੱਤਾ ਨੀਡੀ ਪਰਸਨ ਨੂੰ, ਜੇ ਕੋ ਪਾਵੇ ਤਿਲ ਕਾ ਮਾਨ। ਇੰਨੇ ਕਰਮ ਕਰਨ ਦੇ ਨਾਲ ਕੋਈ ਬਹੁਤੀ ਵਡਿਆਈ ਨਹੀਂ ਮਿਲਦੀ, ਬਹੁਤੀ ਵਡਿਆਈ ਨਹੀਂ ਮਿਲਦੀ, ਕਿਉਂਕਿ ਪਰਮੇਸ਼ਵਰ ਦੇ ਨਾਮ ਦੇ ਵਿੱਚ ਹੀ ਸਭ ਤੋਂ ਵੱਡੀ ਵਡਿਆਈ ਹੈ।
ਤੇ ਜੇਕਰ ਇੰਨੇ ਕਰਮ ਕਰਨ ਦੇ ਨਾਲ ਕਿਸ ਨੂੰ ਵਡਿਆਈ ਮਿਲੇਗੀ, ਮਹਾਰਾਜ ਜੀ ਕਹਿੰਦੇ ਤਿਲ ਕਾ ਮਾਨ। ਆਪ ਜੀ ਸਮਝਦੇ ਹੋ ਤਿਲ ਬਹੁਤ ਛੋਟਾ ਜਿਹਾ ਹੁੰਦਾ ਹੈ, ਕਹਿੰਦੇ ਤਿਲ ਮਾਤਰ ਵਡਿਆਈ ਮਿਲ ਸਕਦੀ ਹੈ। ਤੇ ਕਹਿੰਦੇ ਨੇ ਮਿਲ ਸਕਦੀ ਆ ਤੇ ਮਿਲਦੀ ਹੀ ਤਿਲ ਮਾਤਰ ਹੈ, ਇਸ ਤੋਂ ਵੱਧ ਕੇ ਨਹੀਂ, ਰੰਚਕ ਮਾਤਰ ਹੀ। ਅੱਗੇ ਮਹਾਰਾਜ ਜੀ ਸਾਨੂੰ ਸਮਝਾਉਂਦੇ ਹਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸੁਣਿਆ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਸ਼ਰਧਾ ਭਾਵਨਾ ਦੇ ਨਾਲ ਸੁਣਿਆ, ਫਿਰ ਅੱਗੇ ਮੰਨਿਆ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਸੁਣ ਕੇ ਮੰਨ ਲਿਆ ਕਿ ਸਾਰੀ ਸ਼ਕਤੀ ਪਰਮੇਸ਼ਵਰ ਦੇ ਨਾਮ ਦੇ ਵਿੱਚ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ। ਇਸ ਨੂੰ ਮਨ ਨਹੀਂ ਕਹਿਣਾ, ਕਿਉਂਕਿ ਮਨ ਕਹਾਂਗੇ ਫਿਰ ਮੰਮੇ ਅਲਫਾਜ਼ ਉੱਤੇ ਟਿੱਪੀ ਪਏਗੀ। ਇਸ ਨੂੰ ਕਹਾਂਗੇ ਪੋਲਾ ਮਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਪਰਮੇਸ਼ਵਰ ਦੇ ਨਾਮ ਨੂੰ ਸੁਣਿਆ ਸ਼ਰਧਾ ਨਾਲ, ਫਿਰ ਮੰਨਿਆ ਸਭ ਤੋਂ ਕੀਮਤੀ ਸਭ ਤੋਂ ਵਡਮੁੱਲਾ ਜਾਣਿਆ, ਫਿਰ ਮਨ ਕੀਤਾ ਭਾਉ, ਫਿਰ ਪਰਮੇਸ਼ਵਰ ਦਾ ਨਾਮ ਜਪ ਜਪ ਕੇ ਹਿਰਦੇ ਦੇ ਵਿੱਚ ਪਰਮੇਸ਼ਵਰ ਦਾ ਪਿਆਰ ਪੈਦਾ ਹੋਇਆ। ਤੇ ਜਿਸ ਵੇਲੇ ਇਹ ਤਿੰਨ ਦਾਤਾਂ ਕਿਸੇ ਦੇ ਹਿਰਦੇ ਵਿੱਚ ਵਰਤ ਜਾਣ, ਫਿਰ ਕਹਿੰਦੇ ਨੇ ਬਾਹਰ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ, ਅੰਤਰਗਤ ਤੀਰਥ ਮਲ ਨਹਾਓ। ਫਿਰ ਉਹ ਮਨੁੱਖ ਅੰਦਰੋਂ ਹੀ ਇਸ਼ਨਾਨ ਕਰਦਾ ਹੈ, ਜੋ ਕਰੋੜਾਂ ਜਨਮਾਂ ਦੀ ਮੈਲ ਹੈ ਅੰਦਰੋਂ ਹੀ ਧੋਤੀ ਜਾਂਦੀ ਹੈ। ਤੇ ਦਾਸ ਬੇਨਤੀ ਕਰੇ ਜੀ, ਮੈਲ ਇੱਥੋਂ ਹੀ ਸਮਝ ਲਈਏ ਕਿਸੇ ਪ੍ਰਕਾਰ ਦਾ ਦੁੱਖ, ਫਿਜ਼ੀਕਲੀ ਅਸੀਂ ਬਿਮਾਰ ਹੋ ਗਏ ਹਾਂ, ਦਿਮਾਗੀ ਤੌਰ 'ਤੇ ਪਰੇਸ਼ਾਨ ਹੋ ਗਏ ਹਾਂ, ਮਾਨਸਿਕ ਪੱਧਰ ਦੇ ਉੱਤੇ ਅਸੀਂ ਬਹੁਤ ਜ਼ਿਆਦਾ ਅਪਸੈਟ ਹੋ ਗਏ ਹਾਂ, ਸਾਡਾ ਮਨ ਬਹੁਤ ਦੌੜਦਾ ਹੈ, ਨੀਂਦ ਨਹੀਂ ਆਉਂਦੀ, ਤਰ੍ਹਾਂ ਤਰ੍ਹਾਂ ਦੇ ਦੁੱਖ ਵਿਆਪ ਰਹੇ ਨੇ। ਤੇ ਪੁੱਛੋ ਮਹਾਰਾਜ ਜੀ ਗਲਤੀ ਕਿਹਦੀ ਹੈ? ਜੇ ਬੱਚਾ ਦੁੱਖ ਦਿੰਦਾ ਹੈ, ਜਾਂ ਫਿਰ ਪਤੀ ਦੁੱਖ ਦਿੰਦਾ ਹੈ, ਜਾਂ ਫਿਰ ਪਤਨੀ ਦੁੱਖ ਦਿੰਦੀ ਹੈ, ਮਹਾਰਾਜ ਜੀ ਮੇਰਾ ਸਰੀਰ ਹੀ ਦੁੱਖ ਦੇਈ ਜਾਂਦਾ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਦੁੱਖ ਤੂੰ ਮਹਿਸੂਸ ਕਰਦਾ? ਹਾਂਜੀ ਮੈਂ ਹੀ ਕਰਦਾ ਜੀ, ਹੋਰ ਕਿਹਨੇ ਕਰਨਾ? ਜੇ ਤੈਨੂੰ ਦੁੱਖ ਪ੍ਰਤੀਤ ਹੁੰਦਾ ਹੈ, ਇਹਦਾ ਅਰਥ ਇਹ ਹੈ ਕਿ ਤੇਰੇ ਕਰਮਾਂ ਦੇ ਵਿੱਚ ਸੁਚੇਤਤਾ ਨਹੀਂ, ਤੇਰੇ ਕਰਮ ਮਲੀਨ ਨੇ। ਤੇ ਕਰਮਾਂ ਨੂੰ ਖਤਮ ਕਰ, ਤੂੰ ਜੜ ਨੂੰ ਖਤਮ ਕਰ। ਤੇ ਇਹ ਕਰਮ ਖਤਮ ਸਿਰਫ ਪਰਮੇਸ਼ਵਰ ਦੇ ਨਾਮ ਤੋਂ ਹੋਣੇ ਨੇ, ਨਾ ਤੇ ਡਾਲਰਾਂ ਦੇ ਨਾਲ ਹੋਣੇ ਨੇ, ਨਾ ਯੂਰੋ ਨਾਲ ਹੋਣੇ ਨੇ, ਤੇ ਨਾ ਹੀ ਸੋਨੇ ਹੀਰਿਆਂ ਨਾਲ ਹੋਣੇ ਨੇ। ਇਹ ਸਿਰਫ ਪਰਮੇਸ਼ਵਰ ਦੇ ਨਾਮ ਦੇ ਨਾਲ ਹੋਣੇ ਨੇ। ਤੇ ਜੇ ਤੈਨੂੰ ਗੁਰੂ ਦਾ ਹੁਕਮ ਮਿਲ ਗਿਆ ਤੇ ਦੱਸ ਇਸ ਤੋਂ ਵੱਡੀ ਦਾਤ ਕੀ ਹੈ? ਮਹਾਰਾਜ ਜੀ ਕਹਿੰਦੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਦੇਖੋ ਜੀ ਇੱਥੇ ਤੇ ਗੱਲ ਹੀ ਖਤਮ ਕਰ ਦਿੱਤੀ ਮਹਾਰਾਜ ਜੀ ਨੇ। ਮਹਾਰਾਜ ਜੀ ਕਹਿੰਦੇ ਨੇ ਸਾਰੀਆਂ ਇੱਛਾਵਾਂ ਦੀ ਪੂਰਤੀ ਹੋਏਗੀ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧਿਨ। ਤੂੰ ਕਹਿੰਦਾ ਕਿ ਕਾਮ ਧਿਨ ਗਊ ਹੁੰਦੀ ਹੈ, ਮੈਂ ਸ਼ਾਸਤਰਾਂ 'ਚ ਪੜ੍ਹਿਆ, ਮੈਂ ਪੁਰਾਣਾਂ 'ਚ ਪੜ੍ਹਿਆ, ਸਵਰਗ ਵਿੱਚ ਹੁੰਦੀ ਹੈ ਜੀ, ਉਹਦੇ ਕੋਲ ਜੋ ਮੰਗੋ ਮਿਲ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਪਰਮੇਸ਼ਵਰ ਦਾ ਨਾਮ ਹੀ ਕਾਮ ਧਿਨ ਗਊ ਸਮਝ। ਹੁਣ ਇਸ ਪੰਕਤੀ ਨੂੰ ਸ਼ਰਵਣ ਕੀਤਾ ਸੰਤ ਬਾਬਾ ਅਤਰ ਸਿੰਘ ਜੀ ਨੇ, ਤੇ ਉਹਨਾਂ ਨੇ ਉਸੇ ਵੇਲੇ ਹੱਥ ਜੋੜ ਕੇ ਨਮਸਕਾਰ ਕੀਤੀ। ਇਸ ਪੰਕਤੀ ਨੂੰ ਸ਼ਰਵਣ ਕਰਦਿਆਂ ਸਾਰੀ ਕਿ ਗੁਰੂ ਮਹਾਰਾਜ ਜੀ ਬਚਨ ਕਰ ਰਹੇ ਨੇ, ਇੱਛਾ ਪੂਰਕ ਸਰਬ ਸੁਖ ਦਾਤਾ, ਸਾਰੇ ਸੁੱਖ ਮਿਲਣਗੇ। ਸਰੀਰ ਦੇ ਸੁੱਖ, ਮਨ ਦੇ ਸੁੱਖ, ਆਤਮਾ ਦੇ ਸੁੱਖ, ਲੋਕ ਦੇ ਸੁੱਖ, ਪਰਲੋਕ ਦੇ ਸੁੱਖ, ਦ੍ਰਿਸ਼ਟਮਾਨ ਸੁੱਖ, ਅਦ੍ਰਿਸ਼ਟਮਾਨ ਸੁੱਖ ਸਾਰੇ ਮਿਲਦੇ ਨੇ। ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ। ਤੇ ਜੇ ਮਹਾਰਾਜ ਜੀ ਕਹਿ ਰਹੇ ਨੇ ਤੇ ਫਿਰ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਮਹਾਰਾਜ ਜੀ ਕਹਿੰਦੇ ਨੇ ਕਿ ਗੁਰੂ ਕੀ ਬਾਣੀ ਸਤ ਸਰੂਪ ਹੈ। ਤੇ ਜੇਕਰ ਸਤ ਸਰੂਪ ਹੈ ਤੇ ਸਿੱਖ ਭਰੋਸਾ ਕਰਕੇ ਫਿਰ ਗੁਰੂ ਕੀ ਬਾਣੀ ਦੇ ਉੱਤੇ ਪੂਰਨ ਵਿਸ਼ਵਾਸ ਧਾਰ ਕੇ ਸਿਮਰਨ ਵਾਲੇ ਪਾਸੇ ਤੁਰ ਪਵੇ। ਸਿਮਰਨ ਭਜਨ ਬੰਦਗੀ ਵਾਲੇ ਰਾਹ ਦੇ ਉੱਤੇ ਜਿਸ ਵੇਲੇ ਕਦਮ ਧਰੇਗਾ, ਮਹਾਰਾਜ ਜੀ ਨੇ ਬਖਸ਼ਿਸ਼ ਵਰਤਾਈ ਜਾਣੀ ਹੈ। ਇਹ ਭਰੋਸੇ ਦੀ ਸਾਰੀ ਗੱਲ ਹੈ ਨਾ ਜੀ। ਡਾਕਟਰ ਨੇ ਆਖਿਆ ਇਹ ਮੈਡੀਸਿਨ ਲੈ ਆਓ, ਇਹ ਮੈਡੀਸਿਨ, ਇਹ ਇੰਜੈਕਸ਼ਨ ਚਾਹੀਦੇ ਨੇ, ਤੇ ਆਕਸੀਜਨ ਲਾਉਣੀ ਪਏਗੀ। ਅਸੀਂ ਡਾਕਟਰ ਤੇ ਕਿੰਨਾ ਭਰੋਸਾ ਕਰਦੇ ਹਾਂ। ਤੁਸੀਂ ਜਿੰਨਾ ਪੈਸਾ ਕਹਿੰਦੇ ਹੋ ਅਸੀਂ ਸਾਰਾ ਲਾ ਦਿਆਂਗੇ, ਘਰ ਵੇਚ ਦਿਆਂਗੇ, ਕਾਰਾਂ ਵੇਚ ਦਿਆਂਗੇ, ਅਸੀਂ ਆਪਣਾ ਆਪ ਵੇਚ ਦਿਆਂਗੇ, ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਨੂੰ ਬਚਾਓ।
ਅਸੀਂ ਇਹ ਕਿਉਂ ਕਿਹਾ? ਕਿਉਂਕਿ ਸਾਨੂੰ ਡਾਕਟਰ ਤੇ ਭਰੋਸਾ ਹੈ। ਡਾਕਟਰ ਨੇ ਆਖਿਆ ਇਹ ਮੈਡੀਸਿਨ ਲਿਆਓ, ਅਸੀਂ ਮੈਡੀਸਿਨ ਉਹੀ ਲੈ ਕੇ ਆਉਂਦੇ ਕਿਉਂਕਿ ਭਰੋਸਾ ਹੈ। ਫਿਰ ਮੈਡੀਸਿਨ ਦਿੱਤੀ, ਫਿਰ ਅੰਦਰ ਓਪਰੇਟ ਹੁੰਦਾ ਪਿਆ, ਓਪਰੇਸ਼ਨ ਹੁੰਦਾ ਪਿਆ, ਤੇ ਅਸੀਂ ਬੜੇ ਭਰੋਸੇ ਨਾਲ ਬੈਠੇ ਹਾਂ ਕਿ ਉਹ ਦਵਾਈਆਂ ਪਹੁੰਚ ਗਈਆਂ, ਓਪਰੇਸ਼ਨ ਹੋ ਰਿਹਾ ਹੈ, ਠੀਕ ਹੋ ਜਾਣਾ। ਦੇਖੋ ਸੰਸਾਰੀ ਡਾਕਟਰ ਤੇ ਸਾਨੂੰ ਕਿੰਨਾ ਭਰੋਸਾ ਹੈ, ਸੰਸਾਰੀ ਵੈਦ ਤੇ ਕਿੰਨਾ ਭਰੋਸਾ ਹੈ, ਤੇ ਅਸੀਂ ਹਰ ਗੱਲ ਮੰਨਦੇ ਹਾਂ। ਤੇ ਸਿਰਫ ਅਸੀਂ ਜੇ ਕਿਸੇ ਦੀ ਨਹੀਂ ਮੰਨਦੇ ਤੇ ਗੁਰੂ ਦੀ ਹੀ ਨਹੀਂ ਮੰਨਦੇ। ਜੇ ਮੰਨਦੇ ਹੁੰਦੇ ਤੇ ਹੁਣ ਨੂੰ ਅਸੀਂ ਗੁਰੂ ਸਵਰੂਪ ਹੋ ਜਾਣਾ ਸੀ, ਸ਼ਬਦ ਦੀ ਤਾਕਤ ਸਾਡੇ ਅੰਦਰ ਵਰਤ ਜਾਣੀ ਸੀ, ਮਹਾਪ੍ਰਕਾਸ਼ ਦਾ ਸਾਡੇ ਅੰਦਰ ਪ੍ਰਗਟ ਹੋਣਾ ਸੀ। ਤੇ ਮਹਾਰਾਜ ਜੀ ਕਹਿੰਦੇ ਨੇ ਤੈਨੂੰ ਸੰਸਾਰ ਤੇ ਜਿੰਨਾ ਭਰੋਸਾ, ਕਿਤੇ ਰੰਚਕ ਮਾਤਰ ਆਪਣੇ ਗੁਰੂ ਤੇ ਕਰਤੇ ਸਹੀ। ਸੰਸਾਰੀ ਤੌਰ ਤੇ ਤੈਨੂੰ ਕਰੋੜਾਂ ਕਦਮ ਜਾਣਾ ਪੈਂਦਾ ਹੈ, ਗੁਰੂ ਵੱਲ ਤੂੰ ਇੱਕ ਕਦਮ ਚੱਲ, ਗੁਰੂ ਤੈਨੂੰ ਕਰੋੜਾਂ ਕਦਮ ਲੈਣ ਵਾਸਤੇ ਆਏਗਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੀਤ ਹੈ। ਇਸ ਕਰਕੇ ਸਾਡੇ ਅੰਦਰ ਭਰੋਸਾ ਬਣ ਜਾਏ। ਸਿਰਫ ਇੱਕ ਪੰਕਤੀ ਨੂੰ ਸ਼ਰਵਣ ਕਰਦਿਆਂ ਸਾਰ ਹੀ ਸਿੱਖ ਦੂਜੀ ਗੱਲ ਨਾ ਸੋਚੇ, ਦੂਜਾ ਖਿਆਲ ਨਾ ਲਿਆਵੇ। ਗੁਰੂ ਮਹਾਰਾਜ ਜੀ ਨੇ ਬਚਨ ਕਰ ਦਿੱਤਾ ਤੇ ਬਸ ਸਿੱਖ ਆਪਣਾ ਸਿਰ ਲਾ ਕੇ, ਸਿਰ ਧੜ ਦੀ ਬਾਜੀ ਲਾ ਕੇ ਗੁਰੂ ਦੇ ਹੁਕਮ ਨੂੰ ਕਮਾਵੇ। ਤੇ ਜਿਸ ਵੇਲੇ ਸਿੱਖ ਕਮਾਵੇਗਾ, ਹਰ ਥਾਂ ਦੇ ਉੱਤੇ, ਹਰ ਮੈਦਾਨ ਦੇ ਵਿੱਚ ਫਤਿਹ ਹੀ ਪ੍ਰਾਪਤ ਹੋਏਗੀ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਅੰਦਰੋਂ ਹੀ ਤੀਰਥ ਇਸ਼ਨਾਨ ਕਰੇਗਾ। ਬਾਹਰ ਦੇ ਤੀਰਥ ਇਸ਼ਨਾਨ ਦੇ ਨਾਲ ਬਾਹਰੋਂ ਮੈਲ ਧੁੱਪਦੀ ਹੈ, ਤੇ ਗੁਰੂ ਦੇ ਸ਼ਬਦ ਨੂੰ ਜਿਸ ਵੇਲੇ ਤੂੰ ਜਪੇਗਾ, ਤੇਰੇ ਅੰਦਰ ਹੀ ਤੀਰਥ ਦਾ ਜਨਮ ਹੋਏਗਾ, ਤੇਰੇ ਅੰਦਰ ਹੀ ਤੇਰੇ ਮਨ ਦੀ ਮੈਲ ਧੋਤੀ ਜਾਏਗੀ। ਸਭ ਗੁਣ ਤੇਰੇ ਮੈਂ ਨਾਹੀ ਕੋਇ, ਵਿਣ ਗੁਣ ਕੀਤੇ ਭਗਤ ਨਾ ਹੋਏ। ਮਹਾਰਾਜ ਜੀ ਵੇਖੋ ਇੱਥੇ ਸਾਡੀ ਹਉਮੈ ਦਾ ਫਿਰ ਨਾਸ਼ ਕਰਦੇ ਨੇ। ਆਪ ਜੀ ਤਵੱਜੋ ਬਖਸ਼ਿਓ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ। ਜਿਸ ਮਨੁੱਖ ਨੇ ਸੁਣ ਲਿਆ, ਜਿਸ ਮਨੁੱਖ ਨੇ ਮੰਨ ਲਿਆ, ਜਿਸ ਮਨੁੱਖ ਨੇ ਅੰਦਰੋਂ ਪ੍ਰੇਮ ਪੈਦਾ ਕੀਤਾ, ਨਾਮ ਜਪਿਆ, ਤੇ ਉਹਦੇ ਅੰਦਰ ਦੀ ਮੈਲ ਧੁੱਪ ਗਈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਇਹ ਸੁਣਨ ਦਾ ਗੁਣ ਕਿਹਨੇ ਦਿੱਤਾ ਜੀ? ਕੀ ਅਸੀਂ ਫੁੱਫੜ ਕੋ ਲੈ ਕੇ ਆਏ ਹਾਂ, ਜਾਂ ਫਿਰ ਮਾਮੇ ਕੋ ਲੈ ਕੇ ਆਏ ਹਾਂ, ਜਾਂ ਫਿਰ ਪੈਦਾ ਹੋਣ ਤੋਂ ਬਾਅਦ ਮਾਤਾ ਨੂੰ ਆਖਿਆ ਕਿ ਮੈਨੂੰ ਅੱਧਾ ਕੁ ਕਿਲੋ ਗੁਣ ਦੇ ਦੇ ਸੁਣਨ ਦਾ, ਜਾਂ ਫਿਰ ਮੈਨੂੰ 10-15 ਦਿਨ ਵਾਸਤੇ ਸੁਣਨ ਦੀ ਤਾਕਤ ਦੇ ਦੇ। ਮਹਾਰਾਜ ਜੀ ਕਹਿੰਦੇ ਨੇ ਸੁਣਨ ਦੀ ਤਾਕਤ, ਸੁਣਨ ਵਾਲਾ ਗੁਣ ਕਿਹਨੇ ਦਿੱਤਾ? ਪਰਮੇਸ਼ਵਰ ਨੇ। ਤੂੰ ਰਸਨਾ ਨਾਲ ਜਪਿਆ, ਇਹ ਰਸਨਾ ਕਿਹਨੇ ਦਿੱਤੀ? ਪਰਮੇਸ਼ਵਰ ਨੇ। ਹੁਣ ਇਹ ਰਸਨਾ ਵਰਕ ਕਰਦੀ ਪਈ ਹੈ, ਔਨ ਡਿਊਟੀ ਹੈ, ਇਹ ਸ਼ਕਤੀ ਕਿਹਨੇ ਦਿੱਤੀ? ਪਰਮੇਸ਼ਵਰ ਨੇ। ਤੇ ਜਦ ਸੁਣਨ ਦੀ ਤਾਕਤ, ਸੁਣਨ ਦਾ ਗੁਣ ਪਰਮੇਸ਼ਵਰ ਜੀ ਨੇ ਦਿੱਤਾ, ਬੋਲਣ ਦਾ ਗੁਣ ਪਰਮੇਸ਼ਵਰ ਜੀ ਨੇ ਦਿੱਤਾ, ਸੁਰਤ ਦਾ ਗੁਣ ਪਰਮੇਸ਼ਵਰ ਜੀ ਨੇ ਦਿੱਤਾ, ਨਾਮ ਜਪਣ ਦਾ ਗੁਣ ਪਰਮੇਸ਼ਵਰ ਜੀ ਨੇ ਦਿੱਤਾ, ਤੇ ਜਿਹੜੇ ਤੂੰ ਗੁਰੂ ਕੇ ਸ਼ਬਦ ਨੂੰ ਪੜ੍ਹਦਾ ਪਿਆ, ਇਹ ਨੇਤਰ ਵੀ ਪਰਮੇਸ਼ਵਰ ਜੀ ਨੇ ਦਿੱਤੇ। ਤੇ ਦੱਸ ਤੇਰਾ ਕੋਈ ਗੁਣ ਹੈ? ਸਭ ਗੁਣ ਤੇਰੇ ਮੈਂ ਨਾਹੀ ਕੋਈ। ਹੇ ਦਾਤਾ ਜੀ, ਹੁਣ ਅੰਦਰੋਂ ਜਿਸ ਵੇਲੇ ਮੈਲ ਉਤਰੀ, ਹੁਣ ਪਤਾ ਲੱਗਾ ਮੇਰੇ ਵਿੱਚ ਤੇ ਗੁਣ ਹੈ ਹੀ ਕੋਈ ਨਹੀਂ। ਇਹ ਸਾਰੇ ਗੁਣ ਤੇ ਪਰਮੇਸ਼ਵਰ ਜੀ ਨੇ ਦਿੱਤੇ, ਤੇ ਜਦ ਹੈ ਹੀ ਸਾਰੇ ਗੁਣ ਉਹਦੇ, ਤੇ ਫਿਰ ਅਸੀਂ ਕਿਸ ਗੱਲ ਦੀ ਈਗੋ ਦੇ ਵਿੱਚ ਫਸੇ ਪਏ ਹਾਂ? ਅਸੀਂ ਕਿਸ ਗੱਲ ਦੀ ਹਉਮੈ ਕਰਦੇ ਪਏ ਹਾਂ? ਪਿੱਛੇ ਜਿਹੇ ਘਟਨਾ ਵਾਪਰੀ ਸੀ, ਕਹਿੰਦੇ ਨੇ ਟਰਾਲਾ ਪਲਟ ਗਿਆ ਜੀ ਅਮਰੀਕਾ ਦੇ ਵਿੱਚ। ਤੇ ਜਿਸ ਵੇਲੇ ਪੁੱਛਿਆ ਗਿਆ ਕਿ ਟਰਾਲਾ ਪਲਟ ਗਿਆ, ਤੇ ਜੋ ਡਰਾਈਵਰ ਸੀ ਉਹ ਗੋਰਾ ਸੀ। ਕੁਦਰਤੀ ਗੱਲ, ਡਰਾਈਵਰ ਨੂੰ ਕੁਝ ਨਹੀਂ ਹੋਇਆ, ਟਰਾਲਾ ਪਲਟ ਗਿਆ। ਡਰਾਈਵਰ ਨੂੰ ਪੁੱਛਿਆ ਹੋਇਆ ਕਿ ਤੈਨੂੰ ਦਿਸਿਆ ਨਹੀਂ? ਸਾਰਾ ਰੋਡ ਖਾਲੀ ਸੀ, ਕੋਈ ਸਨੋ ਨਹੀਂ ਸੀ ਜੰਮੀ, ਕੁਝ ਵੀ ਨਹੀਂ ਸੀ, ਤੇ ਫੇਰ ਵੀ ਤੇਰਾ ਟਰਾਲਾ ਕਿਉਂ ਪਲਟਿਆ? ਅੱਗੋਂ ਪਤਾ ਕੀ ਕਹਿਣ ਲੱਗਾ? ਉਹ ਕਹਿਣ ਲੱਗਾ ਮੇਰਾ ਬਲੱਡ ਪ੍ਰੈਸ਼ਰ ਵੱਧ ਗਿਆ, ਬਲੱਡ ਪ੍ਰੈਸ਼ਰ ਵੱਧ ਗਿਆ, ਮੇਰਾ ਦਿਮਾਗ ਸੁੰਨ ਹੋ ਗਿਆ, ਤੇ ਜਿੱਥੇ ਹੱਥ ਸੀ ਉੱਥੇ ਹੀ ਰਹਿ ਗਿਆ। ਗੱਲ ਤੇ ਆਮ ਜੀ ਲੱਗਦੀ ਹੈ, ਪਰ ਆਪ ਜੀ ਰੂਹਾਨੀ ਜੀਵਨ ਵੱਲ ਲੈ ਕੇ ਜਾਓ। ਬੰਦੇ ਦੇ ਵੱਸ ਇੰਨਾ ਵੀ ਨਹੀਂ ਕਿ ਹੱਥ ਰੱਖਿਆ ਸਟੀਅਰਿੰਗ ਦੇ ਉੱਤੇ, 1 ਸੈਂਟੀਮੀਟਰ ਖੱਬੇ ਕਰ ਲਵੇ ਤੇ 1 ਸੈਂਟੀਮੀਟਰ ਸੱਜੇ ਕਰ ਲਵੇ, ਸਾਰੇ ਗੁਣ ਉਹਦੇ ਦਿੱਤੇ ਹੋਏ। ਤੇ ਹੁਣ ਬੰਦੇ ਨੂੰ ਇੱਕ ਖਿਆਲ ਹੁੰਦਾ ਟਰਾਲਾ ਮੈਂ ਚਲਾਉਂਦਾ, ਕਾਰ ਮੈਂ ਚਲਾਉਂਦਾ,
ਜਦੋਂ ਮੈਲ ਅੰਦਰ ਹੈ ਫਿਰ ਆਪਾ ਭਾਵ ਕਰਤਾ ਭਾਵ ਰਹਿੰਦਾ ਹੈ। ਜਿਸ ਵੇਲੇ ਉਹ ਖੇਡ ਵਰਤ ਜਾਂਦੀ, ਖੇਡ ਵਰਤਾ ਦਿੰਦਾ, ਫਿਰ ਪਤਾ ਲੱਗਦਾ ਮੈਂ ਤੇ ਕੁਝ ਵੀ ਨਹੀਂ ਕਰਦਾ। ਅਸੀਂ ਪੜ੍ਹਾਈ ਕੀਤੀ, ਜੇਕਰ ਪਰਮੇਸ਼ਵਰ ਜੀ ਨੇ ਸੁਰਤ ਦਿੱਤੀ, ਦਿਮਾਗ ਦਿੱਤਾ ਤਾਂ ਹੀ ਤੇ ਕੀਤੀ। ਤੇ ਕੀਤੀ ਕਿਨੇ? ਪਰਮੇਸ਼ਵਰ ਜੀ ਨੇ। ਕਰਾਈ ਕਿਨੇ? ਪਰਮੇਸ਼ਵਰ ਜੀ ਨੇ। ਅਸੀਂ ਐਵੇਂ ਆਪਣੇ ਆਪ ਨੂੰ ਵਿੱਚ ਲਿਆ ਕੇ ਤੇ ਆਪਣੇ ਆਪ ਫਸਾਇਆ ਪਿਆ। ਸਮਾਂ ਆਉਂਦਾ ਹੈ ਫਿਰ ਇੰਜ ਮਹਿਸੂਸ ਹੁੰਦਾ ਹੈ, ਹਾਸਾ ਆ ਜਾਂਦਾ ਹੈ ਆਪਣੇ ਆਪ ਉੱਤੇ। ਇਸ ਨੂੰ ਕਹਿੰਦੇ ਨੇ ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਏ। ਕਹਿੰਦੇ ਨੇ ਕਿ ਫਿਰ ਪਤਾ ਲੱਗਦਾ ਹੈ, ਫਿਰ ਰੱਬ ਦੇ ਪ੍ਰੇਮ ਦੇ ਵਿੱਚ ਹਾਸਾ ਨਿਕਲ ਜਾਂਦਾ ਹੈ। ਤੂੰ ਇੰਨਾ ਮੂਰਖ ਸੀ, ਇੰਨਾ ਕਮਲਾ ਸੀ, ਤੂੰ ਸੋਚਦਾ ਹੀ ਘਰ ਮੈਂ ਪਾਲਦਾ ਪਿਆ। ਵੇਖ ਪਿਛਲੇ ਜਨਮਾਂ ਦੇ ਵਿੱਚ ਕਿੰਨੀ ਵਾਰੀ ਮਰਿਆ, ਕੀ ਤੇਰਾ ਸਾਰਾ ਪਰਿਵਾਰ ਮਰ ਮੁੱਕ ਗਿਆ? ਤੂੰ ਸੋਚਦਾ ਸੀ ਕਿ ਜੇ ਮੈਂ ਚੜ੍ਹਾਈ ਕਰ ਗਿਆ ਤੇ ਮੇਰੇ ਬੱਚੇ ਨੂੰ, ਮੇਰੀ ਬੱਚੀ ਨੂੰ ਪਾਣੀ ਕੌਣ ਪਾਏਗਾ? ਦੇਖ ਪਿਛਲੇ ਜਨਮਾਂ ਦੇ ਵਿੱਚ ਤੂੰ ਮਰ ਗਿਆ, ਉਹਨਾਂ ਨੂੰ ਪਾਣੀ ਪਾਉਣ ਵਾਲੇ ਬਹੁਤ ਨੇ। ਐਵੇਂ ਭੁਲੇਖੇ ਵਿੱਚ ਜਿਉਂਦਾ ਪਿਆ। ਰੰਗ ਹੱਸੈ ਰੰਗ ਰੋਵੈ। ਫਿਰ ਬੰਦੇ ਨੂੰ ਰੋਣਾ ਆਉਂਦਾ ਹੈ ਕਿ ਮੇਰੇ ਇੰਨੇ ਮਾੜੇ ਕਰਮ। ਚੁੱਪ ਭੀ ਕਰ ਜਾਏ, ਫਿਰ ਚੁੱਪ ਹੋਣਾ ਵੀ ਉਹਦੇ ਰੰਗ ਵਿੱਚ ਹੋ ਜਾਂਦਾ ਹੈ, ਕਿਉਂਕਿ ਫਿਰ ਅੰਦਰ ਰਸ ਇੰਨਾ ਪੈਦਾ ਹੋ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਨੇ ਪ੍ਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਪਰ ਇਹ ਬਖਸ਼ਿਸ਼ ਗੁਰੂ ਵਰਤੋਂਦਾ। ਸਭ ਗੁਣ ਤੇਰੇ ਮੈਂ ਨਾਹੀ ਕੋਏ। ਮੇਰਾ ਕੋਈ ਗੁਣ ਨਹੀਂ ਮਹਾਰਾਜ ਜੀ। ਜੇ ਕਹੀਏ ਕਿ ਮੈਂ ਤੇਰੇ ਗੁਰੂ ਘਰ ਗਿਆ ਜੀ ਵੀਕਐਂਡ ਤੇ, ਜਾਂ ਫਿਰ ਰੋਜ਼ ਜਾਣਾ, ਪੈਰ ਕਿਹਨੇ ਦਿੱਤੇ? ਲੱਤਾਂ ਕਿਹਨੇ ਦਿੱਤੀਆਂ? ਇਹ ਸ਼ਕਤੀ ਕਿਹਨੇ ਦਿੱਤੀ? ਮਹਾਰਾਜ ਜੀ ਨੇ। ਤੇ ਇਸੇ ਕਰਕੇ ਅਰਦਾਸ ਵਿੱਚ ਅਸੀਂ ਕਹਿੰਦੇ ਹਾਂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਨਾਲ, ਆਪ ਜੀ ਵਿੱਚ ਵਰਤ ਕੇ ਆਪ ਜੀ ਨੇ ਆਪਣੀ ਬਾਣੀ ਦਾ ਜਾਪ ਆਪ ਹੀ ਕਰਾਇਆ। ਜਿੰਨਾ ਚਿਰ ਬੁੱਧੀ ਵਿੱਚੋਂ ਸ਼ਬਦ ਨਿਕਲਣਗੇ ਓਨਾ ਚਿਰ ਇੰਜ ਲੱਗੇਗਾ ਕਿ ਇਹ ਟ੍ਰੈਡੀਸ਼ਨਲ ਅਰਦਾਸ ਹੈ, ਅਸੀਂ ਰੀਤੀ ਰਿਵਾਜ ਪੂਰਾ ਕਰਦੇ ਪਏ ਹਾਂ। ਜਿਸ ਵੇਲੇ ਅੰਦਰੋਂ ਮੈਲ ਖਤਮ ਹੁੰਦੀ ਹੈ ਤੇ ਉਸ ਵੇਲੇ ਇੰਜ ਲੱਗਦਾ ਹੈ ਕਿ ਅਸਲ ਵਿੱਚ ਇਹ ਅਰਦਾਸ ਵੀ ਉਹਦੀ ਸਿਫਤ ਸਲਾਹ ਬਣ ਜਾਂਦੀ ਹੈ ਕਿ ਵਾਕਈ ਦਾਤਿਆ ਸੱਚ ਤਾਂ ਇਹੀ ਸੀ, ਬਾਕੀ ਜੋ ਅਸੀਂ ਸੋਚਦੇ ਸੀ ਸਭ ਝੂਠ ਸੀ। ਉਹਦੀ ਬਖਸ਼ਿਸ਼ ਵਰਤਦੀ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ। ਸਾਰੇ ਗੁਣ ਹੀ ਤੇਰੇ ਨੇ। ਵਿਣ ਗੁਣ ਕੀਤੇ ਭਗਤ ਨਾ ਹੋਏ। ਤੇ ਜਿੰਨਾ ਚਿਰ ਮਹਾਰਾਜ ਜੀ ਅੰਦਰੋਂ ਸ਼ੁਭ ਗੁਣ ਪ੍ਰਗਟ ਨਾ ਹੋਣ, ਬਾਹਰ ਦੇ ਗੁਣਾਂ ਦੇ ਰਾਹੀ ਅਸੀਂ ਅੰਦਰੋਂ ਸ਼ੁਭ ਗੁਣ ਪ੍ਰਗਟ ਨਾ ਕਰ ਸਕੀਏ, ਉਹਨਾਂ ਚਿਰ ਭਗਤੀ ਕਿਵੇਂ ਹੋ ਸਕਦੀ ਹੈ ਜੀ? ਕੰਨਾਂ ਦੇ ਨਾਲ ਅਸੀਂ ਸੁਣ ਸੁਣ ਕੇ ਫਿਰ ਅੰਦਰੋਂ ਜੋ ਪ੍ਰਕਾਸ਼ ਪੈਦਾ ਹੁੰਦਾ ਹੈ ਉਹ ਹੁੰਦਾ ਹੈ ਦਇਆ, ਧਰਮ, ਧੀਰਜ, ਸੱਤ, ਸੰਤੋਖ। ਇਹਨਾਂ ਸ਼ੁਭ ਗੁਣਾਂ ਦਾ ਪੈਦਾ ਹੋਣਾ ਹੁੰਦਾ ਹੈ। ਤੇ ਇਹ ਸ਼ੁਭ ਗੁਣ ਕੌਣ ਪੈਦਾ ਕਰਦਾ ਹੈ? ਜਿਸ ਨੇ ਗੁਣ ਦਿੱਤੇ ਨੇ। ਤੇ ਜਿਸ ਵੇਲੇ ਕੋਈ ਬੰਦਾ ਇਹ ਕਹਿ ਦੇਵੇ ਕਿ ਦੇਖੋ ਜੀ ਇਹ ਬੰਦਾ ਕੋਮਾ ਵਿੱਚ ਪਿਆ, ਇਸ ਬੰਦੇ ਨੂੰ ਲੰਮੇ ਵੀ ਕਿਸੇ ਨੇ ਪਾਇਆ, ਬਿਠਾਇਆ ਵੀ ਕਿਸੇ ਨੇ, ਇਸ ਬੰਦੇ ਨੂੰ ਬਸਤਰ ਵੀ ਕਿਸੇ ਨੇ ਪਵਾਏ, ਇਸ ਬੰਦੇ ਨੂੰ ਖਵਾਇਆ ਵੀ ਕਿਸੇ ਨੇ, ਤੇ ਕੀ ਕੋਮਾ ਵਿੱਚ ਗਿਆ ਬੰਦਾ ਕਹਿ ਸਕਦਾ ਹੈ ਜੀ ਮੈਂ ਹੀ ਸਾਰਾ ਕੁਝ ਕੀਤਾ ਹੈ? ਸਾਡਾ ਹਾਲ ਵੈਸਾ ਹੈ। ਅਸੀਂ ਬੇਹੋਸ਼ ਹਾਂ ਸੰਪੂਰਨ ਤੌਰ ਤੇ। ਇਸੇ ਕਰਕੇ ਅਸੀਂ ਸੋਚਦੇ ਹਾਂ ਕਿ ਅਸੀਂ ਸਾਰਾ ਕੁਝ ਕਰ ਰਹੇ ਹਾਂ, ਅਸਲ ਵਿੱਚ ਅਸੀਂ ਕਰਦੇ ਨਹੀਂ ਪਏ, ਇਹ ਸਭ ਹੋ ਰਿਹਾ ਹੈ। ਸਵਾਸ ਅਸੀਂ ਖਿੱਚਦੇ ਥੋੜ੍ਹਾ ਪਏ ਹਾਂ। ਅਸੀਂ ਕਿਤੇ ਸੌਣ ਵੇਲੇ ਇਹ ਥੋੜ੍ਹਾ ਕਹਿੰਦੇ ਹਾਂ ਉਹ ਨਹੀਂ ਜੇ ਕਿਤੇ ਸੌਂ ਗਏ ਨਾ ਤੇ ਸਾਹ ਖਿੱਚਣਾ ਭੁੱਲ ਜਾਵਾਂਗੇ, ਤੇ ਜੇ ਖਿੱਚ ਲਿਆ ਤੇ ਜੇ ਕਿਤੇ ਉਹ ਸਾਹ ਛੱਡਿਆ ਨਾ ਤੇ ਕਿਤੇ ਪੇਟ ਹੀ ਨਾ ਫਟ ਜਾਏ। ਇਸ ਕਰਕੇ ਸਾਹ ਖਿੱਚਣਾ ਵੀ ਯਾਦ ਰੱਖਣਾ ਹੈ। ਇਨਹੇਲ ਐਕਸਹੇਲ ਇਹ ਅਸੀਂ ਕੰਟੀਨਿਊਟੀ ਦੇ ਨਾਲ ਯਾਦ ਰੱਖਣਾ ਹੈ। ਤੇ ਅਸੀਂ ਸਾਹ ਲੈਂਦੇ ਰਹਿਣਾ ਹੈ। ਅਸੀਂ ਸਾਹ ਨਹੀਂ ਲੈਂਦੇ, ਉਹ ਪਰਮੇਸ਼ਵਰ ਸਾਹ ਦਿੰਦਾ ਹੈ। ਤੇ ਜੇ ਕਿਤੇ ਅਸੀਂ ਸਾਹ ਲੈਂਦੇ ਹੁੰਦੇ ਨਾ ਤੇ ਫਿਰ ਪਤਾ ਕੀ ਹੋਣਾ ਸੀ? ਫਿਰ ਅਸੀਂ 24 ਘੰਟੇ ਇਹੀ ਖਿਆਲ ਰੱਖਣਾ ਸੀ ਕਿ ਅਸੀਂ ਸਾਹ ਲੈਣਾ ਕਦੋਂ ਹੈ, ਅਸੀਂ ਸਾਹ ਛੱਡਣਾ ਹੈ। ਨਾ ਅਸੀਂ ਕਿਸੇ ਨਾਲ ਗੱਲ ਕਰ ਸਕਦੇ ਸੀ, ਨਾ ਕੋਈ ਕੰਮ ਧੰਦਾ ਕਰ ਸਕਦੇ ਸੀ, ਨਾ ਸੌਂ ਸਕਦੇ ਸੀ। ਸਾਡਾ ਖਿਆਲ ਉਹ ਸਾਹਾਂ 'ਚ ਹੀ ਰਹਿਣਾ ਸੀ। ਇਹ ਤਾਂ ਪਰਮੇਸ਼ਵਰ ਜੀ ਦੇ ਰਹੇ ਨੇ। ਬੰਦਾ ਬੇਹੋਸ਼ ਹੋ ਗਿਆ, ਸਾਹ ਫਿਰ ਵੀ ਆਉਂਦੇ ਪਏ ਨੇ।
ਬੰਦਾ ਗੱਲ ਕਰ ਰਿਹਾ, ਸਾਹ ਫੇਰ ਵੀ ਆ ਰਹੇ ਨੇ। ਬੰਦਾ ਸੁੱਤਾ ਪਿਆ, ਸਾਹ ਫੇਰ ਵੀ ਆ ਰਹੇ ਨੇ। ਇਹਦਾ ਮਤਲਬ ਇਹ ਹੈ ਕਿ ਦੇਣ ਵਾਲਾ ਕੋਈ ਹੋਰ ਹੈ, ਵਰਤਣ ਵਾਲਾ ਕੋਈ ਹੋਰ ਹੈ। ਉਹ ਪਰਮੇਸ਼ਵਰ ਹੀ ਵਰਤਦਾ ਹੈ। ਇਸੇ ਨੂੰ ਕਹਿੰਦੇ ਨੇ ਪਵਨ ਗੁਰੂ। ਇਹ ਜੋ ਪਵਨ ਹੈ, ਜੋ ਸਾਹ ਹੈ, ਜਿਸ ਤਰ੍ਹਾਂ ਸਿੱਖ ਦੀ ਪਾਲਣਾ ਇੱਕ ਗੁਰੂ ਕਰਦਾ ਹੈ, ਇਸੇ ਤਰ੍ਹਾਂ ਗੁਰੂ ਵਰਤਦਾ ਹੈ ਵੱਖ-ਵੱਖ ਰੂਪਾਂ ਦੇ ਵਿੱਚ। ਕਹਿਣ ਲੱਗੇ ਇਸ ਹਵਾ ਕਰਕੇ ਤੈਨੂੰ ਸਾਹ ਮਿਲਦਾ ਪਿਆ ਹੈ, ਇਹ ਸਾਹ ਤੂੰ ਗੁਰੂ ਸਮਝ। ਖੈਰ ਬਹੁਤੇ ਵਿਸਥਾਰ 'ਚ ਨਾ ਜਾਈਏ। ਮਹਾਰਾਜ ਜੀ ਫਰਮਾਉਂਦੇ ਨੇ, ਵਿਣ ਗੁਣ ਕੀਤੇ ਭਗਤ ਨਾ ਹੋਏ। ਬਿਨਾ ਅੰਦਰ ਸ਼ੁਭ ਗੁਣ ਪ੍ਰਗਟ ਹੋਏ ਭਗਤੀ ਨਹੀਂ ਹੋ ਸਕਦੀ। ਸ਼ੁਭ ਗੁਣ ਹਨ ਉਹਦੇ, ਉਹ ਗੁਣੀ ਨਿਧਾਨ ਹੈ। ਇਸ ਕਰਕੇ ਇੱਕ ਇੱਕ ਗੁਣ ਜਿਸ ਵੇਲੇ ਇਕੱਤਰ ਹੁੰਦਾ ਹੈ, ਫਿਰ ਗੁਣੀ ਨਿਧਾਨ ਦੇ ਨਾਲ ਸਾਂਝ ਪੈ ਜਾਂਦੀ ਹੈ। ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਇੱਥੇ ਇਹ ਅਲਫਾਜ਼ ਅਸੀਂ ਬਹੁਤ ਵਾਰੀ ਪੜ੍ਹਦੇ ਹਾਂ। ਆਪ ਜੀ ਸਾਰੇ ਤਵੱਜੋ ਬਖਸ਼ਿਓ। ਸੋ ਅਸਤ ਕਹਿਣਾ ਹੈ, ਪ੍ਰੈਕਟਿਸ ਕਰਿਓ। ਸੋ ਅਸਤ, ਸੋ ਅਸਤ। ਅਕਸਰ ਅਸੀਂ ਸਵਸਤ ਪੜ੍ਹ ਦਿੰਦੇ ਹਾਂ। ਸੱਸੇ ਨੂੰ ਔਂਕੜ ਅੱਗੇ ਐੜੇ ਥਾਂ ਤੇ ਵਵਾ ਬੋਲਿਆ ਜਾਂਦਾ ਹੈ। ਸਵਸਤ ਇੰਜ ਨਹੀਂ ਪੜ੍ਹਨਾ। ਇਹਦਾ ਅਭਿਆਸ ਕੀਤਾ ਜਾਏ। ਸੋ ਅਸਤ, ਸਵਸਤ, ਸਵਸਤ ਪੋਲਾ ਪੜ੍ਹਨਾ ਹੈ, ਜਿਸ ਵੇਲੇ ਅਸਤ ਪੜ੍ਹਨਾ ਹੈ। ਸਵਸਤ ਦਾ ਅਰਥ ਹੈ ਜਿਸ ਵੇਲੇ ਕਿਸੇ ਦੀ ਸਿਫਤ ਕੀਤੀ ਜਾਵੇ। ਜਿਵੇਂ ਕਿਸੇ ਨੂੰ ਕਹਿਣਾ ਹੋਵੇ ਕਿ ਤੁਹਾਡੀ ਸਦਾ ਹੀ ਜੈ ਜੈਕਾਰ ਹੋਵੇ, ਜਾਂ ਫਿਰ ਕਿਸੇ ਨੂੰ ਇਹ ਕਹਿਣਾ ਹੋਵੇ ਕਿ ਤੁਸੀਂ ਬਹੁਤ ਵੱਡੇ ਹੋ, ਤੁਸੀਂ ਸਭ ਤੋਂ ਵੱਡੇ ਹੋ, ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਹਾਂ ਤੇ ਤੁਹਾਡਾ ਮੈਨੂੰ ਆਸਰਾ ਚਾਹੀਦਾ ਹੈ। ਮੈਂ ਤੁਹਾਡੇ ਤੋਂ ਬਿਨਾਂ ਕਿਸੇ ਤਰ੍ਹਾਂ ਨਾਲ ਵੀ ਸਰਵਾਈਵ ਨਹੀਂ ਕਰ ਸਕਦਾ, ਕਿਸੇ ਤਰ੍ਹਾਂ ਨਾਲ ਵੀ ਜੀ ਨਹੀਂ ਸਕਦਾ। ਇਸ ਨੂੰ ਕਹਿੰਦੇ ਨੇ ਸਵਸਤ। ਹੇ ਪ੍ਰਭੂ ਜੀ, ਤੁਹਾਡੀ ਸਦਾ ਹੀ ਜੈ ਹੈ, ਸੀ ਤੇ ਹੋਵੇਗੀ। ਸੋ ਅਸਤ ਅੱਗੇ ਸ਼ਬਦ ਹੈ ਆਥ ਬਾਣੀ ਬਰਮਾਓ, ਤੇ ਬਰਮਾਓ ਦਾ ਅਰਥ ਹੈ ਬ੍ਰਹਮਾ ਜੀ। ਕਹਿਣ ਲੱਗੇ ਹੇ ਪਰਮੇਸ਼ਵਰ ਜੀ, ਤੁਸੀਂ ਆਪ ਹੀ ਮਾਇਆ ਸਵਰੂਪ ਹੋ। ਮਾਇਆ ਵੀ ਤੁਸਾਂ ਨੇ ਪੈਦਾ ਕੀਤੀ। ਤੁਹਾਡੀ ਸਦਾ ਹੀ ਜੈ ਹੋਵੇ। ਤੁਸੀਂ ਆਪ ਹੀ ਬਾਣੀ ਸਵਰੂਪ ਹੋ, ਤੁਸੀਂ ਆਪ ਹੀ ਬ੍ਰਹਮਾ ਸਵਰੂਪ ਹੋ। ਇਸ ਦਾ ਅਰਥ ਕੀ ਹੈ? ਸ੍ਰਿਸ਼ਟੀ ਨੂੰ ਕਿਹਨੇ ਬਣਾਇਆ? ਪਰਮੇਸ਼ਵਰ ਜੀ ਨੇ। ਤੇ ਸ੍ਰਿਸ਼ਟੀ ਨੂੰ ਬਣਾਉਣ ਵੇਲੇ 3 ਗੁਣ ਪੈਦਾ ਕੀਤੇ, ਰਜੋ ਤਮੋ ਸਤੋ। ਤੇ ਇਹ 3 ਗੁਣ ਕਿੱਥੋਂ ਪੈਦਾ ਹੋਏ? ਮਾਇਆ ਵਿੱਚੋਂ। ਤੇ ਕਹਿੰਦੇ ਨੇ ਇਹ ਸ੍ਰਿਸ਼ਟੀ ਬਣਾਉਣ ਵੇਲੇ ਪਰਮੇਸ਼ਵਰ ਜੀ ਨੇ ਮਾਇਆ ਪੈਦਾ ਕੀਤੀ। ਫਿਰ ਕਹਿੰਦੇ ਨੇ ਬ੍ਰਹਮਾ ਜੀ ਨੂੰ ਪੈਦਾ ਕੀਤਾ। ਫਿਰ ਪਰਮੇਸ਼ਵਰ ਜੀ ਨੇ ਸਿਫਤ ਸਲਾਹ ਪੈਦਾ ਕੀਤੀ, ਫਿਰ ਬੋਲਣ ਦੀ ਤਾਕਤ ਪੈਦਾ ਕੀਤੀ। ਸੋ ਇਸ ਢੰਗ ਦੇ ਨਾਲ ਸਾਡੇ ਵਾਸਤੇ ਪਰਮੇਸ਼ਵਰ ਹੀ ਬ੍ਰਹਮਾ ਸਵਰੂਪ ਹੈ। ਪਰਮੇਸ਼ਵਰ ਹੀ ਸਾਰੀਆਂ ਤਾਕਤਾਂ ਨੂੰ ਸਿਰਜਣ ਵਾਲਾ, ਪਰਮੇਸ਼ਵਰ ਹੀ ਆਪਣੇ ਵਿੱਚ ਸਮਾਉਣ ਵਾਲਾ, ਪਰਮੇਸ਼ਵਰ ਹੀ ਇਹਨਾਂ ਸਾਰੀਆਂ ਤਾਕਤਾਂ ਨੂੰ ਸਮੇਟਣ ਵਾਲਾ ਹੈ। ਅਸੀਂ ਵਿਸ਼ੇਸ਼ ਤੌਰ ਤੇ ਕਿਸੇ ਇੱਕ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਦੇ, ਕਿਉਂਕਿ ਗੁਰੂ ਨਾਨਕ ਦਾ ਧਰਮ ਪੂਜਾ ਅਕਾਲ ਕੀ। ਸਿਰਫ ਪਰਮੇਸ਼ਵਰ ਦੀ ਪੂਜਾ ਕਰਨ ਦਾ ਹੁਕਮ ਹੈ। ਗੁਰੂ ਮਹਾਰਾਜ ਜੀ ਦੇ ਅੱਗੇ ਸੀਸ ਝੁਕਾਉਣ ਦਾ ਹੁਕਮ ਹੈ। ਸਾਡੇ ਸਿਰ ਬਹੁਤੇ ਨਹੀਂ ਹਨ। ਸਿਰ ਝੁਕਾਉਣ ਦਾ ਅਰਥ ਹੈ ਅਸੀਂ ਸਿਰ ਲਾ ਕੇ ਤੈਨੂੰ ਦੇ ਦਿੱਤਾ ਹੈ, ਹੇ ਸਤਿਗੁਰੂ, ਅੱਜ ਤੋਂ ਬਾਅਦ ਸਿਰ ਤੇਰਾ। ਤੇ ਜੇ ਅਸੀਂ ਥਾਂ ਥਾਂ ਤੇ ਅਸੀਂ ਸਿਰ ਝੁਕਾਈਏ, ਇਹਦਾ ਅਰਥ ਇਹ ਕਿ ਸਾਡੇ ਸਿਰ ਬਹੁਤ ਜ਼ਿਆਦਾ ਨੇ। 33 ਕਰੋੜ ਦੇਵੀ ਦੇਵਤੇ ਨੇ, ਸਾਡੇ ਸਿਰ 33 ਕਰੋੜ ਤੇ ਹੈ ਨਹੀਂ। ਮਹਾਰਾਜ ਜੀ ਕਹਿੰਦੇ ਨੇ ਕਿ ਹੇ ਪ੍ਰਭੂ ਜੀ, ਆਪ ਜੀ ਦੀ ਸਦਾ ਹੀ ਜੈ ਹੋਵੇ। ਆਪ ਹੀ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ। ਆਪ ਜੀ ਨੇ ਹੀ ਸਾਰੀਆਂ ਸ਼ਕਤੀਆਂ ਪੈਦਾ ਕੀਤੀਆਂ ਨੇ। ਬਰਮਾਓ, ਆਪ ਜੀ ਨੇ ਹੀ ਬ੍ਰਹਮਾ ਜੀ ਨੂੰ ਪੈਦਾ ਕੀਤਾ ਹੈ। ਸੋ ਅਸੀਂ ਬ੍ਰਹਮਾ ਜੀ ਦੀ ਪੂਜਾ ਕਰਨ ਵਾਲੇ ਨਹੀਂ, ਅਸੀਂ ਤਾਂ ਸਾਰਿਆਂ ਵਿੱਚ ਆਪ ਜੀ ਨੂੰ ਹੀ ਦੇਖਦੇ ਹਾਂ। ਆਪ ਜੀ ਸਾਡੇ ਵਾਸਤੇ ਬ੍ਰਹਮਾ ਸਵਰੂਪ ਹੋ। ਆਪ ਜੀ ਸਾਰੀ ਤਾਕਤ ਸਵਰੂਪ ਹੋ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਹੇ ਪ੍ਰਭੂ ਜੀਓ, ਸਤ ਤੁਸੀਂ ਸੱਚ ਹੋ। ਸੱਚ ਦਾ ਅਰਥ ਤੁਸੀਂ ਟਿਕੇ ਹੋਏ ਹੋ। ਟਿਕੇ ਹੋਏ ਦਾ ਅਰਥ
ਜੋ ਕਦੀ ਵੀ ਚੰਚਲਤਾ ਦੇ ਵਿੱਚ ਅੱਗੇ ਪਿੱਛੇ ਨਹੀਂ ਦੌੜਦਾ। ਤੁਸੀਂ ਟਿਕੇ ਹੋਏ ਹੋ। ਸੁਹਾਨ ਦਾ ਅਰਥ ਹੈ ਆਪ ਜੀ ਦਾ ਜੋ ਵੀ ਸੰਸਾਰ ਦਾ ਰਚਨਾਤਮਕ ਢੰਗ ਹੈ ਬੜਾ ਸੋਹਣਾ ਹੈ, ਬੜਾ ਸੁੰਦਰ ਹੈ। ਹਰ ਇੱਕ ਜੀਵ, ਹਰ ਇੱਕ ਚੀਜ਼ ਨੂੰ ਆਪ ਜੀ ਨੇ ਸੰਪੂਰਨ ਬਣਾਇਆ ਹੈ। ਸਦਾ ਮਨ ਚਾਓ। ਤੇ ਮਾਲਕ ਜੀ ਆਪ ਜੀ ਦੇ ਹਿਰਦੇ ਵਿੱਚ ਕਦੀ ਵੀ ਢਹਿੰਦੀ ਕਲਾ ਨਹੀਂ ਆਈ। ਆਪ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿੰਦੇ ਹੋ। ਇਸੇ ਕਰਕੇ ਅਸੀਂ ਸ਼ਬਦ ਪੜ੍ਹਿਆ ਨਾ ਪਿੱਛੇ, ਨਾਨਕ ਭਗਤਾ ਸਦਾ ਵਿਗਾਸ। ਭਗਤੀ ਕਰਨ ਵਾਲੇ ਸਦਾ ਖੁਸ਼ੀ ਵਿੱਚ ਰਹਿੰਦੇ ਨੇ, ਖੇੜੇ ਵਿੱਚ ਰਹਿੰਦੇ ਨੇ। ਕਿਉਂ ਰਹਿੰਦੇ ਨੇ? ਕਿਉਂਕਿ ਸਤ ਸੁਹਾਣ ਸਦਾ ਮਨ ਚਾਓ। ਉਹ ਪਰਮੇਸ਼ਵਰ ਹਮੇਸ਼ਾ ਹੀ ਖੜਾਓ ਵਿੱਚ ਰਹਿੰਦਾ ਹੈ। ਉਹ ਪਰਮੇਸ਼ਵਰ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਤੇ ਜੇ ਪਰਮੇਸ਼ਵਰ ਚੜ੍ਹਦੀ ਕਲਾ ਵਿੱਚ ਹੈ, ਪਰਮੇਸ਼ਵਰ ਖਿੜਿਆ ਹੋਇਆ ਹੈ, ਪਰਮੇਸ਼ਵਰ ਖੁਸ਼ੀ ਵਿੱਚ ਰਹਿੰਦਾ ਹੈ, ਤੇ ਜੋ ਉਹਦੇ ਨਾਲ ਜੁੜ ਗਿਆ ਉਹ ਵੀ ਖੜਾਓ ਵਿੱਚ ਰਹੇਗਾ, ਉਹ ਵੀ ਖੁਸ਼ੀ ਵਿੱਚ ਰਹੇਗਾ। ਅੱਗੇ ਅਸੀਂ ਪੰਕਤੀ ਸ਼੍ਰਵਣ ਕੀਤੀ, ਕਵਣ ਸੋ ਵੇਲਾ। ਇਹਨੂੰ ਵੇਲਾ ਕਹਿਣਾ ਹੈ, ਵੇਲਾ ਨਹੀਂ ਕਹਿਣਾ। ਅਸੀਂ ਅਕਸਰ ਥੋੜ੍ਹੀ ਜਿਹੀ ਲਾਪਰਵਾਹੀ ਵਰਤਦੇ ਹਾਂ। ਕਵਣ ਸੋ ਵੇਲਾ, ਇਹਨੂੰ ਸੋਵ ਨਹੀਂ ਕਹਿਣਾ। ਉਚਾਰਨ ਇਹ ਹੈ ਕਵਣ ਸੋ ਵੇਲਾ, ਵਕਤ ਕਵਣ, ਕਵਣ ਥਿਤ, ਕਵਣ ਵਾਰ। ਇੱਥੇ ਅਣਾਣਾ ਸ਼ਬਦ ਬਾਰ-ਬਾਰ ਰਿਪੀਟ ਕੀਤਾ ਸੱਚੇ ਪਾਤਸ਼ਾਹ ਜੀ ਨੇ। ਤੇ ਕਈ ਵਾਰੀ ਅਸੀਂ ਇੰਜ ਪੜ੍ਹ ਦਿੰਦੇ ਹਾਂ, ਕਵਨ ਸੋ ਵੇਲਾ, ਵਕਤ ਕਵਨ, ਕਵਨ ਥਿਤ, ਕਵਨ ਵਾਰ। ਇੱਥੇ ਨੰਨਾ ਅੱਖਰ ਆ ਗਿਆ। ਪੜ੍ਹਨਾ ਹੈ ਕਵਣ ਸੋ ਵੇਲਾ, ਵਕਤ ਕਵਣ, ਕਵਣ ਥਿਤ, ਕਵਣ ਵਾਰ। ਜਦੋਂ ਵੇਲਾ ਸ਼ਬਦ ਅਸੀਂ ਵਰਤਾਂਗੇ ਤੈਨੂੰ ਪੋਲਾ ਪੜ੍ਹਨਾ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਹੇ ਪ੍ਰਭੂ ਜੀ, ਉਹ ਕਿਹੜਾ ਵੇਲਾ ਸੀ, ਉਹ ਕਿਹੜਾ ਸਮਾਂ ਸੀ। ਕਵਣ ਸੋ ਵੇਲਾ, ਉਹ ਕਿਹੜਾ ਵੇਲਾ ਸੀ। ਵਕਤ ਕਵਣ, ਉਹ ਕਿਹੜਾ ਸਮਾਂ ਸੀ। ਕਵਣ ਥਿਤ, ਉਹ ਕਿਹੜੀ ਥਿਤ ਸੀ। ਆਪ ਜੀ ਨੂੰ ਪਤਾ ਹੋਏਗਾ ਜੋ ਥਿਤ ਸ਼ਬਦ ਹੈ ਇਹ ਚੰਦਰਮਾ ਦੀ ਗਤੀ ਤੋਂ ਸ਼ੁਰੂ ਹੁੰਦੀਆਂ ਨੇ ਥਿੱਤਾਂ ਸਾਰੀਆਂ, ਉੱਥੋਂ ਗਿਣੀਆਂ ਜਾਂਦੀਆਂ ਨੇ। ਚੰਦਰਮਾ ਦੀ ਗਤੀ ਤੋਂ ਥਿੱਤਾਂ ਦਾ ਜਨਮ ਹੈ। ਕਵਣ ਥਿਤ, ਕਵਣ ਵਾਰ। ਤੇ ਜਿੰਨੇ ਵੀ ਵਾਰ ਨੇ ਨਾ, ਸੋਮਵਾਰ, ਮੰਗਲਵਾਰ, ਐਤਵਾਰ, ਇਹ ਜਿੰਨੇ ਵੀ ਸ਼ਬਦ ਹਨ ਇਹ ਸੂਰਜ ਤੋਂ ਪੈਦਾ ਕੀਤੇ ਹੋਏ ਨੇ, ਸੂਰਜ ਦੀ ਚਾਲ ਤੋਂ, ਚੰਦਰਮਾ ਦੀ ਚਾਲ ਤੋਂ ਥਿੱਤਾਂ। ਤੇ ਥਿੱਤਾਂ ਕੀ ਹੁੰਦੀਆਂ ਨੇ? ਏਕਮ, ਦੂਜ, ਤੀਜ, ਦਸਵੀਂ, 11ਵੀਂ। ਇਹ ਚੰਦਰਮਾ ਨਾਲ ਰਿਲੇਟਡ ਨੇ, ਚੰਦਰਮਾ ਦੀ ਚਾਲ ਨਾਲ। ਫਿਰ ਜੇ ਅਸੀਂ ਇਹਦਾ ਵਿਸਥਾਰ ਕੀਤਾ ਤੇ ਬਹੁਤ ਲੰਬਾ ਵਿਸ਼ਾ ਬਣ ਜਾਣਾ ਆ, ਫਿਰ ਕਿਸੇ ਦਿਨ ਕਰਾਂਗੇ। ਤੇ ਸੂਰਜ ਤੋਂ ਵਾਰਾਂ ਦਾ ਜਨਮ ਕੀਤਾ ਗਿਆ ਜੀ। ਤੇ ਕਹਿਣ ਲੱਗੇ ਉਹ ਥਿੱਤ ਕਿਹੜੀ ਸੀ, ਉਹ ਦਿਨ ਕਿਹੜਾ ਸੀ, ਉਹ ਵਾਰ ਕਿਹੜਾ ਸੀ, ਉਹ ਵੇਲਾ ਕਿਹੜਾ ਸੀ, ਉਹ ਟਾਈਮ ਕਿਹੜਾ ਸੀ। ਅੱਗੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਵਣ ਸਿਰਤੀ ਮਾਹੁ ਕਵਣ, ਜਿਤ ਹੋਆ ਆਕਾਰ। ਉਹ ਕਿਹੜੀ ਰੁੱਤ ਸੀ? ਗਰਮੀ ਦੀ ਰੁੱਤ ਸੀ, ਸਰਦੀ ਦੀ ਰੁੱਤ ਸੀ, ਪਤਝੜ ਦੀ ਰੁੱਤ ਸੀ, ਬਸੰਤ ਰੁੱਤ ਸੀ। ਉਹ ਕਿਹੜੀ ਰੁੱਤ ਸੀ? ਮਾਹੁ ਕਵਣ, ਮਾਹੁ ਕਹੀਏ ਮਹੀਨੇ ਨੂੰ, ਉਹ ਮਹੀਨਾ ਕਿਹੜਾ ਸੀ? ਜਨਵਰੀ ਸੀ, ਮਾਰਚ ਸੀ, ਕਿਹੜਾ ਮਹੀਨਾ ਸੀ? ਮਾਹੁ ਕਵਣ ਜਿਤ ਹੋਆ ਆਕਾਰ। ਜਿਸ ਵੇਲੇ ਹੈ ਪ੍ਰਭੂ ਤੁਸੀਂ ਸੰਸਾਰ ਸਿਰਜਿਆ, ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ ਕਿ ਉਹ ਮਹੀਨਾ ਕਿਹੜਾ ਸੀ, ਉਹ ਰੁੱਤ ਕਿਹੜੀ ਸੀ, ਉਹ ਥਿੱਤ ਕਿਹੜੀ ਸੀ, ਉਹ ਵਾਰ ਕਿਹੜਾ ਸੀ, ਉਹ ਵੇਲਾ ਕਿਹੜਾ ਸੀ। ਸ਼ਾਮ ਦਾ ਵੇਲਾ ਸੀ, ਸਵੇਰ ਦਾ ਵੇਲਾ ਸੀ, ਦੁਪਹਿਰ ਦਾ ਵੇਲਾ ਸੀ, ਫਿਰ ਟਾਈਮ ਕਿਹੜਾ ਸੀ? 9 ਵਜੇ ਸੀ, 10 ਵਜੇ ਸੀ, ਕਿਹੜਾ ਟਾਈਮ ਸੀ? ਹੇ ਪ੍ਰਭੂ ਜੀ, ਇਹ ਤਾਂ ਸਿਰਫ ਤੁਸੀਂ ਹੀ ਜਾਣਦੇ ਹੋ ਕਿ ਤੁਸਾਂ ਨੇ ਸੰਸਾਰ ਕਿਸ ਵੇਲੇ ਸਿਰਜਿਆ। ਵੇਦ ਨਾ ਪਾਈਆ ਪੰਡਤੀ, ਜੇ ਹੋਵਾ ਲੇਖ ਪੁਰਾਣ। ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਜਿੰਨੇ ਵੀ ਪੰਡਤ ਹਨ ਉਹਨਾਂ ਨੇ ਭਾਵੇਂ ਸਾਰੇ ਪੁਰਾਣ ਪੜ੍ਹੇ, ਪਰ ਪੁਰਾਣਾਂ ਦੇ ਵਿੱਚ ਵੀ ਇਹ ਵਿਸ਼ਾ ਨਹੀਂ ਮਿਲਦਾ ਕਿ ਪਰਮੇਸ਼ਵਰ ਜੀ ਨੇ ਕਿਹੜੇ ਵੇਲੇ ਇਸ ਸੰਸਾਰ ਦੀ ਸਿਰਜਣਾ ਕੀਤੀ। ਤੇ ਦਾਸ ਬੇਨਤੀ ਕਰੇ, ਪੁਰਾਣ ਜੋ ਅਲਫਾਜ਼ ਹੈ ਨਾ, ਇਹ ਹਿੰਦੂ ਧਰਮ ਦੇ ਗ੍ਰੰਥਾਂ ਦੇ ਨਾਲ ਸੰਬੰਧਿਤ ਹੈ। ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਪੁਰਾਣ। ਨਾ ਤੇ ਪੰਡਤਾਂ ਨੂੰ ਪਤਾ ਲੱਗ ਸਕਿਆ ਤੇ ਨਾ ਇਸਲਾਮ ਧਰਮ ਦੇ ਕਾਜ਼ੀਆਂ ਨੂੰ ਪਤਾ ਲੱਗ ਸਕਿਆ।
ਉਹਨਾਂ ਨੇ ਕੁਰਾਨ ਦਾ ਬਾਰ-ਬਾਰ ਪਾਠ ਕੀਤਾ ਤੇ ਕੁਰਾਨ ਸਭ ਤੋਂ ਪਵਿੱਤਰ ਤੇ ਅਵਲ ਦਰਜੇ ਦਾ ਇਸਲਾਮ ਧਰਮ ਦੇ ਵਿੱਚ ਮੰਨਿਆ ਜਾਣ ਵਾਲਾ ਗ੍ਰੰਥ। ਉਹਦੇ ਵਿੱਚ ਵੀ ਇਹ ਵਿਸ਼ਾ, ਇਹ ਕਨਸੈਪਟ ਨਹੀਂ ਮਿਲਦਾ ਕਿ ਪਰਮੇਸ਼ਵਰ ਜੀ ਨੇ ਕਿਹੜੇ ਵੇਲੇ ਇਸ ਸੰਸਾਰ ਦੀ ਸਿਰਜਣਾ ਕੀਤੀ। ਜੇ ਕਿਤੇ ਹਜ਼ਰਤ ਮੁਹੰਮਦ ਸਾਹਿਬ ਜੀ ਨੂੰ ਪਤਾ ਲੱਗਦਾ ਤੇ ਉਹਨਾਂ ਨੇ ਲਿਖ ਦੇਣਾ ਸੀ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੁ ਨਾ ਕੋਈ। ਤੇ ਜੋਗੀਆਂ ਦੇ ਗ੍ਰੰਥਾਂ ਦੇ ਵਿੱਚ ਵੀ ਇਹਦਾ ਜ਼ਿਕਰ ਨਹੀਂ ਮਿਲਦਾ ਕਿ ਉਸ ਵੇਲੇ ਕਿਹੜਾ ਵਾਰ ਸੀ, ਕਿਹੜੀ ਥਿਤ ਸੀ। ਕੋਈ ਵੀ ਜੋਗੀ ਨਹੀਂ ਜਾਣਦਾ ਤੇ ਨਾ ਹੀ ਕੋਈ ਦੱਸ ਸਕਦਾ ਕਿ ਉਸ ਵੇਲੇ ਰੁੱਤ ਮਾਹੁ ਨਾ ਕੋਈ, ਉਸ ਵੇਲੇ ਕਿਹੜੀ ਰੁੱਤ ਸੀ ਤੇ ਕਿਹੜਾ ਮਹੀਨਾ ਸੀ। ਸਾ ਕਰਤਾ ਸਿਠੀ ਕਉ ਸਾਜੇ, ਆਪੇ ਜਾਣੈ ਸੋਈ। ਇਹ ਸੰਸਾਰ ਪੈਦਾ ਕੀਤਾ ਹੈ ਪਰਮੇਸ਼ਵਰ ਜੀ ਨੇ ਆਪ, ਤੇ ਉਹ ਆਪ ਹੀ ਜਾਣਦਾ ਹੈ ਕਿ ਕਿਹੜੇ ਵੇਲੇ ਪੈਦਾ ਕੀਤਾ। ਉਸ ਵੇਲੇ ਰੁੱਤ ਕੋਈ ਹੈ ਵੀ ਸੀ ਕਿ ਨਹੀਂ। ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁੰਨੇ ਸੁੰਨ ਸਮਾਇਦਾ। ਕਹਿਣ ਲੱਗੇ ਉਸ ਵੇਲੇ ਕੁਝ ਵੀ ਨਹੀਂ ਸੀ। ਤੇ ਜੇਕਰ ਦਿਨ ਨਹੀਂ ਸੀ ਤੇ ਦੱਸੋ ਜੀ ਵਾਰ ਕਿੱਥੋਂ ਪੈਦਾ ਹੋ ਜਾਣੇ ਆ, ਰੁੱਤ ਕਿਹੜੀ ਪੈਦਾ ਹੋ ਜਾਣੀ ਆ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਜਾ ਕਰਤਾ ਸਿਰਠੀ ਕੋ ਸਾਜੇ। ਸਿਰਠੀ ਦਾ ਅਰਥ ਹੁੰਦਾ ਹੈ ਜੀ ਸ੍ਰਿਸ਼ਟੀ, ਸ੍ਰਿਸ਼ਟੀ ਦਾ ਅਰਥ ਹੁੰਦਾ ਹੈ ਸੰਸਾਰ, ਆਪਾਂ ਜਗਤ ਕਹਿ ਲਈਏ। ਜਾ ਕਰਤਾ ਪਰਮੇਸ਼ਵਰ ਜੀ, ਸਿਰਠੀ ਕੋ ਸਾਜੇ, ਪਰਮੇਸ਼ਵਰ ਜੀ ਨੇ ਆਪ ਹੀ ਸਾਜਿਆ ਹੈ। ਆਪੇ ਜਾਣੈ ਸੋਈ, ਉਹ ਆਪ ਹੀ ਜਾਣਦਾ ਹੈ ਕਿ ਸ੍ਰਿਸ਼ਟੀ ਕਦੋਂ ਰਚੀ ਗਈ। ਕਿਵ ਕਰ ਆਖਾ ਕਿਵ ਸਾਰਾਹੀ, ਕਿਉ ਵਰਨੀ ਕਿਵ ਜਾਣਾ। ਹੇ ਪ੍ਰਭੂ ਜੀ, ਮੈਂ ਕਿਸ ਢੰਗ ਦੇ ਨਾਲ ਆਖਾਂ। ਕਿਵ ਕਰ ਆਖਾ ਭਾਵ ਕਿ ਮੇਰੇ ਕੋਲ ਢੰਗ ਤਰੀਕਾ ਕੋਈ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਕਿਵ ਸਾਲਾਹੀ, ਹੇ ਪ੍ਰਭੂ ਮੈਂ ਤੇਰੀ ਕਿਹੜੀ ਕਿਹੜੀ ਸਿਫਤ ਸਲਾਹ ਕਰਾਂ। ਜੇ ਮੈਂ ਆਪਣੇ ਆਪ ਵੱਲ ਦੇਖਦਾ ਤੇ ਇੱਕ ਇੱਕ ਰੋਮ ਨੂੰ ਬਣਾ ਕੇ ਬੜੇ ਤਰਤੀਬ ਦੇ ਵਿੱਚ ਤੂੰ ਸ਼ਕਤੀ ਟਿਕਾ ਦਿੱਤੀ ਹੈ। ਇੱਕ ਰੋਮ ਦੀ ਵੀ ਸਿਫਤ ਨਹੀਂ ਕੀਤੀ ਜਾ ਸਕਦੀ ਕਿ ਤੂੰ ਰੋਮ ਨੂੰ ਪੈਦਾ ਕਿਵੇਂ ਕੀਤਾ ਸਾਡੇ ਸਰੀਰ ਉੱਤੇ। ਤੇ ਜੇਕਰ ਸਾਨੂੰ ਇੱਕ ਰੋਮ ਦੀ ਸਮਝ ਨਹੀਂ ਆ ਸਕਦੀ ਤੇ ਦੱਸ ਮਾਲਕਾ ਅਸੀਂ ਤੇਰੀ ਕਿਵੇਂ ਸਿਫਤ ਕਰ ਸਕਦੇ ਹਾਂ। ਕਿਵ ਕਰ ਆਖਾ, ਮੈਂ ਕਿਵੇਂ ਤੇਰੀ ਸਿਫਤ ਸਲਾਹ ਕਹਾਂ। ਕਿਵ ਸਾਲਾਹੀ, ਮੈਂ ਕਿਵੇਂ ਸਿਫਤ ਸਲਾਹ ਕਰਾਂ। ਕਿਉਂ ਵਰਣੀ, ਮੈਂ ਕਿਵੇਂ ਤੇਰੀ ਕਥਾ ਕਰਾਂ, ਮੈਂ ਕਿਵੇਂ ਤੇਰੀ ਵਿਆਖਿਆ ਕਰਾਂ, ਮੈਂ ਕਿਵੇਂ ਤੇਰੀ ਬਾਣੀ ਦੀ ਐਕਸਪਲੇਨੇਸ਼ਨ ਦੇਵਾਂ। ਕਿਵ ਜਾਣਾ, ਕਿਉਂ ਵਰਣੀ, ਕਿਵ ਜਾਣਾ, ਮੈਂ ਕਿਵੇਂ ਸਮਝ ਸਕਦਾ ਕਿ ਤੇਰੀ ਇਸ ਥਾਂ ਤੇ ਆ ਕੇ ਸੰਪੂਰਨਤਾ ਹੋ ਜਾਂਦੀ ਹੈ। ਇਹ ਸੱਚੇ ਪਾਤਸ਼ਾਹ, ਹੇ ਪ੍ਰਭੂ ਜੀ, ਮੈਂ ਤਾਂ ਤੇਰੇ ਗੁਣ ਗਾ ਗਾ ਕੇ ਮੈਂ ਤੇਰੇ ਵਿੱਚ ਸਮਾ ਗਿਆ ਹਾਂ, ਪਰ ਇਹ ਨਹੀਂ ਕਹਿ ਸਕਦਾ ਕਿ ਮੈਂ ਤੇਰੀ ਸਿਫਤ ਕਰ ਸਕਦਾ ਹਾਂ। ਨਾਨਕ ਆਖਣ ਸਭ ਕੋ ਆਖੈ, ਇਕ ਦੂ ਇਕ ਸਿਆਣਾ। ਮਹਾਰਾਜ ਜੀ ਨੇ ਸਾਡੇ ਮਨ ਦੀਆਂ ਬਿਰਤੀਆਂ ਨੂੰ ਪ੍ਰਗਟ ਕੀਤਾ ਹੈ। ਇਹ ਸ਼ਬਦ ਅਸੀਂ ਬਹੁਤ ਵਾਰੀ ਪੜ੍ਹਿਆ। ਇਹਦਾ ਅਰਥ ਜਿਸ ਵੇਲੇ ਦਾਸ ਨੂੰ ਪਤਾ ਲੱਗਿਆ ਤੇ ਦਾਸ ਦਾ ਮਨ ਬੜਾ ਹੱਸਿਆ ਕਿ ਵਾਕਈ ਗੱਲ ਤੇ ਸੱਚੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਆਖਣ ਸਭ ਕੋ ਆਖੈ। ਮਹਾਰਾਜ ਜੀ ਕਹਿੰਦੇ ਨੇ ਸਾਰੇ ਆਪਣੇ ਆਪ ਨੂੰ ਇੱਕ ਦੂ ਇੱਕ ਸਿਆਣਾ, ਇੱਕ ਦੂਜੇ ਤੋਂ ਸਿਆਣਾ ਹੀ ਸਮਝਦਾ। ਤੇ ਮਨ ਨੇ ਆਖਿਆ, ਮਨ ਹੱਸਿਆ ਕਿ ਗੱਲ ਤਾਂ ਸੱਚੀ ਆ ਵੀ ਅਸੀਂ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝਦੇ ਹਾਂ, ਪਰ ਅਸਲ ਵਿੱਚ ਜਿਹੜਾ ਬੰਦਾ ਆਪਣੇ ਆਪ ਨੂੰ ਸਭ ਤੋਂ ਵੱਧ ਸਿਆਣਾ ਸਮਝਦਾ ਸਭ ਤੋਂ ਵੱਡਾ ਮੂਰਖ ਹੁੰਦਾ। ਸੋਈ ਅਜਾਨ, ਕਹਿੰਦੇ ਨੇ ਮਹਾਰਾਜ ਜੀ, ਸਭ ਤੋਂ ਵੱਡਾ ਅਣਜਾਣ ਬੰਦਾ ਉਹ ਆ। ਸੋਈ ਅਜਾਨ ਕਹੈ ਮੈਂ ਜਾਣਾ, ਜਾਣਨ ਹਾਰ ਨਾ ਛਾਨਾ ਹੈ। ਉਹਨੇ ਪਰਮੇਸ਼ਵਰ ਨੂੰ ਨਹੀਂ ਜਾਣਿਆ। ਪਰ ਮਨ ਦੀ ਬਿਰਤੀ ਹੈ, ਨਾਨਕ ਆਖਣ ਸਭ ਕੋ ਆਖੈ। ਸਾਰੇ ਹੀ ਆਪਣੇ ਆਪ ਨੂੰ ਇਹ ਗੱਲ ਮਨਾ ਕੇ ਬੈਠੇ ਨੇ, ਕਹਿੰਦੇ ਨੇ, ਆਖਣ ਦਾ ਯਤਨ ਕਰਦੇ ਨੇ, ਇੱਕ ਦੂ ਇੱਕ ਸਿਆਣਾ। ਇਹ ਇਸ ਅਲਫਾਜ਼ ਨੂੰ ਇੱਕ ਨਹੀਂ ਕਹਿਣਾ, ਇੱਕ ਦੂ ਇੱਕ ਸਿਆਣਾ ਨਹੀਂ ਕਹਿਣਾ। ਕਈ ਇੱਕ ਦੂ ਇੱਕ ਸਿਆਣਾ ਕਹਿੰਦੇ ਨੇ, ਨਹੀਂ, ਇਸ ਨੂੰ ਖੁੱਲ੍ਹਾ ਬੋਲਣਾ ਹੈ, ਭਰਵਾਂ ਬੋਲਣਾ ਹੈ। ਇੱਕ ਦੂ ਇੱਕ ਸਿਆਣਾ।
ਕਿਉਂਕਿ ਜੋ ਸਾਡਾ ਪ੍ਰਨਾਊਂਸ ਕਰਨ ਦਾ ਜਿਹੜਾ ਢੰਗ ਹੈ ਉਹ ਐਸਾ ਹੈ ਕਿ ਜੋ ਅਸੀਂ ਸੁਣਿਆ ਉਹ ਪੱਕ ਗਿਆ, ਤੇ ਅਸੀਂ ਇੰਝ ਹੀ ਪੜ੍ਹ ਦਿੰਦੇ ਹਾਂ। ਨਾਨਕ ਆਖਣ ਸਭ ਕੋ ਆਖੇ, ਇੱਕ ਦੂ ਇੱਕ ਸਿਆਣਾ, ਇੱਕ ਦੂ ਇੱਕ ਸਿਆਣਾ। ਇਸਨੂੰ ਪੜ੍ਹਨਾ ਹੈ ਇੱਕ ਦੂ ਇੱਕ ਸਿਆਣਾ। ਸਾਰੇ ਹੀ ਆਪਣੇ ਆਪ ਨੂੰ ਸਿਆਣਾ ਹੀ ਸਮਝੀ ਬੈਠੇ ਨੇ, ਤਾਂ ਹੀ ਕਹਿੰਦੇ ਨੇ ਕਿ ਮੈਂ ਪਰਮੇਸ਼ਵਰ ਦੀ ਵਿਆਖਿਆ ਚੰਗੀ ਕਰ ਲਵਾਂਗਾ। ਜੇ ਵਿਆਖਿਆ ਨਹੀਂ ਕਰ ਸਕਦਾ, ਚਲੋ ਦੂਜੇ ਨੂੰ ਤਾਂ ਸਮਝਾ ਹੀ ਸਕਦਾ ਨਾ, ਕਥਾ ਕਰਕੇ, ਵੀ ਕਿਸੇ ਢੰਗ ਦੇ ਨਾਲ ਮੈਂ ਦੂਜੇ ਨੂੰ ਇਹ ਦਿਖਾ ਦੇਵਾਂ ਕਿ ਮੈਂ ਜ਼ਿਆਦਾ ਸਿਆਣਾ ਹਾਂ, ਤੂੰ ਮੇਰੇ ਤੋਂ ਘੱਟ ਸਿਆਣਾ ਹੈ। ਤੇ ਇਹ ਬਿਰਤੀਆਂ ਤਕਰੀਬਨ ਸਾਡੇ ਸਾਰਿਆਂ ਦੇ ਮਨਾਂ ਵਿੱਚ ਹੁੰਦੀਆਂ ਨੇ, ਤੇ ਜਿਹਦੇ ਮਨ 'ਚ ਨਹੀਂ ਨਾ ਹੁੰਦੀ ਉਸੇ ਨੂੰ ਹੀ ਕਹਿੰਦੇ ਨੇ ਕਿ ਇਹ ਪੂਰਨ ਸੰਤ ਹੈ, ਪੂਰਨ ਸਾਧੂ ਹੈ, ਇਹ ਪੂਰਨ ਬ੍ਰਹਮ ਗਿਆਨੀ ਹੈ। ਕਿਉਂਕਿ ਦੂਜੇ ਨੂੰ ਆਪਣਾ ਆਪ ਦਿਖਾਉਣ ਵਾਸਤੇ ਧਿਆਨ ਦੂਜੇ ਤੇ ਟਿਕਾਉਣਾ ਪੈਂਦਾ, ਤੇ ਬ੍ਰਹਮ ਗਿਆਨੀ ਨੂੰ ਪਤਾ ਲੱਗ ਜਾਂਦਾ ਹੈ ਸੰਸਾਰ ਸਾਰਾ ਬਿਨਸਨਹਾਰ ਆ, ਤੇ ਦੂਜਾ ਜੇ ਵੱਧ ਤੋਂ ਵੱਧ ਕੀ ਕਹਿ ਦਊ ਕਿ ਬਹੁਤ ਚੰਗਾ, ਇਸ ਤੋਂ ਵੱਧ ਕੇ ਤਾਂ ਕੋਈ ਕਹਿ ਨਹੀਂ ਸਕਦਾ। ਤੇ ਅੱਖਰ ਹਮੇਸ਼ਾ ਖਾਲੀ ਹੁੰਦੇ ਨੇ। ਅੱਖਰਾਂ ਦਾ ਆਪ ਜੀ ਵਜੂਦ ਦੇਖੋਗੇ ਨਾ, ਅੰਤਰ ਆਤਮੇ ਜਿਸ ਵੇਲੇ ਗਹਿਰੀ ਚੁੱਭੀ ਲੱਗੇਗੀ ਤੇ ਆਪ ਜੀ ਮਹਿਸੂਸ ਕਰੋਗੇ ਅੱਖਰ ਖਾਲੀ ਹੁੰਦੇ ਨੇ ਜੋ ਅਸੀਂ ਸੁਣਦੇ ਹਾਂ। ਸਿਫਤ ਵਾਲੇ ਅੱਖਰ ਵੀ ਖਾਲੀ ਹੁੰਦੇ ਨੇ ਤੇ ਨਿੰਦਿਆ ਵਾਲੇ ਅੱਖਰ ਵੀ ਖਾਲੀ ਹੁੰਦੇ ਨੇ। ਸੰਸਾਰ ਦੀ ਕੋਈ ਵੀ ਚੀਜ਼ ਸਾਡੇ ਮਨ ਦੇ ਉੱਤੇ ਅਸਰ ਨਹੀਂ ਪਾ ਸਕਦੀ, ਕੋਈ ਵੀ ਵਸਤੂ। ਜਦੋਂ ਅਸੀਂ ਆਪਣੀ ਸੁਰਤ ਨੂੰ ਉਹਦੇ ਵਿੱਚ ਜੋੜ ਦਿੰਦੇ ਹਾਂ, ਅਸੀਂ ਮਹਿਸੂਸ ਕਰਦੇ ਹਾਂ ਕਿ ਚੀਜ਼ ਮੇਰੇ ਕੋਲ ਚਾਹੀਦੀ ਹੈ, ਉਸ ਵੇਲੇ ਦੁੱਖ ਪ੍ਰਤੀਤ ਹੁੰਦਾ ਹੈ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਅਸੀਂ ਸੌਖੇ ਢੰਗ ਨਾਲ ਸਮਝ ਲਈਏ, ਅਸੀਂ ਮਹਿਸੂਸ ਕਰੀਏ ਕਿ ਨਿਊ ਵਰਜ਼ਨ ਆਇਆ ਜੀ ਕਿਸੇ ਚੀਜ਼ ਦਾ, ਲੈਪਟਾਪ ਦਾ ਆਇਆ ਜਾਂ ਫਿਰ ਫੋਨ ਦਾ ਆਇਆ, ਆਈਫੋਨ ਆ ਗਿਆ, ਤੇ ਦਾਸ ਦੇ ਕੋਲ ਆਈਫੋਨ 12 ਹੈ, ਆਈਫੋਨ 12 ਹੈ, ਤੇ ਆਈਫੋਨ 12 ਆ ਗਿਆ, ਤੇ ਹੁਣ ਆਈਫੋਨ 14 ਪ੍ਰੋ ਆ ਗਿਆ, ਤੇ ਦਾਸ ਦੇ ਮਨ ਵਿੱਚ ਹੋਣਾ ਹੈ ਕਿ ਅੱਛਾ ਉਹ ਵੀ ਆ ਗਿਆ, ਚਲੋ ਕੋਈ ਨਹੀਂ, ਪੈਸਾ ਆਏਗਾ ਆਪਾਂ ਉਹ ਵੀ ਲੈ ਲਵਾਂਗੇ, ਆਪਾਂ ਉਹ ਵੀ ਲੈ ਲਵਾਂਗੇ। ਧਿਆਨ ਰਹੇਗਾ ਕਿ ਉਹ ਲੈਣਾ ਹੈ, ਪਰ ਅਸੀਂ ਕਦੀ ਇਹ ਨਹੀਂ ਕਹਿੰਦੇ ਜਹਾਜ਼ ਵੀ ਲੈਣਾ, ਕਿਉਂਕਿ ਅਸੀਂ ਮੰਨੀ ਬੈਠੇ ਹਾਂ ਲੋੜ ਹੀ ਨਹੀਂ, ਕਾਹਨੂੰ ਲੈਣਾ ਹੈ। ਜਿਹੜੀ ਚੀਜ਼ ਦੇ ਉੱਤੇ ਤੁਸੀਂ ਫੋਕਸ ਨਹੀਂ ਕਰੋਗੇ ਉਹ ਚੀਜ਼ ਨਾ ਵੀ ਮਿਲੇਗੀ, ਦੁੱਖ ਨਹੀਂ ਮਹਿਸੂਸ ਹੁੰਦਾ। ਮਹਾਰਾਜ ਜੀ ਕਹਿੰਦੇ ਨੇ, ਸੁਖ ਮੰਗਤ ਦੁੱਖ ਆਗੈ ਆਵੈ, ਸੋ ਸੁਖ ਹਮਹੁ ਨਾ ਮੰਗਿਆ ਭਾਵੈ। ਉਹ ਭਾਈ ਤੂੰ ਸੁੱਖ ਦੀ ਡਿਮਾਂਡ ਕਰਦਾ, ਇੱਕ ਫੁੱਲ ਮਿਲੇਗਾ ਚੱਕ ਨਾਲ ਕੰਡੇ, ਕੰਡੇ ਇੱਕ ਨਹੀਂ ਹੋਣਗੇ, ਕੰਡੇ ਕਈ ਹੋਣਗੇ। ਅਸੀਂ ਕਦੀ ਇਹ ਨਹੀਂ ਡਿਮਾਂਡ ਕਰਦੇ। ਸਾਡੀਆਂ ਜਿਹੜੀਆਂ ਇੱਛਾਵਾਂ ਹੁੰਦੀਆਂ ਨੇ ਬੜੀਆਂ ਹੋਛੀਆਂ ਜਿਹੀਆਂ ਹੁੰਦੀਆਂ ਨੇ, ਅਸੀਂ ਕਹਿੰਦੇ ਹਾਂ ਕਿ ਇਹ ਚੀਜ਼ ਕਿਤੇ ਮੈਨੂੰ ਮਿਲ ਜਾਏ ਨਾ, ਸੁੱਖ ਮੈਨੂੰ ਤਾਂ ਮਿਲੇਗਾ, ਇਹ ਚੀਜ਼ ਮੈਨੂੰ ਮਿਲ ਜਾਏ। ਤੇ ਜਦੋਂ ਚੀਜ਼ ਮਿਲ ਜਾਂਦੀ ਆ, ਫਿਰ ਉਹ ਚੀਜ਼ ਚਪੇੜ ਮਾਰਦੀ ਆ ਮੂੰਹ ਤੇ, ਚੋਟ ਕਰਦੀ ਆ, ਧੱਕਾ ਮਾਰਦੀ ਆ, ਮਿਲ ਗਿਆ ਹੀ ਸੁੱਖ, ਹੋ ਗਿਆ ਤੂੰ ਬ੍ਰਹਮ ਗਿਆਨੀ, ਮਿਲ ਗਿਆ ਤੈਨੂੰ ਸਕੂਨ। ਜਿਸ ਵੇਲੇ ਅਸੀਂ ਸਾਈਕਲਾਂ ਤੇ ਜਾਂਦੇ ਹੁੰਦੇ ਸੀ ਤੇ ਉਸ ਵੇਲੇ ਸਾਈਕਲ ਉੱਤੇ ਫੋਕਸ ਹੁੰਦਾ ਸੀ ਤੇ ਸਾਡੇ ਮਨ 'ਚ ਬੜਾ ਸੁੱਖ ਹੁੰਦਾ ਸੀ, ਸਕੂਨ ਬਹੁਤ ਹੈ, ਬਹੁਤ ਸਕੂਨ ਹੈ। ਘਰ ਦੇ ਵਿੱਚੋਂ 5 ਰੁਪਏ ਮਿਲ ਜਾਣੇ ਤੇ ਸਾਡਾ ਮਨ ਇਸ ਚੀਜ਼ ਤੇ ਟਿਕਿਆ ਸੀ ਕਿ 5 ਰੁਪਏ ਮਿਲ ਗਏ ਜੀ, ਬੜਾ ਆਨੰਦ ਆ। 1 ਰੁਪਏ ਦੀ 10 ਕੈਂਡੀ ਆ ਜਾਣੀਆਂ, ਬੜਾ ਸੁੱਖ ਹੈ। ਤੇ ਹੁਣ 2.5 ਲੱਖ ਤਨਖਾਹ ਮਿਲਦੀ ਪਈ ਹੈ ਤੇ ਮਨ ਕਹਿੰਦਾ ਹੈ ਕਿ 2.5 ਲੱਖ ਵੀ ਥੋੜ੍ਹਾ ਹੈ, 2.5 ਲੱਖ ਵੀ ਥੋੜ੍ਹਾ ਹੈ। ਕਾਰ ਕਿਹੜੀ ਹੈ ਜੀ? 25 ਲੱਖ ਦੀ ਕਾਰ ਆ? ਨਹੀਂ, ਰੇਂਜ ਰੋਵਰ ਚਾਹੀਦੀ ਹੈ। ਮਨ ਦੌੜਦਾ ਹੈ, ਮਨ ਦੌੜਦਾ ਹੈ। ਸਮਾਂ ਹੁੰਦਾ ਸੀ ਜਿਸ ਵੇਲੇ ਇੱਕ ਮਾਰੂਤੀ ਕਾਰ ਜਿਹਦੇ ਕੋਲ ਹੁੰਦੀ ਸੀ ਤੇ ਕਹਿੰਦੇ ਸੀ ਕਿ ਇਹ ਤਾਂ ਬੰਦਾ ਬਹੁਤ ਅਮੀਰ ਆ। ਚਲੋ ਕਾਰ ਦੀ ਗੱਲ ਛੱਡੋ, ਪੁਰਾਣੇ ਸਮੇਂ ਦੀਆਂ ਗੱਲਾਂ, ਸਾਰੇ ਪਿੰਡ 'ਚ ਇੱਕ ਟੀਵੀ ਹੁੰਦਾ ਸੀ, ਜਿਹਦੇ ਕੋਲ ਟੀਵੀ ਹੁੰਦਾ ਹੈ ਜੀ ਉਹ ਬੰਦਾ ਬੜਾ ਅਮੀਰ, ਤੇ ਉਸ ਪਰਿਵਾਰ ਨੇ ਵੀ ਬੜਾ ਖੁਸ਼ ਹੋਣਾ, ਸਾਡੇ ਕੋਲ ਟੀਵੀ ਆ, ਸਾਡੇ ਕੋਲ ਟੀਵੀ। ਆਖੇ ਜੀ ਇਹ ਬੜੇ ਤਗੜੇ ਘਰ ਦਾ ਮੁੰਡਾ ਹੈ, ਇਹਦੇ ਕੋਲ ਸਾਈਕਲ ਆ, ਅਗਲੇ ਨੇ ਸਾਈਕਲ ਰੱਖਿਆ ਕਿਉਂਕਿ ਮਨ ਨੇ ਮੰਨ ਲਿਆ ਵੀ ਸਾਈਕਲ ਆ ਜੀ ਬੜੀ ਵੱਡੀ ਚੀਜ਼ ਆ। ਤੇ ਹੁਣ ਤੇ ਭਾਵੇਂ ਜਹਾਜ਼ 'ਚ ਬੰਦਾ ਬੈਠਾ ਹੋਵੇ ਤਾਂ ਵੀ ਟੈਨਸ਼ਨ 'ਚ ਹੀ ਹੁੰਦਾ ਹੈ, ਕਿਉਂਕਿ ਸਕੂਨ ਮਨ ਦੇ ਮੰਨਣ ਦੇ ਵਿੱਚ ਆ, ਸਕੂਨ ਵਸਤੂਆਂ ਦੇ ਵਿੱਚ ਨਹੀਂ ਹੁੰਦਾ। ਹੁਣ ਬ੍ਰਹਮ ਗਿਆਨੀ ਦੇ ਕੋਲ ਕੀ ਹੈ ਜੀ? ਸੰਤ ਬਾਬਾ ਨੰਦ ਸਿੰਘ ਜੀ, ਸੰਤ ਬਾਬਾ ਸੁੰਦਰ ਸਿੰਘ ਜੀ,
ਉਹਨਾਂ ਕੋਲ ਤੇ ਕੋਈ ਬਹੁਤੀਆਂ ਸੋਹਣੀਆਂ ਨਾ ਤੇ ਗੱਡੀਆਂ ਨੇ, ਨਾ ਕਾਰਾਂ ਨੇ, ਨਾ ਹੀ ਉਹਨਾਂ ਕੋਲ ਚੰਗੇ ਮਹਿਲ ਨੇ। ਉਹ ਬੈਠੇ ਨੇ ਝੁੱਗੀ ਦੇ ਵਿੱਚ, ਆਨੰਦ ਵਿੱਚ ਬੈਠੇ, ਕਿਉਂਕਿ ਗੁਰੂ ਦੇ ਸ਼ਬਦ ਵਿੱਚ ਟਿਕ ਗਏ। ਜਦੋਂ ਇੱਛਾ ਪੈਦਾ ਕਰਾਂਗੇ ਦੁੱਖ ਮਿਲੇਗਾ। ਇੱਛਾ ਹੀ ਦੁੱਖ ਦਾ ਕਾਰਨ ਬਣਦਾ ਹੈ। ਇੱਛਾ ਮਾਂ ਹੈ ਦੁੱਖਾਂ ਦੀ, ਤੇ ਗੁਰੂ ਦੀ ਬਾਣੀ ਜਪ ਜਪ ਕੇ ਇੱਛਾਵਾਂ ਦੀ ਮੌਤ ਹੋ ਜਾਂਦੀ ਹੈ, ਵਾਸ਼ਨਾਵਾਂ ਖਤਮ ਹੋ ਜਾਂਦੀਆਂ। ਦਾਸ ਦੇ ਕਹਿਣ ਦਾ ਅਰਥ ਇਹ ਹੈ, ਜੋ ਸਾਡੇ ਕੋਲ ਇਸ ਵੇਲੇ ਅਵੇਲੇਬਲ ਹੈ, ਜੋ ਸਾਨੂੰ ਮਹਾਰਾਜ ਜੀ ਨੇ ਦਿੱਤਾ ਹੈ, ਉਸੇ ਵਿੱਚ ਹੀ ਸਬਰ ਸੰਤੋਖ ਰੱਖ ਕੇ ਸਕੂਨ ਮਹਿਸੂਸ ਕਰਨਾ ਚਾਹੀਦਾ ਹੈ। ਸ਼ੁਕਰ ਹੈ ਦਾਤੇ ਦਾ, ਸ਼ੁਕਰ ਹੈ ਮਾਲਕਾ, ਸ਼ੁਕਰ ਹੈ ਜੀ ਤੇਰਾ, ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ ਦਾਤਿਆ, ਬੜਾ ਸ਼ੁਕਰ ਹੈ, ਬੜਾ ਸ਼ੁਕਰ ਹੈ, ਸ਼ੁਕਰ ਹੈ। ਜਦੋਂ ਆਪ ਜੀ ਸ਼ੁਕਰਾਨੇ ਦੇ ਕੁਝ ਪੁਆਇੰਟ ਦੇਖਣ ਦੀ ਕੋਸ਼ਿਸ਼ ਕਰੋਗੇ ਤੇ ਹਜ਼ਾਰਾਂ ਹੀ ਐਸੇ ਕਾਰਨ ਹੋਣਗੇ ਜਿਨ੍ਹਾਂ ਕਰਕੇ ਅਸੀਂ ਧੰਨਵਾਦ ਕਰਾਂਗੇ। ਤੇ ਜੇਕਰ ਉਲਾਮਿਆਂ ਦੀ ਗੱਲ ਕਰੀਏ ਤੇ ਫਿਰ ਉਲਾਮੇ ਕਰਨ ਵਾਸਤੇ ਵੀ ਸਾਡੇ ਕੋਲ ਬਹੁਤ ਸਾਰੇ ਐਸੇ ਪੁਆਇੰਟ ਹਨ ਜਿਨ੍ਹਾਂ ਬਾਬਤ ਅਸੀਂ ਉਲਾਮੇ ਕਰ ਸਕਦੇ ਹਾਂ। ਹੁਣ ਉਲਾਮੇ ਦੀ ਕਿਹੜੀ ਗੱਲ ਹੈ ਜੀ? ਉਲਾਮੇ ਦੇਣੇ ਤੇ ਮਿੰਟ ਲੱਗਣਾ। ਲੋਕਾਂ ਕੋਲ ਜਹਾਜ਼ ਨੇ, ਮੇਰੇ ਕੋਲ ਤੇ ਕੋਈ ਜਹਾਜ਼ ਨਹੀਂ ਹੈਗਾ, ਮੇਰੇ ਕੋਲ ਤਾਂ ਕਾਗਜ਼ ਵਾਲਾ ਹੀ ਜਹਾਜ਼ ਆ। ਕਹਿਣ ਦਾ ਅਰਥ ਇਹ ਹੈ ਕਿ ਤੁਸੀਂ ਉਲਾਮੇ ਦੇਣੇ ਆ, ਬੇਅੰਤ ਰੀਜ਼ਨ ਨੇ, ਤੇ ਜੇ ਧੰਨਵਾਦ ਕਰਨਾ ਬੇਅੰਤ ਰੀਜ਼ਨ ਨੇ। ਤੇ ਗੁਰਬਾਣੀ ਦੇ ਵਿੱਚ ਆਪ ਜੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਰੋਜ਼ ਪੜ੍ਹਿਆ ਕਰੋ। ਅਸੀਂ ਰੋਜ਼, ਵੈਸੇ ਤੇ ਸਿੱਖ ਤੇ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦਾ, ਸਾਡਾ ਨਿਤਨੇਮ ਹੈ। ਤੇ ਜਦੋਂ ਇਹ ਅਸ਼ਟਪਦੀ ਆਉਂਦੀ ਹੈ ਜੀ, ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ, ਤੇ ਦੇਖੋ ਜੀ ਉਸੇ ਵੇਲੇ ਹੀ ਹੱਥ ਜੁੜ ਜਾਂਦੇ ਨੇ, ਹਿਰਦਾ ਸ਼ਰਧਾ ਭਾਵਨਾ ਨਾਲ ਭਰ ਜਾਂਦਾ ਹੈ, ਅੱਖਾਂ 'ਚੋਂ ਹੰਝੂ ਵਹਿ ਤੁਰਦੇ ਨੇ ਕਿ ਮਾਲਕਾ ਇੰਨੀ ਕਿਰਪਾ ਕੀਤੀ, ਅਸੀਂ ਪ੍ਰਸ਼ਾਦਾ ਛਕਦੇ ਪਏ ਹਾਂ। ਬਹੁਤ ਸਾਰੇ ਐਸੇ ਲੋਕ ਨੇ ਜੋ ਇੱਕ ਬੁਰਕੀ ਛਕ ਲੈਣ, ਇੱਕ ਬਾਈਟ ਛਕ ਲੈਣ ਤੇ ਨਾਲ ਹੀ ਦੌਰਾ ਪੈ ਜਾਂਦਾ ਹੈ, ਵੀਟ ਐਲਰਜੀ। ਉਹਨਾਂ ਨੂੰ ਕਣਕ ਤੋਂ ਐਲਰਜੀ ਹੈ। ਕਈ ਲੋਕ ਖਾ ਹੀ ਨਹੀਂ ਸਕਦੇ, ਗਲੇ ਦਾ ਕੈਂਸਰ। ਸੋ ਕਹਿਣ ਦਾ ਅਰਥ ਇਹ ਹੈ ਕਿ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਕਾਰਨਾਂ ਕਰਕੇ ਅਸੀਂ ਧੰਨਵਾਦ ਕਰ ਸਕਦੇ ਹਾਂ ਤੇ ਜਿਨ੍ਹਾਂ ਕਾਰਨਾਂ ਕਰਕੇ ਅਸੀਂ ਉਲਾਮੇ ਦੇ ਸਕਦੇ ਹਾਂ। ਚੋਇਸ ਸਾਡੀ ਹੈ, ਅਸੀਂ ਕੀ ਕਰਨਾ। ਧੰਨਵਾਦ ਕਰਾਂਗੇ, ਪਰਮੇਸ਼ਵਰ ਦੇ ਵਿੱਚ ਲੀਨ ਹੋ ਜਾਵਾਂਗੇ। ਜੇਕਰ ਅਸੀਂ ਉਲਾਮੇ ਦੇਵਾਂਗੇ ਤੇ ਸਾਡੇ ਅੰਦਰ ਮੈਲ ਹੋਰ ਵੀ ਵਧੇਗੀ। ਤੇ ਮਹਾਰਾਜ ਜੀ ਕਹਿੰਦੇ ਨੇ, ਨਾਨਕ ਆਖਣ ਸਭ ਕੋ ਆਖੈ, ਇੱਕ ਦੋ ਇੱਕ ਸਿਆਣਾ। ਹਰ ਬੰਦਾ ਪਰਮੇਸ਼ਵਰ ਦੀ ਵਡਿਆਈ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਮੈਂ ਦੂਜੇ ਤੋਂ ਵੀ ਸਿਆਣਾ ਆ, ਬਾਕੀ ਸਾਰੇ ਨਾ ਸਮਝ ਨੇ, ਮੈਨੂੰ ਜ਼ਿਆਦਾ ਸਮਝ ਹੈ। ਮਹਾਰਾਜ ਜੀ ਕਹਿੰਦੇ ਨੇ, ਇਹ ਦੇਖਦਿਆਂ ਸਾਰ ਪਰਮੇਸ਼ਵਰ ਹੱਸਦਾ ਹੈ। ਜਿਵੇਂ ਬੱਚਾ ਹੁੰਦਾ ਨਾ ਛੋਟਾ ਜਿਹਾ, ਉਹ ਪੋਲਾ ਜਿਹਾ ਹੱਥ ਮਾਰ ਕੇ ਕਹਿੰਦਾ ਕਿ ਮੈਂ ਮਾਰ ਦਿੱਤਾ, ਤੇ ਪਿਤਾ ਜਾਣ ਕੇ ਡਿੱਗ ਜਾਂਦਾ ਹੈ, ਫਿਰ ਬੱਚਾ ਖੁਸ਼ ਹੋ ਜਾਂਦਾ ਹੈ। ਸਾਡਾ ਹਾਲ ਐਸਾ ਹੀ ਆ। ਅਜੇ ਅਸੀਂ ਬਚਪਨੇ ਵਿੱਚ ਹੀ ਹਾਂ, ਅਜੇ ਸਾਨੂੰ ਸਮਝ ਨਹੀਂ ਲੱਗੀ ਕਿ ਗੁਰੂ ਦੇ ਸ਼ਬਦ ਨੂੰ ਜਪ ਜਪ ਕੇ ਪਹੁੰਚਣਾ ਆ। ਅਸੀਂ ਸਿਆਣੇ ਨਹੀਂ ਬਣ ਸਕਦੇ, ਇਹ ਸਿਆਣਪ ਹੀ ਤਾਂ ਰੁਕਾਵਟ ਹੈ। ਅੱਗੇ ਮਹਾਰਾਜ ਜੀ ਸਾਨੂੰ ਸਮਝਾਉਂਦੇ ਹਨ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਆ। ਇਹ ਸ਼ਬਦ ਆਪ ਜੀ ਧਿਆਨ ਨਾਲ ਸ਼ਰਵਣ ਕੀਤਾ ਜੀ ਆਪ ਜੀ ਨੇ। ਦੇਖੋ ਮਹਾਰਾਜ ਜੀ ਕਹਿੰਦੇ ਨੇ, ਵੱਡਾ ਸਾਹਿਬ। ਇਸ ਅਲਫਾਜ਼ ਨੂੰ ਝੋਲ ਨਹੀਂ ਦੇਣੀ। ਜੇ ਝੋਲ ਦਿੱਤੀ ਨਾ ਫਿਰ ਬਣ ਜਾਣਾ ਵੱਡਾ, ਵੱਡਾ ਢੱਡਾ ਪੈ ਜਾਏਗਾ। ਇਸ ਨੂੰ ਪੜਾਂਗੇ ਵੱਡਾ। ਵੱਡਾ ਸਾਹਿਬ, ਉਹ ਪਰਮੇਸ਼ਵਰ ਸਭ ਤੋਂ ਵੱਡਾ ਆ, ਸਾਰਿਆਂ ਦਾ ਮਾਲਕ ਆ। ਵੱਡੀ ਨਾਈ, ਇਹਨੂੰ ਵੱਡੀ ਨਹੀਂ ਕਹਿਣਾ। ਜੇ ਵੱਡੀ ਕਹਿਤਾ ਤੇ ਉਹ ਹੋ ਜਾਣਾ ਵਾ ਕੱਟੀ ਹੋਈ, ਪਰਮੇਸ਼ਵਰ ਦਾ ਨਾਮ ਕੱਟਿਆ ਹੋਇਆ। ਪਰ ਇੱਥੇ ਡੱਡਾ ਕਲੀਅਰ ਬੋਲਾਂਗੇ, ਵੱਡਾ ਸਾਹਿਬ ਵੱਡੀ ਨਾਈ। ਪਰਮੇਸ਼ਵਰ ਦਾ ਨਾਮਣਾ, ਪਰਮੇਸ਼ਵਰ ਦਾ ਨਾਮ, ਪਰਮੇਸ਼ਵਰ ਦੀ ਵਡਿਆਈ ਸਭ ਤੋਂ ਉੱਚੀ ਹੈ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ। ਤੇ ਸ੍ਰਿਸ਼ਟੀ ਵਿੱਚ ਜੋ ਕੁਝ ਵੀ ਵਰਤਾਰਾ ਵਰਤ ਰਿਹਾ, ਇਹ ਪਰਮੇਸ਼ਵਰ ਦਾ ਹੀ ਕੀਤਾ ਵਰਤ ਰਿਹਾ। ਤੇ ਹੁਣ ਜੇ ਸਾਨੂੰ ਇੰਨਾ ਪਤਾ ਲੱਗ ਜਾਏ ਕਿ ਪਰਮੇਸ਼ਵਰ ਦਾ ਹੀ ਕੀਤਾ ਵਰਤ ਰਿਹਾ, ਪਰਮੇਸ਼ਵਰ ਹੀ ਕਰਾ ਰਿਹਾ ਹੈ, ਤੇ ਅਸੀਂ ਕੋਈ ਵੀ ਕੰਮ
ਸਿਰੇ ਚਾੜਨਾ ਹੋਵੇ, ਸਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੇ ਅਸੀਂ ਪਰਮੇਸ਼ਵਰ ਜੀ ਦੇ ਅੱਗੇ ਭਗਤੀ ਕਰਕੇ ਤੇ ਪਰਮੇਸ਼ਵਰ ਜੀ ਨੂੰ ਬੇਨਤੀ ਕਰੀਏ, ਉਹ ਤਾਂ ਸਾਨੂੰ ਮਿਲੇਗੀ ਨਾ। ਸਾਡੀਆਂ ਤੇ ਮੰਗਾਂ ਹੀ ਬੜੀਆਂ ਤੁੱਛ ਜਿਹੀਆਂ ਮੰਗਾਂ ਨੇ। ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਦੀ ਘਟਨਾ ਆਉਂਦੀ ਹੈ ਜੀ, ਜਿੱਡਾ ਵੱਡਾ ਪਰਮੇਸ਼ਵਰ ਹੈ ਓਨੀਆਂ ਹੀ ਵੱਡੀਆਂ ਉਹਦੀਆਂ ਦਾਤਾਂ ਨੇ। ਬਾਬਾ ਫਰੀਦ ਸਾਹਿਬ ਜੀ ਦੇ ਮਾਤਾ ਜੀ ਕਹਿਣ ਲੱਗੇ, ਪੁੱਤਰ ਜਾ ਦੇਖ ਭਾਂਡੇ ਵਿੱਚ ਸ਼ੱਕਰ ਹੈ। ਤੇ ਜਿਸ ਵੇਲੇ ਵੇਖਿਆ ਕਹਿਣ ਲੱਗੇ ਕਿ ਬਾਬਾ ਫਰੀਦ ਸਾਹਿਬ ਜੀ ਵੀ ਸ਼ੱਕਰ ਨਹੀਂ ਹੈ ਮਾਤਾ ਜੀ। ਅੰਮਾ ਸ਼ੱਕਰ ਨਹੀਂ ਹੈ। ਅੱਛਾ, ਗਰਮ ਜਲ ਕਰਕੇ ਤੇ ਉਹਦੇ ਵਿੱਚ ਪਾ ਕੇ ਪੀਣੀ ਸੀ। ਚੱਲ ਕੋਈ ਗੱਲ ਨਹੀਂ, ਤੂੰ ਇੰਜ ਕਰ, ਤੂੰ ਅੱਲਾ ਦੇ ਅੱਗੇ ਦੁਆ ਕਰ, ਅਰਦਾਸ ਕਰ, ਯਾ ਖੁਦਾਇਆ ਮੈਨੂੰ ਪਾਈਆ ਕੋਈ ਸ਼ੱਕਰ ਦੇ ਦੇ, ਪਾਈਆ ਕੋਈ ਸ਼ੱਕਰ। ਤੇ ਕਹਿੰਦੇ ਨੇ ਉਸ ਵੇਲੇ ਬਾਬਾ ਫਰੀਦ ਸਾਹਿਬ ਜੀ ਨੇ ਛੋਟੀ ਉਮਰ ਦੇ ਵਿੱਚ 8 ਸਾਲ ਦੀ ਉਮਰ ਵਿੱਚ ਅਰਦਾਸ ਕੀਤੀ। ਤੇ ਆਪ ਜੀ ਨੂੰ ਪਤਾ ਹੋਏਗਾ ਬਾਬਾ ਫਰੀਦ ਸਾਹਿਬ ਜੀ ਨੂੰ 7 ਸਾਲ ਦੀ ਉਮਰ ਵਿੱਚ ਕੁਰਾਨ ਸ਼ਰੀਫ ਆਪਣਾ ਧਾਰਮਿਕ ਗ੍ਰੰਥ ਕੰਠ ਸੀ। ਇੰਜ ਸਮਝ ਲਵੋ ਕਿ 7 ਸਾਲ ਦੀ ਉਮਰ ਵਿੱਚ ਸਿੱਖ ਧਰਮ ਦੇ ਬੱਚੇ ਨੂੰ ਗੁਰੂ ਗ੍ਰੰਥ ਸਾਹਿਬ ਕੰਠ ਹੋਵੇ। ਮਾਂ ਕਿਤਨੀ ਧਰਮਾਤਮਾ ਹੋਏਗੀ, ਮਾਂ ਕਿਤਨੀ ਬੰਦਗੀ ਵਾਲੀ ਹੋਏਗੀ ਜਿਸ ਨੇ ਕੁਰਾਨ ਸ਼ਰੀਫ ਦਾ ਸਾਰਾ ਧਾਰਮਿਕ ਗ੍ਰੰਥ ਹੀ ਕੰਠ ਕਰਾ ਦਿੱਤਾ ਜੀ। ਤੇ ਸਾਡੀਆਂ ਮਾਵਾਂ ਨੇ ਗ੍ਰੰਥ ਕੰਠ ਤੇ ਕੀ ਕਰਾਉਣਾ ਆ? ਜੇ ਬੱਚਾ ਕਿਤੇ ਕਹਿ ਦੇਵੇ ਕਿ ਗੁਰਦੁਆਰੇ ਸਾਹਿਬ ਜਾਣਾ ਤੇ ਮਾਂ ਚਪੇੜ ਮਾਰ ਕੇ ਕਹਿੰਦੀ ਜਾਣਾ ਤੂੰ ਗੁਰਦੁਆਰੇ, ਚੱਲ ਦਫਾ ਹੋ ਜਾ, ਸਕੂਲੇ ਜਾਣਾ ਹੈ, ਗੁਰਦੁਆਰੇ ਕੀ ਕਰਨਾ ਜਾ ਕੇ, ਪੜ੍ਹਨ ਦਾ ਤੇਰਾ ਟਾਈਮ ਆ। ਸਾਡੀਆਂ ਮਾਵਾਂ ਇੰਨੀਆਂ ਚੜ੍ਹਦੀ ਕਲਾ ਵਾਲੀਆਂ ਨੇ। ਤੇ ਜਦ ਕਿ ਮਾਵਾਂ ਨੂੰ ਸੁਭਾਅ ਬਣਾ ਦੇਣਾ ਚਾਹੀਦਾ ਹੈ ਆਪਣੇ ਬੱਚਿਆਂ ਦਾ। ਇਹ ਨਾ ਕੰਨਾਂ 'ਚ ਪਾਓ ਕਿ ਗੁਰਦੁਆਰੇ ਅਸੀਂ ਵੀਕਐਂਡ ਸਾਹਿਬ ਹੀ ਜਾਣਾ ਹੈ, ਗੁਰਦੁਆਰੇ ਸਾਹਿਬ ਅਸੀਂ ਵੀਕਐਂਡ 'ਤੇ ਜਾਣਾ ਹੈ। ਜਦੋਂ ਅਸੀਂ ਕਹਿੰਦੇ ਨਾ ਅੱਛਾ ਵੀਕਐਂਡ 'ਤੇ ਜਾਵਾਂਗੇ, ਹੁਣ ਬੱਚੇ ਸੁਣਦੇ ਨੇ ਤੇ ਜਿਹੜਾ ਵੀਕਐਂਡ ਆ ਵੀ ਸਾਫ਼ ਬਣ ਜਾਂਦਾ ਫਿਰ, ਕਿਉਂਕਿ ਵੀਕਐਂਡ ਦੇ ਉੱਤੇ ਅਸੀਂ ਗੁਰਦੁਆਰੇ ਜਾਣਾ ਹੈ। ਵੀਕਐਂਡ ਵੱਡਾ ਹੋ ਗਿਆ ਨਾ, ਫਿਰ ਸੰਡੇ ਨੂੰ ਜਾਵਾਂਗੇ। ਚਲੋ ਜੋ ਬਾਹਰ ਨੇ ਉਹਨਾਂ ਦੀ ਤਾਂ ਗੱਲ ਹੋ ਰਿਹਾ, ਤੇ ਜੇਕਰ ਅਸੀਂ ਘਰ ਵਿੱਚ ਰਹਿੰਦੇ ਹਾਂ ਨੇੜੇ ਗੁਰੂ ਘਰ, ਸਾਨੂੰ ਮਹਾਰਾਜ ਜੀ ਦੇ ਦਰਸ਼ਨ ਜੇ ਕਿਤੇ ਮਿਲ ਜਾਣ ਤੇ ਫਿਰ ਕਿੰਨੇ ਵੱਡੇ ਭਾਗਾਂ ਦੀ ਨਿਸ਼ਾਨੀ। ਕੋਈ ਚੀਜ਼ ਘਟੇਗੀ ਨਹੀਂ, ਇਹ ਮਹਾਰਾਜ ਜੀ ਕਹਿੰਦੇ ਨੇ। ਸ਼ਾਇਦ ਸਾਨੂੰ ਇੰਝ ਮਹਿਸੂਸ ਹੁੰਦਾ ਹੈ ਜੇ ਗੁਰਦੁਆਰੇ ਸਾਹਿਬ ਗਏ ਕੋਈ ਚੀਜ਼ ਘੱਟ ਹੀ ਨਾ ਜਾਏ। ਨਹੀਂ, ਮਹਾਰਾਜ ਜੀ ਬਖਸ਼ਿਸ਼ ਹੀ ਵਰਤਾਉਣਗੇ, ਕਿਉਂਕਿ ਜਿੱਥੋਂ ਕੁਝ ਪ੍ਰਾਪਤੀ ਦੀ ਉਮੀਦ ਹੋਵੇ ਬੰਦਾ ਉੱਧਰ ਹੀ ਜਾਂਦਾ। ਤੇ ਲੱਗਦਾ ਸਾਡੀਆਂ ਉਮੀਦਾਂ ਹੀ ਖਤਮ ਹੋ ਚੁੱਕੀਆਂ ਨੇ, ਤਾਂ ਹੀ ਨਹੀਂ ਜਾਂਦੇ। ਹਾਂਜੀ, ਤਾਂ ਹੀ ਨਹੀਂ ਜਾਂਦੇ ਅਸੀਂ। ਤੇ ਜੇ ਕਿਤੇ ਉਮੀਦਾਂ ਹੋਣ ਤੇ ਭਗਤ ਰਵਿਦਾਸ ਜੀ ਕਹਿੰਦੇ ਨੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਬੜਾ ਚਿਰ ਹੋ ਗਿਆ, ਬੜਾ ਸਮਾਂ ਹੋ ਗਿਆ, ਦਰਸ਼ਨ ਹੀ ਨਹੀਂ ਹੋਏ। ਤੇ ਦਰਸ਼ਨਾਂ ਦੀ ਆਸ ਵਿੱਚ ਬੈਠਾ ਹੋਇਆ। ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਸਾਡੇ ਅੰਦਰੋਂ ਆਸ ਹੀ ਖਤਮ ਹੋ ਗਈ। ਵੇਖੋ ਕਿੰਨੇ ਮੰਦੇ ਭਾਗਾਂ ਦੀ ਨਿਸ਼ਾਨੀ ਹੈ ਸਾਡੇ ਉੱਤੇ ਵਰਤ ਗਈ ਹੈ। ਤੇ ਬਾਬਾ ਫਰੀਦ ਸਾਹਿਬ ਜੀ ਨੇ ਕਹਿੰਦੇ ਨੇ ਦੁਆ ਅਰਦਾਸ ਕੀਤੀ ਪੂਰੇ ਭਰੋਸੇ ਨਾਲ, ਪੂਰੇ ਅਕੀਦੇ ਨਾਲ। ਇੱਕਦਮ ਕਹਿੰਦੇ ਨੇ ਧਰਤੀ ਡਗਮਗਾਈ, ਬਹੁਤ ਭਾਰੀਆਂ ਆਵਾਜ਼ਾਂ ਆਈਆਂ। ਤੇ ਜਿਸ ਵੇਲੇ ਮਾਂ ਨੇ ਬਾਬਾ ਫਰੀਦ ਸਾਹਿਬ ਜੀ ਨੂੰ ਘੁੱਟ ਕੇ ਗਲਵੱਕੜੀ 'ਚ ਲਿਆ, ਇੰਜ ਮਹਿਸੂਸ ਹੋਇਆ ਭੁਚਾਲ ਆ ਗਿਆ। ਤੇ ਮਤਾਂ ਕਿਤੇ ਆਪਣੀ ਝੁੱਗੀ ਹੀ ਉੱਤੇ ਡਿੱਗ ਨਾ ਪਵੇ, ਕਿਤੇ ਕਾਨਿਆਂ ਦੇ ਨਾਲ, ਕਿਤੇ ਡੰਡਿਆਂ ਦੇ ਨਾਲ ਚੋਟ ਹੀ ਨਾ ਲੱਗੇ, ਵੀ ਮੈਨੂੰ ਚੋਟ ਲੱਗ ਜਾਏ, ਮੇਰੇ ਬੱਚੇ ਨੂੰ ਨਾ ਲੱਗੇ। ਫਿਰ ਬਾਹਰ ਨੂੰ ਜਾ ਕੇ ਦੇਖਿਆ, ਕਹਿੰਦੇ ਨੇ ਸ਼ੱਕਰਾਂ ਦੇ ਉੱਥੇ ਢੇਰ ਲੱਗੇ ਪਏ ਸੀ, ਉੱਚੇ ਉੱਚੇ ਟਿੱਬੇ ਲੱਗੇ ਪਏ ਸੀ, ਘਰ ਦੇ 4 ਚੁਫੇਰੇ ਦੂਰ ਦੂਰ ਤੱਕ, ਮੀਲਾਂ ਤੱਕ। ਤੇ ਉਸ ਵੇਲੇ ਬਾਬਾ ਫਰੀਦ ਸਾਹਿਬ ਜੀ ਨੇ ਪੁੱਛਿਆ, ਅੰਮਾ ਇਹ ਕੀ? ਤੇ ਜਿਸ ਵੇਲੇ ਛਕ ਕੇ ਦੇਖਿਆ ਤੇ ਆਖਿਆ ਤੇ ਸ਼ੱਕਰ ਆ। ਤੇ ਬਾਬਾ ਫਰੀਦ ਸਾਹਿਬ ਜੀ ਨੇ ਉਸ ਵੇਲੇ ਆਖਿਆ, ਯਾ ਖੁਦਾਇਆ ਪਾਈਆ ਕਿਉਂ ਮੰਗਿਆ ਸੀ? ਵੀ ਪਾਈਆ ਸ਼ੱਕਰ ਦਵੀਂ 250 ਗ੍ਰਾਮ, ਤੇ ਤੂੰ ਤੇ ਬਹੁਤ ਜ਼ਿਆਦਾ ਦੇ ਛੱਡੀ। ਤੇ ਕਹਿੰਦੇ ਨੇ ਇਲਾਹੀ ਦਰਗਾਹੀ ਗੈਬੀ ਆਵਾਜ਼ ਆਈ, ਐ ਫਰੀਦ, ਜਿਹੜਾ ਮਨੁੱਖ 6 ਫੁੱਟ 6.5 ਫੁੱਟ ਦਾ ਹੈ, ਜਿਹੋ ਜਿਹਾ ਉਹਦਾ ਸਰੀਰ ਉਹੋ ਜਿਹਾ ਉਹਦਾ ਪਾਈਆ। ਹੁਣ ਜਿੰਨਾ ਵੱਡਾ ਮੈਂ ਹਾਂ ਓਨੇ ਵੱਡੇ ਮੇਰੇ ਪਾਈਆ ਹਨ। ਜਿੰਨਾ ਵੱਡਾ ਮਾਲਕ ਹੈ ਉਨੀ ਵੱਡੀ ਉਹਦੀ ਦਾਤ ਹੁੰਦੀ ਹੈ।
ਸੋ ਸਾਡਾ ਹਿਰਦਾ ਇਸ ਬਾਤ ਨੂੰ ਤਸਲੀਮ ਕਰੇ ਕਿ ਵਾਕਈ ਪਰਮੇਸ਼ਵਰ ਬਹੁਤ ਵੱਡਾ ਹੈ। ਜੋ ਮੰਗ ਲਿਆ ਉਹ ਮਿਲ ਹੀ ਜਾਣਾ ਹੈ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ। ਸਾਰਾ ਕੁਝ ਉਹਦਾ ਕੀਤਾ ਵਰਤਦਾ ਪਿਆ ਹੈ, ਸਾਰਾ ਕੁਝ ਹੀ ਉਹ ਕਰ ਸਕਦਾ ਹੈ। ਤੇ ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਤੂੰ ਉਹਦੀ ਯਾਦ ਵਿੱਚ ਜੁੜ ਜਾਵੇਂ, ਸੰਸਾਰ ਦੀਆਂ ਦਾਤਾਂ ਵੀ ਮਿਲਣਗੀਆਂ ਤੇ ਤੈਨੂੰ ਪਰਮੇਸ਼ਵਰ ਆਪ ਵੀ ਮਿਲੇਗਾ। ਅੱਗੇ ਅੰਤਲੀ ਪੰਕਤੀ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਨਾਨਕ ਜੇ ਕੋ ਆਪਾ ਜਾਣੈ, ਅੱਗੇ ਗਿਆ ਨਾ ਸੂਹੈ। ਇੱਥੇ ਵਿਸ਼ਰਾਮ ਹੈ। ਨਾਨਕ ਥੋੜਾ ਜਿਹਾ ਰੁਕ ਜਾਣਾ। ਜੇ ਕੋ ਆਪੋ ਜਾਣੈ, ਕਨੋੜਾ ਹੈ ਨਾ ਜੀ, ਅਸੀਂ ਇਹਨੂੰ ਆਪੋ ਨਹੀਂ ਕਹਾਂਗੇ, ਆਪੋ। ਨਾਨਕ ਜੇ ਕੋ ਆਪੋ ਜਾਣੈ। ਜੇਕਰ ਕੋਈ ਮਨੁੱਖ ਇਹ ਸੋਚੇ ਕਿ ਆਪਣੇ ਬੁੱਧੀ ਦੇ ਬਲ ਦੇ ਨਾਲ, ਆਪਣੀ ਦਿਮਾਗੀ ਸ਼ਕਤੀ ਦੇ ਨਾਲ, ਆਪਣੇ ਅਕਲ ਦੇ ਆਸਰੇ ਪਰਮੇਸ਼ਵਰ ਦੀ ਵਡਿਆਈ ਕਰ ਸਕਦਾ ਹੈ, ਜਾਂ ਫਿਰ ਵਡਿਆਈ ਕਰ ਕਰਕੇ ਤੇ ਵਡਿਆਈ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰੇ, ਮਹਾਰਾਜ ਜੀ ਕਹਿੰਦੇ ਨੇ ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। ਉਹ ਬੰਦਾ ਪਰਮੇਸ਼ਵਰ ਦੀ ਦਰਗਾਹ ਦੇ ਵਿੱਚ, ਪਰਮੇਸ਼ਵਰ ਦੇ ਘਰ ਵਿੱਚ ਕਦੀ ਵੀ ਆਦਰ ਸਤਿਕਾਰ ਨਹੀਂ ਪ੍ਰਾਪਤ ਕਰਦਾ। ਇਹਦਾ ਅਰਥ ਇਹ ਹੈ ਕਿ ਉਹ ਰੱਬ ਦੇ ਘਰ ਤੱਕ ਨਹੀਂ ਪਹੁੰਚ ਸਕਦਾ, ਕਿਉਂਕਿ ਅਕਲ ਤੇ ਰੂਹਾਨੀ ਜੀਵਨ ਇਹ ਦੋਵੇਂ ਵਿਪਰੀਤ ਧਾਰਾਵਾਂ ਹਨ। ਅਕਲ ਕਹਿੰਦੀ ਹੈ ਫਾਇਦਾ ਕਿੱਥੇ ਹੈ, ਨੁਕਸਾਨ ਕਿੱਥੇ ਹੈ, ਤੇ ਜੋ ਰੂਹਾਨੀਅਤ ਹੈ ਇਹ ਕਹਿੰਦੀ ਹੈ ਗੁਰੂ ਦੇ ਅੱਗੇ ਕੁਰਬਾਨ ਹੋਣਾ ਹੀ ਸਭ ਤੋਂ ਵੱਡੀ ਸਿਆਣਪ ਹੈ, ਕੁਰਬਾਨ ਹੋਣਾ ਹੀ ਸਭ ਤੋਂ ਵੱਡੀ ਪ੍ਰਾਪਤੀ ਹੈ। ਅਕਲ ਕਹੇਗੀ ਕਿ ਜੇ ਗੁਰੂ ਅੱਗੇ ਕੁਰਬਾਨ ਹੋ ਗਏ ਤੇ ਵਿਸ਼ੇ ਵਾਸ਼ਨਾ ਕਿਵੇਂ ਭੋਗਾਂਗੇ, ਸ਼ਰਾਬ ਕਿਵੇਂ ਪੀਵਾਂਗੇ, ਮੀਟ ਕਿਵੇਂ ਖਾਵਾਂਗੇ। ਤੇ ਰੂਹਾਨੀ ਜੀਵਨ ਕਹੇਗਾ ਕਿ ਇਹ ਚੀਜ਼ਾਂ ਛਿਨ ਭੰਗਰ ਹਨ, ਸਰੀਰ ਛਿਨ ਭੰਗਰ ਹੈ, ਛਿਨ ਭੰਗਰ ਦੇ ਸਵਾਦ ਕਰਕੇ ਫਿਰ 84 ਲੱਖ ਜੂਨਾ ਜਾਣਾ, ਮਿਲਣਾ ਤੇ ਪਰਮੇਸ਼ਵਰ ਨੂੰ। ਅਕਲ ਕਹੇਗੀ ਪਰਮੇਸ਼ਵਰ ਨਹੀਂ ਹੈ, ਤੇ ਰੂਹਾਨੀ ਜੀਵਨ ਕਹੇਗਾ, ਗੁਰੂ ਕਹੇਗਾ ਕਿ ਪਰਮੇਸ਼ਵਰ ਤੇ ਸਾਰੇ ਪਾਸੇ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਦੱਸੋ ਦੋਵਾਂ ਦਾ ਮਿਲਾਪ ਕਿਵੇਂ ਹੋਵੇ? ਜੇ ਦੇਖਿਆ ਜਾਵੇ, ਆਪ ਜੀ ਇਤਿਹਾਸ ਦੇਖੋ, ਜੋ ਕਹਿ ਰਹੇ ਨੇ ਨਾ ਵਜ਼ੀਰ ਖਾਂ ਹੋਣੀ, ਉਹ ਕਹਿ ਸੱਚ ਹੀ ਰਹੇ ਨੇ, ਤੇ ਉਹਨਾਂ ਨੇ ਉਹ ਕਰ ਵੀ ਲੈਣਾ ਸੀ। ਵਜ਼ੀਰ ਖਾਂ ਬਾਬਾ ਫਤਿਹ ਸਿੰਘ ਜੀ ਨੂੰ, ਬਾਬਾ ਜੋਰਾਵਰ ਸਿੰਘ ਜੀ ਨੂੰ ਕਹਿੰਦੇ ਨੇ ਤੁਸੀਂ ਇੱਕ ਵਾਰ ਇਸਲਾਮ ਧਰਮ ਕਬੂਲ ਕਰੋ, ਅਸੀਂ ਤੁਹਾਨੂੰ ਸੰਸਾਰ ਦੇ ਸਾਰੇ ਸੁੱਖ ਦਿਆਂਗੇ। ਅਕਲ ਜੋ ਮੰਨਦੀ ਹੈ, ਅਕਲ ਜੋ ਕਹਿੰਦੀ ਹੈ, ਉਹ ਵਜ਼ੀਰ ਖਾਂ ਦੇ ਵਿੱਚ ਪ੍ਰਗਟ ਹੋਈ। ਵਜ਼ੀਰ ਖਾਂ ਕਹਿੰਦਾ ਹੈ ਕਿ ਤੁਸੀਂ ਕਿਹੜੀ ਸਿੱਖੀ ਵਾਲੇ ਪਾਸੇ ਤੁਰੇ ਪਏ ਹੋ, ਸਾਡੀ ਸ਼ਰਨ ਵਿੱਚ ਆ ਜਾਓ, ਇਸਲਾਮ ਧਰਮ ਕਬੂਲ ਕਰੋ, ਅਸੀਂ ਵੱਡੇ ਵੱਡੇ ਤੁਹਾਨੂੰ ਮਹਿਲ ਦੇ ਦਿੰਦੇ ਹਾਂ, ਅਸੀਂ ਤੁਹਾਨੂੰ ਵੱਡੇ ਵੱਡੇ ਅਹੁਦੇ ਦੇ ਦਿਆਂਗੇ, 4-4 ਬੱਚੀਆਂ ਦੇ ਨਾਲ ਨਿਕਾਹ ਹੋਣਗੇ, ਤੁਹਾਨੂੰ ਖਾਣ ਵਾਸਤੇ ਖਾਸ ਤੌਰ ਤੇ ਕਾਬੁਲ ਦੇ ਮੇਵੇ ਹੋਣਗੇ, ਗਰਮ ਧੁੱਸੇ ਹੋਣਗੇ, ਜੋ ਕਿ -ਡਿਗਰੀ ਦੇ ਵਿੱਚ ਵੀ ਧੁੱਸੇ ਆਪ ਜੀ ਸਮਝਦੇ ਹੋ, ਗਰਮ ਕੰਬਲ, -ਡਿਗਰੀ ਦੇ ਵਿੱਚ ਵੀ ਅੰਦਰ ਪਸੀਨੇ ਆਉਂਦੇ ਨੇ, ਉਹਨਾਂ ਨੂੰ ਗਰਮ ਧੁੱਸੇ ਕਹਿੰਦੇ ਨੇ। ਜੋ ਜੋ ਅਲਫਾਜ਼ ਵਰਤੇ ਤੁਹਾਨੂੰ ਖਜ਼ਾਨਾ ਦਿੱਤਾ ਜਾਏਗਾ, ਉੱਚੀਆਂ ਪਦਵੀਆਂ ਮਿਲਣਗੀਆਂ, ਵਡਿਆਈਆਂ ਮਿਲਣਗੀਆਂ, ਤੁਹਾਨੂੰ 75,000 ਫੌਜ ਦਿੱਤੀ ਜਾਏਗੀ, ਤੁਹਾਨੂੰ ਇਹ ਦਿੱਤਾ ਜਾਏਗਾ ਸੰਸਾਰ ਦੇ ਸੁੱਖ ਮਾਣੋ, ਖਾਓ ਪੀਓ ਮੌਜਾਂ ਕਰੋ। ਅਕਲ ਤਾਂ ਇਹੀ ਮੰਗਦੀ ਹੈ ਨਾ, ਅਕਲ ਤਾਂ ਇਹੀ ਮੰਗਦੀ ਹੈ, ਤੇ ਸਾਡਾ ਵੀ ਜੀਵਨ ਇਹੀ ਮੰਗਦਾ ਆ, ਪੈਸਾ ਹੋਵੇ, ਸੰਸਾਰ ਦੇ ਸੁੱਖ ਹੋਣ। ਕੀ ਕਰਨਾ ਗੁਰੂ ਨਾਨਕ ਦੀ ਸਿੱਖੀ ਤੋਂ? ਜੇ ਅਸੀਂ ਭਗਤੀ ਨਹੀਂ ਨਾ ਕਰਦੇ ਤੇ ਅਸੀਂ ਕਹਿ ਇਹੀ ਰਹੇ ਹਾਂ, ਕਹਿ ਇਹੀ ਰਹੇ ਹਾਂ। ਕੀ ਕਰਨਾ ਹੈ ਜੀ? ਆਪਣੀ ਜੋਬ ਕਰੋ, ਆਪਣਾ ਵਰਕ ਕਰੋ। ਤੇ ਇੱਕ ਬੜੀ ਹੈਰਾਨਗੀ ਦੀ ਗੱਲ, ਦਾਸ ਜਿਸ ਵੇਲੇ ਕੈਨੇਡਾ ਗਿਆ ਸੀ, ਉੱਥੇ ਗੁਰਮੁਖ ਪਿਆਰੇ ਕਹਿੰਦੇ ਵੇਖੋ ਜੀ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, UK ਦੇ ਵਿੱਚ, ਇਹਨਾਂ ਦੇਸ਼ਾਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ ਪਾਲਿਆ ਜਾ ਰਿਹਾ ਹੈ।
ਮੈਂ ਕਿਹਾ 7 ਵਜਨ ਜੀ, ਪਹਿਲਾ ਦਿਨ ਸੀ ਦੱਸਦਾ। ਮੈਂ ਕਿਹਾ ਜੀ ਕਿਰਪਾ ਕਰਕੇ ਦੱਸੋ ਹਾਂ ਕਿਵੇਂ। ਮਹਾਰਾਜ ਜੀ ਨੇ ਕਿਹਾ ਕਿਰਤ ਕਰੋ। ਅੱਛਾ ਜੀ, ਅਸੀਂ ਕਿਰਤ ਕਰਦੇ ਹਾਂ, ਅਸੀਂ ਹੱਕ ਹਲਾਲ ਦੀ ਕਮਾਈ ਕਰਦੇ ਹਾਂ, ਜੋਬ ਕਰਦੇ ਹਾਂ, ਵਰਕ ਕਰਦੇ ਹਾਂ। ਅੱਛਾ ਜੀ। ਫਿਰ ਬਾਅਦ 'ਚੋਂ ਗੁਰੂ ਨੇ ਆਖਿਆ ਵੰਡ ਛਕੋ, ਅਸੀਂ ਵੰਡ ਕੇ ਛਕਦੇ ਹਾਂ। ਕਿੱਥੇ? ਆਪਣੇ ਘਰ 'ਚ ਹੀ। ਅੱਛਾ ਜੀ। ਫਿਰ ਤੀਜੇ ਨੰਬਰ 'ਤੇ ਕਹਿੰਦੇ ਆ ਵੀ ਨਾਮ ਜਪੋ, ਅਸੀਂ ਸੌਣ ਲੱਗਿਆ ਵਾਹਿਗੁਰੂ ਵਾਹਿਗੁਰੂ 2 ਵਾਰੀ ਕਹਿ ਦਿੰਦੇ ਹਾਂ। ਮੈਂ ਤੁਹਾਨੂੰ, ਤੁਸੀਂ ਤੇ ਬੜੇ ਵੱਡੇ ਤਪੱਸਵੀ ਹੋ, ਤੁਸੀਂ ਤੇ ਬਹੁਤ ਉੱਚੀ ਅਵਸਥਾ ਪ੍ਰਾਪਤ ਕਰ ਲਈ। ਫਿਰ ਦਾਸ ਨੇ ਬੇਨਤੀ ਕੀਤੀ, ਜਿਹੜੀ ਕਿਰਤ ਦੀ ਗੱਲ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਰਹੇ ਨੇ ਨਾ, ਉਹ ਪਤਾ ਕਿਹੜੀ ਕਿਰਤ ਹੈ ਜੀ? ਸਭ ਤੋਂ ਪਹਿਲਾਂ ਹੈ ਨਾਮ ਜਪੋ। ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਸਿੱਖ ਕੀ ਕਰਦਾ? ਗੁਰੂ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਸਭ ਤੋਂ ਪਹਿਲਾਂ ਨਾਮ ਧਿਆਉਣਾ ਹੈ, ਨਾਮ ਜਪਣਾ ਹੈ। ਨਾਮ ਜਪੋ, ਫਿਰ ਅੱਗੇ ਹੈ ਕਿਰਤ ਕਰੋ। ਤੇ ਕਿਰਤ ਦਾ ਅਰਥ ਇਹ ਹੈ ਜੈਸੀ ਕਿਰਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤੀ। ਅਸੀਂ ਇੰਝ ਕਰ ਸਕਦੇ ਹਾਂ ਕਿ ਅਸੀਂ ਜੀ ਕਿਰਤ ਕੀਤੀ ਤੇ ਸਾਨੂੰ ਪਤਾ ਲੱਗਾ ਕਿ ਕਿਸੇ ਥਾਂ ਦੇ ਉੱਤੇ ਕਿਸੇ ਨੂੰ ਲੋੜ ਪਈ, ਅਸੀਂ ਸਾਰੀ ਦੀ ਸਾਰੀ ਮਾਇਆ ਹੀ ਦੇ ਦਈਏ? ਕਰ ਸਕਦੇ ਹਾਂ? ਨਹੀਂ ਕਰ ਸਕਦੇ। ਤੇ ਵੰਡ ਛਕੋ, ਆਪਣੇ 4 ਕੁ ਜੀਆਂ ਦੇ ਵਿੱਚ ਪ੍ਰਸ਼ਾਦਾ ਪਾਣੀ ਛਕ ਲਿਆ। ਇਹ ਕਿਹੋ ਜੀ ਦੱਸੋ ਜੀ ਵੰਡ ਛਕਣ ਦੀ ਪ੍ਰਕਿਰਿਆ ਹੋਈ? ਵੰਡ ਛਕਣ ਦਾ ਅਰਥ ਇਹ ਹੈ ਕਿ ਜਿਸ ਵੇਲੇ ਅਸੀਂ ਕਿਰਤ ਕੀਤੀ, ਅਸੀਂ ਦਸਵੰਧ ਪਾਸੇ ਰੱਖ ਲਿਆ। ਸੱਚੇ ਪਾਤਸ਼ਾਹ 10 ਰੁਪਈਏ ਦੇ ਵਿੱਚੋਂ 1 ਰੁਪਈਆ ਤੇਰਾ ਦਾਤਿਆ, ਇਹ 1 ਰੁਪਈਆ ਤੇਰੇ ਚਰਨਾਂ ਤੋਂ ਕੁਰਬਾਨ, ਇਸ ਪੈਸੇ ਦਾ ਸਾਡਾ ਕੋਈ ਹੱਕ ਨਹੀਂ। ਤੇ ਜੇ ਅਸੀਂ ਗੁਰੂ ਘਰ ਦੇ ਵਿੱਚ ਕੋਈ ਸੇਵਾ ਕਰਨੀ ਹੈ, ਕੋਈ ਸ਼੍ਰੀ ਅਖੰਡ ਪਾਠ ਸਾਹਿਬ ਕਰਨਾ ਹੈ, ਉਹ ਅਲੱਗਾ ਹੈ, ਇਹ ਅਲੱਗਾ ਹੈ। ਕਿਰਤ ਉਹੀ ਪ੍ਰਵਾਨ ਹੈ ਜਿਹਦੇ ਵਿੱਚ ਪਰਮੇਸ਼ਵਰ ਦਾ ਨਾਮ ਹੋਵੇ। ਜੇ ਕਿਰਤ ਕਰਦੇ ਕਰਦੇ ਅੰਦਰ ਵਾਸ਼ਨਾਵਾਂ ਚੱਲ ਰਹੀਆਂ ਨੇ, ਮਹਾਰਾਜ ਜੀ ਕਹਿੰਦੇ ਨੇ ਫਿਰ ਐਸੀ ਕਿਰਤ ਜ਼ਹਿਰ ਦੇ ਨਾਲ ਨੁੱਚੜਦੀ ਪਈ ਹੈ, ਉਸ ਕਿਰਤ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਕਿਰਤ ਕੰਮ ਨੂੰ ਨਹੀਂ ਕਹਿੰਦੇ। ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਬਾਰ-ਬਾਰ ਬਖਸ਼ਿਸ਼ ਕੀਤੀ, ਕਹਿਣ ਲੱਗੇ ਕਿ ਤੂੰ ਸੋਚਦਾ ਹੈ ਕਿਰਤ ਇਹਨੂੰ ਕਹਿੰਦੇ ਨੇ। ਤੇ ਜੇ ਕਿਤੇ ਕਿਰਤ ਕਰਨਾ ਇਹ ਅਰਥ ਹੁੰਦਾ, ਫਿਰ ਮਹਾਰਾਜ ਜੀ ਨੇ ਕਿਉਂ ਇਹ ਬਚਨ ਕੀਤਾ, ਅਵਰ ਕਾਜ ਤੇਰਾ ਕਿਤੇ ਨਾ ਕਾਮ? ਇਹ ਤਾਂ ਕਿਸੇ ਕੰਮ ਹੀ ਨਹੀਂ। ਤੇ ਮਹਾਰਾਜ ਜੀ ਨੇ ਇਸ ਨੂੰ ਧੰਦ ਪਿੱਟੇ ਹੋ ਭਾਈ ਹੋ ਸ਼ਬਦ ਵਰਤਿਆ। ਇਹ ਪਿੱਟਣਾ ਹੈ। ਜੇ ਕਿਰਤ ਕਰਦੇ, ਇਹ ਅੰਦਰ ਭਾਵ ਨਹੀਂ, ਖਿਆਲ ਨਹੀਂ ਕਿ ਪਰਮੇਸ਼ਵਰ ਜੀ ਤੁਸੀਂ ਕਰਾ ਰਹੇ ਹੋ। ਜੇ ਅੰਦਰ ਵਾਹਿਗੁਰੂ ਵਾਹਿਗੁਰੂ ਸ਼ਬਦ ਨਹੀਂ, ਫਿਰ ਇਹ ਜਿਹੜੀ ਕਿਰਤ ਹੈ ਨਾ, ਕਿਰਤ ਨਹੀਂ ਹੋਈ। ਤੇ ਨਾਲ ਹੀ ਸਾਡੇ ਅੰਦਰ ਨਾ ਖਿਆਲ ਬੜੇ ਐਸੇ ਨੇ, ਅਸੀਂ ਨਾ ਆਪਣੇ ਆਪ ਨੂੰ ਸਹੀ ਸਾਬਤ ਕਰਨ ਵਾਲੇ ਪਾਸੇ ਚੱਲੇ ਹੋਏ ਹਾਂ। ਅਸੀਂ ਆਪ ਹੀ ਡਾਕਟਰ ਹਾਂ, ਅਸੀਂ ਆਪ ਹੀ ਲੈਬ ਹਾਂ, ਅਸੀਂ ਆਪ ਹੀ ਰਿਪੋਰਟ ਹਾਂ, ਅਸੀਂ ਆਪ ਹੀ ਪੇਸ਼ੈਂਟ ਹਾਂ, ਤੇ ਅਸੀਂ ਆਪ ਹੀ ਡਿਕਲੇਅਰ ਕਰ ਦਿੰਦੇ ਹਾਂ ਕਿ ਅਸੀਂ ਚੰਗੇ ਭਲੇ ਹਾਂ। ਆਪ ਹੀ ਸਾਰਾ ਕੁਛ ਆ। ਗੁਰੂ ਦੇ ਅੱਗੇ ਜਾ ਕੇ ਕਿਤੇ ਖੜੇ ਹੋਈਏ ਤੇ ਗੁਰੂ ਮਹਾਰਾਜ ਜੀ ਨੇ ਉਸੇ ਵੇਲੇ ਬਚਨ ਕਰਨਾ ਆ। ਮਹਾਰਾਜ ਜੀ ਨੇ ਬਚਨ ਕਰਨਾ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀਅ ਪਹਿ ਲੀਜੈ। ਤੇਰੀ ਜਿੰਦ ਤੋਂ ਸਾਰਾ ਹਿਸਾਬ ਤਾਂ ਮੰਗਣਾ। ਬਹੁ ਪਰਪੰਚ ਕਰ, ਪਰਪੰਚ ਦਾ ਅਰਥ ਕੀ ਹੈ ਜੀ? ਪਰਪੰਚ ਦਾ ਅਰਥ ਕੀ ਹੋਇਆ? ਧੋਖੇ ਦੇ ਨਾਲ ਸਾਰਾ ਬਿਜ਼ਨਸ ਹੁੰਦਾ ਤੇ ਪਰਪੰਚ ਹੀ ਹੈ ਨਾ। 8 ਰੁਪਏ ਦੀ ਚੀਜ਼ ਲਿਆ ਕੇ ਅਸੀਂ 10 ਰੁਪਏ ਦੀ ਵੇਚੀਏ, ਹੈ ਤੇ ਪਰਪੰਚ ਹੀ ਹੈ, ਹੋਰ ਕੀ ਆ? ਹੈ ਤੇ ਧੋਖਾ ਹੀ ਆ ਨਾ, ਹੈ ਤੇ ਵਪਾਰ, ਹੈ ਧੋਖਾ ਹੀ ਆ। ਮੰਨ ਲਓ ਜੇਕਰ ਕੋਈ ਟੈਕਸੀ ਚਲਾ ਰਿਹਾ, ਉਹਦਾ 1.5 ਰੁਪਏ ਦਾ ਤੇਲ ਯੂਜ਼ ਹੋ ਰਿਹਾ, ਉਹ 3 ਰੁਪਏ ਲੈ ਰਿਹਾ, ਹੈ ਤੇ ਪਰਪੰਚ ਹੀ ਹੈ ਤੇ ਧੋਖਾ ਹੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੇ ਅੰਦਰ ਸਿਮਰਨ ਹੋਇਆ, ਜੇ ਅੰਦਰ ਬੰਦਗੀ ਹੋਈ ਤੇਰੀ ਕਿਰਤ ਦੇ ਵਿੱਚ, ਦਸਵੰਧ ਤੂੰ ਕੱਢਦਾ ਹੋਇਆ, ਫੇਰ ਤੂੰ ਅਸਲ ਵਿੱਚ ਕਿਰਤ ਕਰਦਾ ਪਿਆ। ਫੇਰ ਤੂੰ ਕਿਰਤ ਕਰਦਾ ਪਿਆ। ਫਿਰ ਇਸ ਢੰਗ ਦੇ ਨਾਲ ਵੇਸਵਾ ਵੀ ਕਿਰਤ ਕਰਦੀ ਹੈ। ਕੀ ਸਮਝਾਂਗੇ? ਵੇਸਵਾ ਵੀ ਕਿਰਤ ਕਰਦੀ ਹੈ। ਜੋ ਬੰਦੇ ਮਾਰ ਕਾਟ ਕਰਕੇ ਮੁਰਗੇ ਵਗੈਰਾ ਕਈਆਂ ਦੀ ਜਾਨ ਲੈ ਕੇ ਆਪਣੀ ਜੇਬਾਂ ਪਰ, ਉਹ ਵੀ ਕਿਰਤ ਕਰਦੇ ਨੇ। ਫਿਰ ਕਿਰਤ ਦੀ ਡੈਫੀਨੇਸ਼ਨ ਤੇ ਬੜੀ ਬਦਸੂਰਤ ਜੀ ਹੋ ਜਾਣੀ ਹੈ। ਕਿਰਤ ਦਾ ਅਰਥ ਤੇ ਇਹੀ ਹੈ ਨਾ, ਕੰਮ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਕਿਰਤ ਦਾ ਅਰਥ ਆਪਣੇ
ਹੁਕਮਾਂ ਦੇ ਵਿੱਚ ਇਹ ਨਹੀਂ ਰੱਖਿਆ ਕੰਮ। ਮਹਾਰਾਜ ਜੀ ਨੇ ਉਹਦੀ ਵਿਆਖਿਆ ਕੀਤੀ, ਐਸਾ ਕਰਮ ਜਿਸ ਕਰਮ ਦੇ ਵਿੱਚ ਕਰਤੇ ਪੁਰਖ ਦਾ ਪਿਆਰ, ਕਰਤੇ ਪੁਰਖ ਦਾ ਭਾਵ, ਉਸ ਕਰਤੇ ਪੁਰਖ ਦੀ ਬੰਦਗੀ, ਉਸ ਕਰਤੇ ਪੁਰਖ ਦਾ ਧੰਨਵਾਦ ਹੋਵੇ, ਉਹ ਹੀ ਕਿਰਤ ਹੁੰਦੀ ਹੈ। ਤੇ ਕਿਰਤ ਦਾ ਅਸੀਂ ਨਾ ਸੰਧੀ ਛੇਦ ਕਰੀਏ, ਕੱਕੇ ਨੂੰ ਸਿਹਾਰੀ ਵੱਖਰਾ ਕਰ ਦਿਓ ਪਲੱਸ ਰੱਤ। ਕਰਤੇ ਪੁਰਖ ਦੀ ਬਖਸ਼ਿਸ਼ ਦੇ ਵਿੱਚ ਰੱਤੀ ਹੋਈ ਆਤਮਾ ਹੀ ਕਿਰਤ ਕਰਦੀ ਹੈ। ਜੇ ਅਸੀਂ ਆਪਣੀ ਗੱਲ ਕਰੀਏ, ਅਸੀਂ ਤਾਂ ਜੀ ਧਨ ਦੀ ਪਿੱਟਦੇ ਪਏ ਹਾਂ, ਕਿਉਂਕਿ ਸਾਡੇ ਆਪਣੇ ਕੀਤੇ ਕਰਮਾਂ ਦੇ ਵਿੱਚ ਗੁਰੂ ਦੀ ਯਾਦ ਨਹੀਂ ਹੁੰਦੀ। ਜੇ ਯਾਦ ਨਹੀਂ ਹੁੰਦੀ ਫਿਰ ਕਾਹਦਾ ਕੰਮ ਧੰਦਾ ਹੋਇਆ। ਤੇ ਜਿਹੜੀ ਅਸਲੀ ਕਿਰਤ ਹੁੰਦੀ ਆ, ਉਸ ਕਿਰਤ ਦਾ ਕਿਤੇ ਦਾਣਾ ਆਪ ਜੀ ਛਕੋ ਨਾ। ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ ਕੇ 36 ਪ੍ਰਕਾਰ ਤੇ ਬਿਖੂ ਸਮਾਨ। ਹੁਣ ਅਸੀਂ ਕਹਾਂਗੇ ਕਿ ਬਾਣੀ ਵਿੱਚ ਇਹ ਕਿਹਾ ਜੀ, ਗ੍ਰਹਿ ਸਾਕਤ ਕੇ, ਸਾਕਤ ਦਾ ਅਰਥ ਜਿਹੜਾ ਰੱਬ ਤੋਂ ਟੁੱਟਿਆ ਹੋਇਆ, ਉਹਨੇ ਵੀ ਕੰਮ ਕੀਤਾ, ਉਹਨੇ ਵੀ ਕਿਰਤ ਕੀਤੀ ਹੈ। ਗ੍ਰਹਿ ਸਾਕਤ ਕੇ 36 ਪ੍ਰਕਾਰ ਤੇ ਬਿਖੂ ਸਮਾਨ, ਉਹ ਤੇ ਜ਼ਹਿਰ ਸਮਾਨ ਆ ਭਾਈ, ਨਾ ਖਾਈ। ਜੇ ਉਹ ਜਿਹੀ ਉਹਦੀ ਕਿਰਤ ਤੂੰ ਛਕਣਾ, ਤੂੰ ਵੀ ਉਹੋ ਜਿਹਾ ਹੀ ਬਣ ਜਾਣਾ। ਤੇ ਜਦੋਂ ਅਸੀਂ ਇਹ ਸੁਣਦੇ ਹੈ ਨਾ ਜੀ, ਭੋਲੇ ਨੇ ਬੜੇ, ਚਲੋ ਚੜ੍ਹਦੀ ਕਲਾ ਪਰਮੇਸ਼ਵਰ ਬਖਸ਼ੇ ਸਾਨੂੰ ਸਾਰਿਆਂ ਨੂੰ। ਜਿਸ ਵੇਲੇ ਕੈਨੇਡਾ ਦੇ ਵਿੱਚ ਦਾਸ ਨੇ, ਉੱਥੇ ਇੱਕ ਸਮਾਗਮ ਸੀ ਤੇ ਇੱਕ ਬੜਾ ਸਿਆਣਾ ਬੰਦਾ, ਘੱਟੋ ਘੱਟ 55 ਸਾਲ ਦਾ ਹੋਣਾ, ਕਹਿੰਦਾ ਸਾਨੂੰ ਮਾਣ ਆ ਕਿ ਅਸੀਂ ਕੈਨੇਡੀਅਨ ਆ। ਮੈਂ ਮਨ 'ਚ ਸੋਚਿਆ ਕਿ ਇਹ ਤਾਂ ਮੈਨੂੰ ਅੱਜ ਪਤਾ ਲੱਗਾ ਕਿ ਅਸੀਂ ਇੰਡੀਅਨ ਤੇ ਅਸੀਂ ਕੈਨੇਡੀਅਨ ਵੀ ਹੈ ਆ। ਸਾਨੂੰ ਤੇ ਗੁਰੂ ਨੇ ਨਾ ਕੈਨੇਡੀਅਨ ਕਿਹਾ ਤੇ ਨਾ ਇੰਡੀਅਨ ਕਿਹਾ, ਸਾਨੂੰ ਤੇ ਗੁਰੂ ਨੇ ਕਿਹਾ ਕਿ ਤੂੰ ਮੇਰਾ ਸਿੱਖ ਆ, ਤੂੰ ਮੇਰਾ ਸਿੰਘ ਆ, ਤੂੰ ਮੇਰਾ ਖਾਲਸਾ। ਕਹਿਣ ਲੱਗਾ ਸਾਨੂੰ ਮਾਣ ਆ, ਅਸੀਂ ਕੈਨੇਡੀਅਨ ਆ। ਵਾਹ ਜੀ ਵਾਹ, ਮਤਲਬ ਵੀ ਕੈਨੇਡੀਅਨ ਬੰਦਿਆਂ ਨੂੰ ਦਰਗਾਹ ਦੇ ਵਿੱਚ ਉੱਥੇ ਪੱਕੀ ਅਲੋਟਮੈਂਟ ਹੋ ਜਾਣੀ ਆ, ਉੱਥੇ ਪੱਕਾ ਵੀਜ਼ਾ ਲੱਗ ਜਾਣਾ ਵਾ ਕੈਨੇਡਾ ਤੋਂ ਸਿੱਧਾ ਸੱਚਖੰਡ ਦਾ। ਸਾਨੂੰ ਮਾਣ ਆ ਕਿ ਅਸੀਂ ਕੈਨੇਡੀਅਨ ਆ। ਅੱਛਾ ਜੀ, ਫਿਰ ਅੱਗੇ ਸ਼ਬਦ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜਾ ਬਚਨ ਆ, ਅਸਲ ਵਿੱਚ ਅਸੀਂ ਕਮਾ ਰਹੇ ਆ, ਗੋਰੇ ਕਮਾ ਰਹੇ ਨੇ, ਪੰਜਾਬ ਦੇ ਲੋਕ ਨਹੀਂ ਕਮਾ ਰਹੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਿਰ ਮਨ 'ਚ ਇਹ ਖਿਆਲ ਆਇਆ, ਨਹੀਂ ਭੋਲੇ ਨੇ ਭਾਈ ਸਾਹਿਬ ਜੋ ਬੋਲ ਰਹੇ ਨੇ, ਇਹਨਾਂ ਨੂੰ ਪਤਾ ਹੀ ਨਹੀਂ। ਹੁਣ ਕੋਈ ਕਿਰਤ ਕਰੇ, ਹੁਣ ਜਾਨਵਰ ਵੀ ਕਿਰਤ ਕਰਦੇ ਨੇ, ਕੁੱਤਾ ਵੀ ਕਿਰਤ ਕਰਦਾ। ਕਿਰਤ ਦਾ ਅਰਥ ਹੁੰਦਾ ਹੈ ਕੋਈ ਐਸਾ ਕਰਮ ਜਿਹਦੇ ਵਿੱਚ ਮਿਹਨਤ ਕਰਕੇ ਕੋਈ ਖਾਣ ਵਾਲੀ ਵਸਤੂ ਪ੍ਰਾਪਤ ਕੀਤੀ ਜਾਵੇ। ਕੁੱਤਾ ਵੀ ਕਿਰਤ ਕਰਦਾ ਹੈ। ਤੇ ਦੱਸੋ ਜੀ, ਉਹ ਕੀ ਗੁਰੂ ਨਾਨਕ ਦੇਵ ਮਹਾਰਾਜ ਦਾ ਬਚਨ ਕਮਾ ਰਿਹਾ? ਹਾਂਜੀ, ਹੁਣ ਵੇਲ ਮੱਛੀ ਦੂਜੀਆਂ ਮੱਛੀਆਂ ਨੂੰ ਖਾ ਰਹੀ ਹੈ, ਤੇ ਕੀ ਉਹ ਗੁਰੂ ਨਾਨਕ ਦੇਵ ਮਹਾਰਾਜ ਦਾ ਬਚਨ ਕਮਾ ਰਹੀ ਹੈ? ਅਸੀਂ ਆਪਣੇ ਆਪ ਨੂੰ ਸਿੱਧ ਕਰਨ ਵਾਸਤੇ, ਆਪਣੇ ਆਪ ਨੂੰ ਪ੍ਰੂਵ ਕਰਨ ਵਾਸਤੇ ਨਾ, ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਅਸੀਂ ਉਸੇ ਵੇਲੇ ਸਾਰੀ ਬਾਣੀ ਦੇ ਅਰਥ ਹੀ ਚੇਂਜ ਕਰ ਦਿੰਦੇ ਹਾਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਨਹੀਂ ਸੱਜਣਾ, ਜੇ ਸੱਚੀ ਕਿਰਤ ਕਰਦਾ ਹੁੰਦਾ ਤੇ ਅੰਦਰ ਤੇਰਾ ਠੰਡਾ ਹੋ ਜਾਣਾ ਸੀ। ਫਿਰ ਦੂਜਾ ਅਲਫਾਜ਼ ਹੈ ਕਿ ਇਮਾਨਦਾਰੀ। ਵਿਦੇਸ਼ਾਂ ਦੇ ਵਿੱਚ ਇਮਾਨਦਾਰੀ ਜ਼ਿਆਦਾ ਹੈ। ਠੀਕ ਹੈ, ਇਮਾਨਦਾਰੀ ਗੁਣ ਚੰਗਾ ਹੈ, ਉੱਥੇ ਸਿਸਟਮ ਚੰਗਾ ਹੈ। ਇੱਥੋਂ ਦੀਆਂ ਸਰਕਾਰਾਂ ਦਾ ਸਿਸਟਮ ਇਹੋ ਜਿਹਾ ਹੈ, ਉਬੜ ਖਾਬੜ ਹੈ। ਇੱਥੇ ਬੇਈਮਾਨੀ ਜ਼ਿਆਦਾ ਹੈ। ਇੱਕ ਪਾਸੇ ਬੇਈਮਾਨ ਬੰਦਾ, ਇੱਕ ਪਾਸੇ ਇਮਾਨਦਾਰ ਬੰਦਾ ਹੈ। ਮਹਾਰਾਜ ਜੀ ਕਹਿੰਦੇ ਨੇ ਕਿ ਭਾਈ, ਕਰਮ ਧਰਮ ਪਾਖੰਡ ਜੋ ਦੀਸੈ, ਤਿਸ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ, ਬਿਨਾ ਭਜਨ ਬੰਦਗੀ ਬਿਨਾ ਸਿਮਰਨ ਤੋਂ ਤੇਰਾ ਛੁਟਕਾਰਾ ਹੋਣਾ ਹੀ ਨਹੀਂ। ਨਾਵਣ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕੋ ਬਹੁ ਦੇਵ, ਕਹੋ ਕਬੀ ਛੂਟਨ ਨਹੀਂ, ਮਨ ਬੌਰਾ ਰੇ ਛੂਟਨ ਹਰ ਕੀ ਸੇਵ। ਛੁਟਕਾਰਾ ਤੇ ਰੱਬ ਦੇ ਨਾਮ ਦੇ ਨਾਲ ਹੀ ਹੋਣਾ ਹੈ। ਇਸ ਕਰਕੇ ਗੁਰੂ ਨਾਨਕ ਦੇ ਘਰ ਵਿੱਚ ਸਭ ਤੋਂ ਪਹਿਲਾਂ ਨਾਮ ਜਪੋ, ਦੂਜੇ ਨੰਬਰ ਤੇ ਕਿਰਤ ਕਰੋ, ਤੀਜੇ ਨੰਬਰ ਤੇ ਵੰਡ ਛਕੋ। ਤੇ ਵੰਡ ਛਕੋ ਸਿਰਫ ਦਿਖੀ ਹੋਈ ਚੀਜ਼ ਨੂੰ ਵੰਡਣ ਦੇ ਨਾਲ ਇਹ ਸੰਬੋਧਕ ਨਹੀਂ ਹੈ, ਸੰਬੋਧਨ ਨਹੀਂ ਕੀਤਾ ਗਿਆ। ਜੋ ਤੁਸੀਂ ਪਾਠ ਕੀਤਾ, ਅਰਦਾਸ ਕਰੋ, ਤੇਰੇ ਭਾਣੇ ਸਰਬੱਤ ਦਾ ਭਲਾ। ਪਾਠ ਵੀ ਵੰਡੋ।
ਜੋ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਇਹ ਤਾਂ ਬਹੁਤ ਵਿਸ਼ਾਲ ਪੱਧਰ ਤੇ ਹੈ, ਇਹ ਤਾਂ ਅਸੀਂ ਵਿਆਖਿਆ ਵਿੱਚ ਲਿਆ ਹੀ ਨਹੀਂ ਸਕਦੇ। ਪਰ ਸਭ ਤੋਂ ਪਹਿਲੇ ਨੰਬਰ ਤੇ ਨਾਮ ਜਪੋ, ਪ੍ਰਚਾਰ ਇਹਦਾ ਚਾਹੀਦਾ ਹੈ। ਤੇ ਜਦੋਂ ਅਸੀਂ ਪਹਿਲਾਂ ਹੀ ਕਹਿ ਦਿੰਦੇ ਹਾਂ ਜੀ ਮਹਾਰਾਜ ਨੇ ਕਿਹਾ ਕਿਰਤ ਕਰੋ, ਤੇ ਅਸੀਂ ਕਿਰਤ ਵੀ ਕਰਦੇ ਹਾਂ। ਨਾਮ ਜਪੋ ਨਹੀਂ, ਕਿਰਤ ਕਰੋ ਫਿਰ ਵੰਡ ਛਕੋ, ਅਖੀਰ ਤੇ ਨਾਮ ਜਪੋ। ਤੇ ਅਸੀਂ ਵਾਹਿਗੁਰੂ ਵਾਹਿਗੁਰੂ 2 ਵਾਰੀ ਕਹਿ ਦਿੰਦੇ ਹਾਂ। ਤੇ ਜੇ ਅਸੀਂ ਇਹ ਕਹੀਏ ਕਿ ਹੁਣ ਤੁਸੀਂ ਜੋਬ ਕਰਨ ਗਏ ਜੇ ਤੇ ਉੱਥੇ ਜਾ ਕੇ 2 ਸੈਕਿੰਡ ਜੋਬ ਕਰਕੇ ਵਾਪਸ ਆ ਜਾਓ, ਸਰੇਗਾ ਤੁਹਾਡਾ? ਨਾ, ਉੱਥੇ ਤੇ ਕਈ ਘੰਟੇ ਲਾਉਣੇ ਪੈਣੇ ਨੇ। ਕਈ ਤਰ੍ਹਾਂ ਦੀਆਂ ਕਿਸ਼ਤਾਂ ਸਿਰ ਤੇ ਚੜੀਆਂ ਨੇ, ਕਰਜ਼ੇ ਚੜੇ ਨੇ, ਉੱਥੇ ਬੰਦਾ ਸਿਆਣਾ ਬਣ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ। ਕੋਈ ਵੀ ਮਨੁੱਖ ਆਪਣੀ ਅਕਲ ਦੇ ਆਸਰੇ ਆਪਣੇ ਬੌਧਿਕ ਪੱਧਰ ਉੱਤੇ ਪਰਮੇਸ਼ਵਰ ਦੀ ਵਡਿਆਈ ਕਰ ਕਰਕੇ ਅੰਤ ਨਹੀਂ ਪਾ ਸਕਦਾ, ਸਿਫਤ ਵੀ ਨਹੀਂ ਕਰ ਸਕਦਾ। ਸਿਫਤ ਵੀ ਗੁਰੂ ਆਪ ਹੀ ਵਿੱਚ ਵਰਤ ਕੇ ਆਪਣੀ ਕਰਵਾਉਂਦਾ ਹੈ। ਤੇ ਜੇਕਰ ਕੋਈ ਬੰਦਾ ਆਪਣੀ ਅਕਲ ਦੇ ਆਸਰੇ ਵਿਆਖਿਆ ਕਰੀ ਜਾਏ, ਉਹਦੀ ਸਿਫਤ ਦੇ ਅੰਤ ਪਾਉਣ ਦੀ ਕੋਸ਼ਿਸ਼ ਕਰੀ ਜਾਏ, ਫਿਰ ਉਹ ਰੱਬ ਦੇ ਘਰ ਵਿੱਚ ਉਹਦਾ ਸਤਿਕਾਰ ਨਹੀਂ ਹੁੰਦਾ, ਕਿਉਂਕਿ ਉਹਦੀ ਸੁਰਤ ਸੰਸਾਰਕ ਪੱਧਰ ਦੇ ਉੱਤੇ ਹੀ ਰਹਿ ਜਾਂਦੀ ਹੈ। ਸੋ ਇਸ ਢੰਗ ਦੇ ਨਾਲ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 21ਵੀਂ ਪੌੜੀ ਦੀ ਵਿਚਾਰ ਦੀ ਸਮਾਪਤੀ ਹੋਈ ਜੀ। ਦਾਸ ਬੇਨਤੀ ਕਰੇ, ਜੋ ਵੀ ਕੋਈ ਵੀ ਦਾਸ ਵੀ ਗੁਰੂ ਮਹਾਰਾਜ ਜੀ ਦੀ ਅਸੀਸ ਦੇ ਨਾਲ ਤੁੱਛ ਬੁੱਧੀ ਅਨੁਸਾਰ ਅਰਥ ਕਰੇ, ਉਹ ਅਖੀਰ ਨਾ ਸਮਝਣਾ ਇਹ ਸਮੁੰਦਰ ਹੈ, ਇਹਦਾ ਕੋਈ ਵੀ ਅੰਤ ਨਹੀਂ ਪਾ ਸਕਦਾ। ਜਿਹਦੀ ਜੈਸੀ ਰੂਹਾਨੀ ਜ਼ਿੰਦਗੀ ਹੈ, ਰੂਹਾਨੀ ਜੀਵਨ ਹੈ, ਪਵਿੱਤਰ ਜੀਵਨ ਹੈ, ਉਹ ਵੈਸੇ ਹੀ ਅਰਥ ਕਰ ਸਕਦਾ ਹੈ। ਹੋਰ ਅਰਥ ਉਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਾਣਨ, ਪਰਮੇਸ਼ਵਰ ਜੀ ਹੀ ਜਾਣਨ। ਅਸੀਂ ਆਪਣੇ ਘਰ ਦੇ ਪ੍ਰਤੀ ਸੁਚੇਤ ਹੋਈਏ। ਜਦੋਂ ਅਸੀਂ ਬੱਚਿਆਂ ਦੇ ਵਿੱਚ ਵਿਚਰਨਾ ਹੈ, ਜਦੋਂ ਅਸੀਂ ਕਮਿਊਨਿਟੀ ਦੇ ਵਿੱਚ ਵਿਚਰਨਾ ਹੈ, ਕਿਸੇ ਪੱਧਰ 'ਤੇ ਵੀ ਅਸੀਂ ਵਿਚਰਨਾ ਹੈ, ਅੰਦਰ ਸਿਮਰਨ ਹੋਏਗਾ ਤੇ ਦੂਜੇ ਦਾ ਵੀ ਭਲਾ ਹੋਏਗਾ। ਸਾਡਾ ਤੇ ਭਲਾ ਹੋਣਾ ਹੀ ਹੋਣਾ, ਦੂਜੇ ਦਾ ਵੀ ਭਲਾ ਹੋਣਾ। ਤੇ ਜਦੋਂ ਵੀ ਅਸੀਂ ਗੁੱਸਾ ਕਰਨਾ ਹੋਵੇ ਤੇ ਇਹ ਮਹਿਸੂਸ ਕਰ ਲਿਓ, ਜਦੋਂ ਬੰਦੇ ਨੂੰ ਗੁੱਸਾ ਆਉਂਦਾ ਹੈ, ਸਰੀਰ ਦੇ ਵਿੱਚੋਂ ਗੰਢਾਂ ਖੁੱਲ੍ਹ ਜਾਂਦੀਆਂ ਜ਼ਹਿਰ ਦੀਆਂ। ਸਾਡੇ ਸਰੀਰ ਦੇ ਅੰਦਰ ਨਾ ਗੰਢਾਂ ਹੁੰਦੀਆਂ ਨੇ, ਉਹਦੇ ਵਿੱਚ ਪੋਇਜ਼ਨ ਹੁੰਦਾ ਹੈ ਸਰੀਰ ਦੇ ਵਿੱਚ। ਜਦੋਂ ਸਾਨੂੰ ਗੁੱਸਾ ਆਉਂਦਾ ਹੈ ਤੇ ਸਾਡਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਤੇ ਗੰਢਾਂ ਖੁੱਲ੍ਹ ਜਾਂਦੀਆਂ ਨੇ ਤੇ ਸਾਡੇ ਸਰੀਰ ਦੇ ਵਿੱਚ ਵਿਗਾੜ ਪੈਣਾ ਸ਼ੁਰੂ ਹੋ ਜਾਂਦਾ। ਜਦੋਂ ਅਸੀਂ ਗੁੱਸੇ ਵਿੱਚ ਬੋਲਦੇ ਹਾਂ ਤੇ ਬੱਚੇ ਸੁਣਦੇ ਨੇ, ਸਾਡੇ ਅੰਦਰੋਂ ਨੈਗੇਟਿਵ એનર્ਜੀ ਪੈਦਾ ਹੁੰਦੀ ਹੈ ਤੇ ਦੂਜਿਆਂ ਦੇ ਸਰੀਰ ਦੇ ਅੰਦਰ ਪ੍ਰਵੇਸ਼ ਕਰਕੇ ਦੂਜਿਆਂ ਦਾ ਇਮਿਊਨਿਟੀ ਲੈਵਲ ਵੀ ਡਾਊਨ ਕਰਦੀ ਹੈ, ਦੂਜਿਆਂ ਦਾ ਰੂਹਾਨੀ ਜੀਵਨ ਵੀ ਡਾਊਨ ਕਰਦੀ ਹੈ, ਦੂਜਿਆਂ ਦੇ ਅੰਦਰ ਤਲਖੀ ਪੈਦਾ ਕਰਦੀ ਹੈ। ਤਲਖੀ ਆਪ ਜੀ ਨੂੰ ਪਤਾ ਹੋਏਗਾ, ਅਮਰੀਕਾ ਦੇ ਵਿੱਚ ਇੱਕ ਘਟਨਾ ਵਾਪਰੀ ਸੀ। ਇੱਕ ਬੀਬੀ ਬੱਚੇ ਨੂੰ ਦੁੱਧ ਪਿਆਉਂਦੀ ਪਈ ਸੀ। ਇੰਨੇ ਚਿਰ ਨੂੰ ਘਰ ਵਾਲਾ ਸਾਹਿਬ ਆ ਗਏ। ਘਰ ਵਾਲਾ ਸਾਹਿਬ ਆਏ, ਪਤੀ ਦੇਵ ਜੀ ਆਏ, ਉਹਨੂੰ ਗੁੱਸਾ ਚੜਿਆ, ਉਹਨੇ ਫੜ ਕੇ ਨੇੜੇ ਹੀ ਗੁਲਦਸਤਾ ਪਿਆ ਸੀ, ਉਹਨੇ ਚੁੱਕ ਕੇ ਮਾਰਿਆ। ਘਰ ਵਾਲਾ ਕਹਿਣ ਲੱਗਾ, ਤੂੰ ਵਿਧਵਾ ਹੋ ਜਾਣਾ ਸੀ ਜੇ ਮੇਰੇ ਸਿਰ 'ਚ ਵੱਜਦਾ। ਕੀ ਗੱਲ ਹੋਈ, ਗੁੱਸਾ ਕਾਹਦਾ ਆਇਆ? ਘਰ ਵਾਲੀ ਕਹਿਣ ਲੱਗੀ, ਅੱਜ ਤੈਨੂੰ ਪੈਸੇ ਮਿਲਣੇ ਸੀ, ਤੂੰ ਆਖਿਆ ਸੀ ਇਹ ਗਿਫਟ ਲੈ ਕੇ ਆਵਾਂਗਾ, ਤੇਰੇ ਹੱਥ ਖਾਲੀ ਦਿਸੇ, ਮੈਨੂੰ ਗੁੱਸਾ ਚੜ ਗਿਆ। ਤੇ ਕਹਿੰਦੇ ਨੇ ਉਸ ਵੇਲੇ ਬੱਚੇ ਦੀ ਮੌਤ ਹੋ ਗਈ। ਜਿਹੜਾ ਬੱਚਾ ਦੁੱਧ ਪੀਂਦਾ ਪਿਆ ਸੀ ਨਾ, ਉਹਦੀ ਮੌਤ ਹੋ ਗਈ। ਹੁਣ ਦੋਵੇਂ ਦੌੜੇ, ਦੋਵੇਂ ਭੱਜੇ। ਨਿਊਯਾਰਕ ਦੀ ਘਟਨਾ ਹੈ। ਜਦੋਂ ਡਾਕਟਰ ਨੇ ਵੇਖਿਆ, ਡਾਕਟਰ ਕਹਿੰਦਾ ਬੱਚੇ ਨੇ ਜ਼ਹਿਰ ਖਾਧਾ ਬੱਚੇ ਨੇ, ਇਹਦੇ ਅੰਦਰ ਪੋਇਜ਼ਨ ਆ। ਅੱਗੋਂ ਮਾਂ ਕਹਿਣ ਲੱਗੀ ਨਹੀਂ, ਦੁੱਧ ਪੀਂਦਾ ਪਿਆ ਸੀ। ਫਿਰ ਡਾਕਟਰ ਨੇ ਬਿਠਾਇਆ, ਡਾਕਟਰ ਨੇ ਪੁੱਛਿਆ ਵੀ ਜਦੋਂ ਦੁੱਧ ਪੀਂਦਾ ਪਿਆ ਸੀ ਤੁਹਾਡੇ ਅੰਦਰ ਭਾਵਨਾ ਕੈਸੀ ਸੀ, ਤੁਹਾਡਾ ਸੁਭਾਅ ਕੈਸਾ ਸੀ ਉਸ ਵੇਲੇ, ਤੁਹਾਡੀ ਉਸ ਵੇਲੇ ਕੰਡੀਸ਼ਨ ਕੀ ਸੀ, ਤੁਹਾਡੇ ਅੰਦਰ ਦੇ ਖਿਆਲਾਤ ਦੀ। ਉਹ ਕਹਿਣ ਲੱਗੀ ਪਹਿਲਾਂ ਚੰਗਾ ਭਲਾ ਸੀ ਮੇਰੇ ਮਨ ਦਾ ਹਾਲ, ਜਦੋਂ ਮੇਰਾ ਘਰ ਵਾਲਾ ਆਇਆ ਮੈਨੂੰ ਇੰਨਾ ਗੁੱਸਾ ਚੜਿਆ, ਨੇੜੇ ਗੁਲਦਸਤਾ ਪਿਆ ਸੀ, ਮੈਂ ਚੱਕ ਕੇ ਮਾਰਿਆ ਤੇ ਜੀ ਕਰਦਾ ਸੀ ਕੋਈ ਤਿੱਖੀ ਚੀਜ਼ ਹੋਵੇ ਮੈਂ ਇਹਦਾ ਗਲਾ ਵੱਢਦਾ। ਤੇ ਉਸ ਵੇਲੇ ਡਾਕਟਰ ਨੇ ਆਖਿਆ ਬਸ ਫਿਰ ਤੂੰ ਆਪਣੇ ਬੱਚੇ ਨੂੰ ਆਪੇ ਹੀ ਮਾਰ ਛੱਡਿਆ।
ਉਹ ਕਹਿਣ ਲੱਗੀ ਉਹ ਕਿਵੇਂ ਮੈਂ ਮਾਰ ਛੱਡਿਆ, ਮੈਂ ਤਾਂ ਦੁੱਧ ਪਿਉਂਦੀ ਪਈ ਸੀ। ਅੱਗੋਂ ਡਾਕਟਰ ਨੇ ਆਖਿਆ ਜਦੋਂ ਬੰਦੇ ਨੂੰ ਗੁੱਸਾ ਆਉਂਦਾ ਹੈ, ਸਰੀਰ ਦੇ ਅੰਦਰ ਪੋਇਜ਼ਨ ਪੈਦਾ ਹੁੰਦਾ ਹੈ, ਖੂਨ ਦੇ ਵਿੱਚ ਉਹ ਪੋਇਜ਼ਨ ਘੁਲਦਾ ਹੈ, ਖੂਨ ਤੋਂ ਹੀ ਦੁੱਧ ਬਣਦਾ ਹੈ। ਜਦੋਂ ਤੈਨੂੰ ਗੁੱਸਾ ਆਇਆ, ਸਰੀਰ ਦੇ ਵਿੱਚੋਂ ਗੰਢਾਂ ਖੁੱਲ੍ਹ ਗਈਆਂ, ਉਹ ਪੋਇਜ਼ਨ ਬਲੱਡ ਦੇ ਵਿੱਚ ਪਹੁੰਚ ਗਿਆ, ਬਲੱਡ ਜ਼ਹਿਰੀਲਾ ਹੋ ਗਿਆ। ਫਿਰ ਦੁੱਧ, ਉਸ ਖੂਨ ਤੋਂ ਹੀ ਦੁੱਧ ਬਣਿਆ ਤੇ ਦੁੱਧ ਵੀ ਜ਼ਹਿਰੀਲਾ ਹੋ ਗਿਆ ਤੇ ਦੁੱਧ ਪੀਤਾ ਬੱਚੇ ਨੇ ਤੇ ਬੱਚਾ ਚੜਾਈ ਕਰ ਗਿਆ, ਬੱਚੇ ਦੀ ਮੌਤ ਹੋ ਗਈ। ਉਸ ਦਿਨ ਤੋਂ ਬਾਅਦ ਉਸ ਬੀਬੀ ਨੇ ਪੂਰੇ ਵਿਸ਼ਵ ਦੇ ਵਿੱਚ ਪ੍ਰਚਾਰ ਕੀਤਾ ਕਿ ਜਿਹੜੀਆਂ ਬੱਚੀਆਂ ਦੁੱਧ ਪਿਉਂਦੀਆਂ ਨੇ ਉਹ ਕਦੀ ਵੀ ਦੁੱਧ ਪਿਉਣ ਲੱਗਿਆਂ ਗੁੱਸਾ ਨਾ ਕਰਨ, ਆਪਣੇ ਗੁਰੂ ਨੂੰ ਯਾਦ ਕਰਨ, ਜਾਂ ਫਿਰ ਸਾਇਲੈਂਟ ਕੋਈ ਸ਼ਾਂਤਮਈ ਕੋਈ ਮਿਊਜ਼ਿਕ ਸੁਣਨ, ਜਿਹਦੇ ਨਾਲ ਉਹਨਾਂ ਦੇ ਮਨ ਦੀ ਹਾਲਤ ਚੰਗੀ ਰਵੇ ਤੇ ਬੱਚੇ ਦੇ ਉੱਤੇ ਅਸਰ ਹੋਏਗਾ ਉਸ ਚੀਜ਼ ਦਾ। ਇਸੇ ਕਰਕੇ ਸਾਨੂੰ ਹੁਕਮ ਹੈ ਕਿ ਜੇਕਰ ਮਾਵਾਂ ਭੈਣਾਂ ਬੱਚੀਆਂ ਨੇ ਪ੍ਰਸ਼ਾਦਾ ਬਣਾਉਂਦੀਆਂ ਨੇ ਤੇ ਸਿਮਰਨ ਕਰਨ, ਬੰਦਗੀ ਕਰਨ, ਗੁੱਸੇ 'ਚ ਨਾ ਬੋਲਣ। ਤੇ ਜਿਸ ਵੇਲੇ ਦੁੱਧ ਪਿਉਂਦੀਆਂ ਨੇ ਉਸ ਵੇਲੇ ਤੇ ਰੱਤੀ ਮਾਤਰ ਵੀ ਗੁੱਸਾ ਨਹੀਂ ਕਰਨਾ ਚਾਹੀਦਾ, ਨਹੀਂ ਤੇ ਬੱਚੇ ਦਾ, ਜੇ ਤਾਂ ਬੱਚਾ ਬਚ ਗਿਆ, ਮਰਿਆ ਨਾ, ਤੇ ਉਹਦਾ ਸੁਭਾਅ ਮਰਿਆਂ ਵਰਗਾ ਹੋ ਜਾਣਾ, ਖਿਝਦਾ ਰਹੇਗਾ, ਗੁੱਸੇ 'ਚ ਰਹੇਗਾ, ਬਿਨਾਂ ਗੱਲ ਤੋਂ ਖਿਝ ਆਈ ਜਾਏਗੀ। ਇਹ ਸਾਡੇ ਮਾਂ ਪਿਓ ਨੇ ਦੇਣ ਦੇਣੀ ਹੈ। ਨਾਨਕ ਬਾਰਕ ਕਛੂ ਨਾ ਜਾਣੇ, ਬੱਚੇ ਨੂੰ ਕੀ ਪਤਾ ਵਿਚਾਰੇ ਨੂੰ। ਨਾਨਕ ਬਾਰਕ ਕਛੂ ਨਾ ਜਾਣੇ, ਰਾਖਣ ਕੋ ਹਰ ਮਾਈ ਬਾਪ, ਮਾਂ ਪਿਓ ਨੇ ਰੱਖਣਾ ਮਾਂ ਪਿਓ ਨੇ। ਤੇ ਜੇ ਮਾਂ ਪਿਓ ਹੀ ਨਿਆਣਿਆਂ ਵਾਂਗੂ ਕਰਦੇ ਨੇ ਬਿਹੇਵ, ਤੇ ਫਿਰ ਉਹ ਘਰ ਤੇ ਅੱਜ ਵੀ ਉਜੜਿਆ ਤੇ ਕੱਲ੍ਹ ਵੀ ਉਜੜਿਆ। ਇਸ ਕਰਕੇ ਘਰ ਦੇ ਵਿੱਚ ਮਾਹੌਲ ਬਿਲਕੁਲ ਸ਼ਾਂਤਮਈ ਰੱਖਣਾ ਚਾਹੀਦਾ ਹੈ, ਸ਼ਾਂਤਮਈ। ਹੁਣ ਤਾਂ ਸਾਇੰਸ ਨੇ ਵੀ ਗੱਲ ਕਹਿ ਦਿੱਤੀ, ਜੇਕਰ ਕੋਈ ਗੁੱਸਾ ਕਰਦਾ ਹੈ ਨਾ ਜੀ, ਕੋਈ ਗੁੱਸਾ ਕਰਦਾ ਪਿਆ ਹੈ ਤੇ ਉਹ ਇੰਜ ਸਮਝ ਲਵੇ 3.5 ਕਰੋੜ ਉਹਨੇ ਸਨੇਕ, 3.5 ਕਰੋੜ ਉਹਨੇ ਸੱਪ ਛੱਡ ਦਿੱਤੇ ਆਪਣੇ ਘਰ ਵਿੱਚ। ਵੇਖੋ ਸ਼ਬਦ ਕਿਹੋ ਜਿਹੇ ਨੇ, 3.5 ਕਰੋੜ ਸੱਪ ਛੱਡ ਦਿੱਤੇ ਉਹਨੇ ਆਪਣੇ ਘਰ ਦੇ ਵਿੱਚ। ਫਿਰ ਉਹ ਪੁੱਛਿਆ ਕਿ 3.5 ਕਰੋੜ ਸੱਪ ਛੱਡ ਦਿੱਤੇ? ਤੇ ਫਿਰ ਉਹਨਾਂ ਨੇ ਆਖਿਆ ਮਤਲਬ, ਕਹਿੰਦੇ 3.5 ਕਰੋੜ ਰੋਮਾਂ ਦੇ ਰਾਹੀਂ ਜ਼ਹਿਰੀਲੀਆਂ ਤਰੰਗਾਂ ਬਾਹਰ ਜਾਂਦੀਆਂ ਨੇ। ਜੇ ਉੱਥੇ ਬੱਚੇ ਘੇਰੇ ਵਿੱਚ ਆ ਗਏ ਤੇ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ ਹੋਏਗਾ। ਜਿਵੇਂ ਸੱਪ ਡੰਗ ਮਾਰਦਾ, ਉਹ ਤਾਂ ਤੁਹਾਨੂੰ ਦਿਸੇਗਾ, ਤੁਸੀਂ ਬਚਾ ਸਕਦੇ ਹੋ, ਪਰ ਜਦੋਂ ਬੰਦੇ ਨੂੰ ਗੁੱਸਾ ਆਉਂਦਾ ਹੈ, ਉਹਦੇ ਅੰਦਰ ਜਿਸ ਵੇਲੇ ਤਰ੍ਹਾਂ ਦੀਆਂ ਕੈਮੀਕਲ ਦੀਆਂ ਬਿਰਤੀਆਂ ਪੈਦਾ ਹੁੰਦੀਆਂ ਨੇ, ਨੈਗੇਟਿਵ એનર્ਜੀ ਪੈਦਾ ਹੁੰਦੀ ਆ, ਉਹ ਜੋ ਨੁਕਸਾਨ ਕਰਦੀ ਆ, ਉਹ ਨੁਕਸਾਨ ਨਾ ਤੇ ਦਿਸਦਾ ਆ, ਤੇ ਉਹ ਜਦੋਂ ਨੁਕਸਾਨ ਹੁੰਦਾ ਆ, ਬੰਦਾ ਉਹਦਾ ਟ੍ਰੀਟਮੈਂਟ ਵੀ ਨਹੀਂ ਕਰਾ ਸਕਦਾ। ਟ੍ਰੀਟਮੈਂਟ ਕੀ ਕਰੇਗਾ ਕੋਈ? ਇਸ ਕਰਕੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਾਨੂੰ ਆਪਣੇ ਪਰਿਵਾਰਾਂ 'ਚ ਵਿਚਰਨਾ ਆ ਜਾਏ, ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਰਹਿ ਕੇ ਅਸੀਂ ਆਪਣੇ ਜੀਵਨ ਨੂੰ ਬਤੀਤ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਸਮੂਹ ਸੰਗਤ ਬਖਸ਼ ਲਿਓ। ਆਓ ਅੰਤਲੀਆਂ ਪੰਕਤੀਆਂ ਪੜ੍ਹਦੇ ਹੋਏ ਸਮਾਪਤੀ ਕਰਨ ਦਾ ਯਤਨ ਕਰੀਏ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪਾ ਜਾਣੈ, ਅੱਗੇ ਗਿਆ ਨਾ ਸੋਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।